वर्ण चैन सबहु ते न्यारा आद पुरख अद्वै अभिकारा। वर्ण चिहन सबहु ते न्यारा। कितने चलेगा तू? अलख रूप अछै अनपेखा राग रंग जह रूप न रेखा। अलख रूप है, अलख रूप अछै अनपेखा राग रंग जह रूप न रेखा। अलख रूप जो रूप दीदा नहीं अखां नूं, अलख रूप है। अखां नूं भी नहीं दीदा, वैसे ज्ञान इंद्रियां नूं ते ही परे है। ਉਹਨੂੰ ਟੋਹ ਵੀ ਨਹੀਂ ਸਕਦੇ, ਟੇਸਟ ਵੀ ਨਹੀਂ ਕਰ ਸਕਦੇ, ਸਮੈਲ ਵੀ ਨਹੀਂ ਲੈ ਸਕਦੇ, ਛੂਹ ਵੀ ਨਹੀਂ ਸਕਦੇ। ਉਹ ਅਲੱਖ ਰੂਪ ਹੈ, ਅਕਲ ਤੋਂ ਵੀ ਪਰੇ ਹੈ, ਬੁੱਧੀ ਦੇ ਅੰਦਾਜ਼ੇ ਤੋਂ ਵੀ ਪਰੇ ਹੈ। ਅਲੱਖ ਰੂਪ ਹੈ। ਅਛੈ ਅਨਪੇਖਾ, ਅਛੈ ਹੈ। ਅਛੈ ਕਹਿੰਦੇ ਨੇ ਜਿਹੜਾ ਛੈ ਨਹੀਂ ਹੁੰਦਾ, ਨਾਸ ਨਹੀਂ ਹੁੰਦਾ। ਜਿਹੜਾ ਛੈ ਹੁੰਦਾ ਨਾਸ ਹੋ ਜਾਣਾ। ਅਨਪੇਖਾ ਕੋਈ ਭੇਖ ਨਹੀਂ ਉਹਦਾ। ਭੇਖ ਹੋਊ ਤਾਂ ਹੀ ਛੈ ਹੋਣਾ, ਜਾਂ ਭੇਖ ਕੋਈ ਨਹੀਂ ਛੈ ਕੀ ਹੋਣਾ। ਰਾਗ ਰੰਗ ਜਹ ਰੂਪ ਨਾ ਰੇਖਾ, ਨਾ ਕੋਈ ਰਾਗ ਹੈ। ਰਾਗ ਹੈ ਮਤਲਬ ਹੈ ਕੋਈ ਉਹਦੀ ਆਵਾਜ਼ ਨਹੀਂ ਹੈ। ਆਵਾਜ਼ ਨੂੰ ਰਾਗ ਕਹਿੰਦੇ ਨੇ। ਅਸਲ ਦੇ ਵਿੱਚ ਰਾਗ ਆਵਾਜ਼ ਨੂੰ ਨਹੀਂ ਕਹਿੰਦੇ, ਰਾਗ ਕਹਿੰਦੇ ਨੇ ਡਿਮਾਂਡ ਨੂੰ। ਜਿਹੜੀ ਆਵਾਜ਼ ਵਿੱਚ ਕੋਈ ਮੰਗ ਹੋਵੇ ਉਹ ਰਾਗ ਹੈ। ਜਿਹੜੀ ਰਾਗ ਵਿੱਚ ਕੋਈ ਆਪਣੀ ਪਰਸਨਲ ਇੱਛਾ ਹੋਵੇ ਉਹ ਰਾਗ ਹੈ। ਜਿਹੜੀ ਆਵਾਜ਼ ਪਰਪਕਾਰ ਦੀ ਇੱਛਾ ਵਾਲੀ ਹੋਵੇ ਉਹ ਰਾਗ ਨਹੀਂ ਹੁੰਦਾ। ਪਰਪਕਾਰ ਦੀ ਇੱਛਾ ਹੋਵੇ, ਪਰਪਕਾਰ ਖਾਤਰ ਕੋ ਬੋਲੀਏ ਹੋਰ ਗੱਲ ਹੈ, ਆਪਣੇ ਵਾਸਤੇ ਮੰਗੀਏ ਕੁਛ ਹੋਰ ਗੱਲ। ਉਹ ਦੇਣ ਦੀ ਇੱਛਾ ਹੁੰਦੀ ਆ, ਇੱਕ ਮੰਗਣ ਦੀ ਇੱਛਾ ਹੁੰਦੀ। ਇੱਕ ਦਾਤੇ ਦੀ ਆਵਾਜ਼ ਹੈ, ਇੱਕ ਮੰਗਤੇ ਦੀ ਆਵਾਜ਼ ਹੈ। ਮੰਗਤੇ ਦੀ ਜਿਹੜੀ ਆਵਾਜ਼ ਹੈ ਰਾਗ। ਰਾਗ ਰੰਗ ਜੇ ਰੂਪ ਨਾ ਰਾਗ ਹੈ ਕੋਈ, ਨਾ ਰੰਗ ਹੈ ਕੋਈ, ਨਾ ਰੂਪ ਹੈ ਕੋਈ, ਨਾ ਰੇਖ ਹੈ ਕੋਈ। ਕੋਈ ਐਸਾ ਰੂਪ ਹੈ ਜਿਹਦੇ ਤੇ ਤੁਸੀਂ ਇੱਕ ਲਕੀਰ ਵੀ ਨਹੀਂ ਖਿੱਚ ਸਕਦੇ। ਰੇਖਾ ਚਿੱਤਰ ਬਣਾਉਂਦੇ ਨਾ ਆਪਾਂ, ਰੇਖਾ ਵੀ ਨਹੀਂ ਖਿੱਚੀ ਜਾ ਸਕਦੀ। ਰੇਖਾ ਦਾ ਵੀ ਤਾਂ ਕੋਈ ਰੂਪ ਹੋਊਗਾ, ਛੋਟੀ ਬੜੀ, ਟੇਢੀ ਵਿੰਗੀ। ਵਰਨ ਚਿਹਨ ਸਭੂ ਤੇ ਨਿਆਰਾ। ਜਿਹਨੇ ਵਰਨ ਜਿੰਨੇ ਵੀ ਆਦਮੀ ਦੇ ਨਹੀਂ ਵਰਨ, ਜਿੰਨੀਆਂ ਵੀ ਸਮਝੋ ਜੂਨੀਆਂ ਨੇ, ਸਾਰੇ ਵਰਨ ਨੇ ਅੱਡੋ ਅੱਡ। ਵਰਨ ਸਰੀਰ ਨੂੰ ਕਹਿੰਦੇ, ਦੇਹ ਨੂੰ। ਦੇਹ ਨਾਲ ਸੰਬੰਧਿਤ ਹੈ। ਵਰਨ ਵੀ ਨਹੀਂ, ਕੋਈ ਚਿੰਨ੍ਹ ਵੀ ਨਹੀਂ ਹੈ। ਚਿੰਨ੍ਹ ਵੀ ਰੱਖ ਲੈਣੇ ਨਾ ਆਪਾਂ। ਚਿੰਨ੍ਹ ਰੱਖੇ ਨੇ ਉਹਨਾਂ ਵਾਸਤੇ ਜਿਹੜੇ ਦੀਦੇ ਨਹੀਂ ਆਪਾਂ ਨੂੰ। ਜਿਵੇਂ ਸ਼ਿਵ ਜੀ ਵਾਸਤੇ ਕੋਈ ਚਿੰਨ੍ਹ ਰੱਖ ਲਿਆ, ਚੰਡੀ ਵਾਸਤੇ ਤਲਵਾਰ ਦਾ ਚਿੰਨ੍ਹ ਰੱਖਿਆ ਹੋਇਆ। ਜਿਹੜੀ ਕੋਈ ਵਸਤੂ ਹੁੰਦੀ ਉਹਦੇ ਵਾਸਤੇ ਚਿੰਨ੍ਹ ਰੱਖ ਲੈਂਦੇ। ਚਿੰਨ੍ਹ ਉਹਦੇ ਵਾਸਤੇ ਹੀ ਹੋ ਸਕਦਾ ਹੈ ਜਿਹਦਾ ਪਹਿਲਾਂ ਕੋਈ ਸਰੀਰ ਹੋਵੇ। ਜੇ ਕੋਈ ਚਿੰਨ੍ਹ ਰੱਖਦੇ ਆ ਤਾਂ ਕਾਲਪਨਿਕ ਹੋ ਜੂਗੀ ਗੱਲ। ਜਦ ਉਹਦਾ ਕੋਈ ਸਰੂਪ ਹੀ ਨਹੀਂ, ਉਹਦੇ ਸਰੂਪ ਵੱਟੇ ਕੋਈ ਦੂਸਰਾ ਸਰੂਪ ਰੱਖਣਾ। ਜਿਵੇਂ ਮੂਰਤੀ ਬਣਾਉਂਦੇ ਨੇ, ਮੂਰਤੀ ਉਸ ਆਦਮੀ ਦੀ ਬਣੂ ਜਿਹੜਾ ਪਹਿਲਾਂ ਆਦਮੀ ਸੀ ਕਿਸੇ ਵੇਲੇ। ਪਹਿਲਾਂ ਦੋ ਫੋਟੋ ਉਸੇ ਦੀ ਹੈ ਜਿਹੜਾ ਪਹਿਲਾਂ ਸੀਗਾ, ਵਜੂਦ ਵਿੱਚ ਅੱਜ ਹੈ ਨਹੀਂ। ਜਿਹਦੀ ਕਦੇ ਫੋਟੋ ਸੀ ਉਹ ਨਹੀਂ, ਸਰੂਪ ਸੀ ਨਹੀਂ, ਉਹਦੇ ਵਾਸਤੇ ਆਦਮੀ ਦੀ ਮੂਰਤੀ ਚਿੰਨ੍ਹ ਉਹਦਾ ਸਰੂਪ ਬਾਅਦ ਦੇ ਵਿੱਚ ਚਿੰਨ੍ਹ ਹੀ ਉਹਦਾ। ਹੋਰ ਕੀ ਹੈ? ਫੋਟੋ ਸਾਡੇ ਕੋਲ ਚਿੰਨ੍ਹ ਹੈ। ਜਿਹੜਾ ਕੋਈ ਚੜ੍ਹਾਈ ਕਰ ਜਾਂਦਾ ਉਹਦੀ ਜਿਹੜੀ ਫੋਟੋ ਹੈ ਉਹ ਚਿੰਨ੍ਹ ਹੈ। ਹੋਰ ਕੀ ਹੈ? ਐਸਾ ਕੁਛ ਨਿਸ਼ਾਨੀ ਨਹੀਂ ਉਹਦੀ। ਚਿੰਨ੍ਹ ਨਿਸ਼ਾਨੀ ਨੂੰ ਕਹਿੰਦੇ ਨੇ। ਜਿਹੜੀ ਉਹ ਨਿਸ਼ਾਨੀ ਨੂੰ ਉਹਦੇ ਸਾਹ ਰੱਖ ਲਈਏ। ਹੁਣ ਜਿੰਨੇ ਵੀ ਪੂਜਾ ਦੇ ਸਥਾਨਾਂ ਨਿਸ਼ਾਨੀਆਂ ਰੱਖੀਆਂ ਹੋਈਆਂ ਨੇ, ਔਰ ਆਦਮੀ ਨੂੰ ਨਿਸ਼ਾਨੀ ਜ਼ਰੂਰ ਚਾਹੀਦੀ ਹੈ ਉਹਦੀ ਜਿਹੜੀ ਪਕੜ 'ਚ ਹੋਵੇ। ਇਹ ਠੀਕ ਆ, ਅਸੀਂ ਗਿਆਨ ਗੁਰੂ ਕਹਿੰਦੇ ਹਾਂ, ਪਰ ਗਿਆਨ ਗੁਰੂ ਦੀ ਕੋਈ ਨਿਸ਼ਾਨੀ ਨਹੀਂ ਹੁੰਦੀ। ਜੇ ਅਸੀਂ ਗ੍ਰੰਥ ਨੂੰ ਗਿਆਨ ਗੁਰੂ ਬਣਾ ਲਿਆ ਵੀ ਗਲਤੀ ਹੈ।
ਨਿਸ਼ਾਨੀ ਹੋ ਗਈ, ਚਿੰਨ ਹੋ ਗਿਆ, ਚਿੰਨ ਆ ਗਿਆ ਨਾ ਇੱਥੇ। ਇੱਥੇ ਆ ਕੇ ਵਰਣ ਚਿੰਨ ਵਾਲੀ ਗੱਲ ਸਮਾਪਤ ਹੋ ਜਾਂਦੀ ਹੈ। ਚਿੰਨ ਨਹੀਂ ਹੋ ਸਕਦਾ ਉਹਦਾ ਕੋਈ, ਜਿਹਨੂੰ ਅਸੀਂ ਮੰਨਦੇ ਹਾਂ ਨਾ ਸਿੱਖ, ਉਹਦਾ ਵਰਣ ਚਿੰਨ ਹੈ ਨਹੀਂ ਕੋਈ। ਤੇ ਗ੍ਰੰਥ ਦਾ ਵਰਣ ਚਿੰਨ ਹੈਗਾ, ਪੋਥੀ ਦਾ ਉਹਦਾ ਤਾਂ ਵਰਣ ਚਿੰਨ ਹੈਗਾ। ਜਿਹਦੇ ਅਸੀਂ ਪੁਜਾਰੀ ਹਾਂ, ਖਾਲਸਾ ਪੁਜਾਰੀ, ਉਹਦਾ ਵਰਣ ਚਿੰਨ ਨਹੀਂ ਹੈ ਅਕਾਲ ਦਾ, ਅਕਾਲ ਦਾ, ਜਿਹਦੀ ਉਸਤਤੀ ਹੈ, ਜਿਹਦੀ ਉਸਤਤੀ ਹੈ। ਉੱਥੇ ਨਹੀਂ ਜੁੜਿਆ ਖਾਲਸਾ ਜਿੱਥੇ ਜੁੜਨਾ ਚਾਹੀਦਾ ਸੀ। ਬਸ ਆਹੀ ਗੱਲ ਹੋਈ ਹੈ। ਜਿਵੇਂ ਹਿੰਦੂ ਸੀ ਉਵੇਂ ਹੋ ਗਏ। ਵਰਣ ਚਿੰਨ ਕੋਈ ਰੱਖ ਲਿਆ ਜਾਂ ਰੱਖ ਲਿਆ ਗਿਆ, ਕਿਸੇ ਨੇ ਨਹੀਂ ਰੱਖਿਆ। ਇਹ ਗੱਲ ਗਲਤ ਹੈ 100%। ਕਿ ਗੁਰਿਆਈ ਦੇਤੀ ਦੇ ਦੀ ਤਾਂ ਚਾਲ ਸੀ ਹਿੰਦੂਆਂ ਦੀ। ਹਿੰਦੂਆਂ ਦੀ ਵੀ ਨਹੀਂ ਚਾਲ ਸੀ, ਉੱਥੋਂ ਮਜਬੂਰੀ ਸੀ। ਗੁਰਿਆਈ ਦੇਤੀ ਕਹਿਣਾ, ਬੰਦੇ ਬਹਾਦਰ ਨੇ ਜਗਤੀ ਲਾ ਲਈ, ਉਹ ਮਜਬੂਰੀ ਗੱਲ ਫਸ ਗਈ। ਹੁਣ ਉਦੋਂ ਗਲਤੀ ਕਰ ਲਈ, ਝੂਠ ਬੋਲ ਲਿਆ, ਉਹ ਗਲਤੀ ਕੀਤੀ ਹੋਈ, ਉਹ ਗਲਤੀ ਪੱਕ ਗਈ। ਕਹਿੰਦੇ ਨੂੰ ਹੁਣ ਉਹ ਖੜਾ ਨਹੀਂ ਛੱਡਦੀ ਗਲਤੀ। ਹਾਲਾਂਕਿ ਹੋ ਹੀ ਨਹੀਂ ਸਕਦਾ ਕਿ ਉਸ ਗੁਰਬਾਣੀ ਨੂੰ, ਉਸ ਪੋਥੀ ਸਾਹਿਬ ਨੂੰ, ਕਿ ਜੇ ਗੁਰਿਆਈ ਨਾ ਦਿੱਤੀ ਜਾਂਦੀ, ਜਿਵੇਂ ਇਹ ਕਹਿੰਦੇ ਨੇ, ਅਸੀਂ ਕਹਿੰਦੇ ਮੰਨਦੇ ਹਾਂ, ਫਿਰ ਉਹਦੀ ਕੋਈ ਕੀ ਵੈਲਿਊ ਨਹੀਂ ਸੀ। ਫਿਰ ਉਹਦੀ ਕੋਈ ਪੁੱਛ ਨਹੀਂ ਸੀ। ਫਿਰ ਕਿਸੇ ਨੇ ਨਹੀਂ ਸਿਆਣਾ ਇਹਨੂੰ। ਇਹਦੀ ਵੈਲਿਊ ਐਡੀ ਹੋਈ ਰਹਿਣੀ ਸੀ। ਕਬੀਰ ਦੀ ਬਾਣੀ ਦੀ ਵੀ ਵੈਲਿਊ ਓਡੀ ਹੋ ਸੀ, ਚਾਹੇ ਇਹ ਇਕੱਠੀ ਹੋ ਗਈ ਚਾਹੇ ਨਾ ਇਕੱਠੀ ਹੋਈ, ਇਹਦੀ ਵੈਲਿਊ ਓਡੀ ਹੋਈ ਪਹਿਲਾਂ ਜਿੱਦੀ ਸੀ। ਜਿਹੜੇ ਤਾਂ ਸਮਝਦੇ ਨੇ ਉਹਨਾਂ ਵਾਸਤੇ ਤਾਂ ਹੋਰ ਵੈਲਿਊ ਹੈ, ਜਿਹੜੇ ਨਹੀਂ ਸਮਝਦੇ ਉਹਨਾਂ ਵਾਸਤੇ ਹੋਰ ਵੈਲਿਊ। ਜਿਹਨਾਂ ਨੇ ਗੁਰਬਾਣੀ ਸਮਝੀ ਉਹ ਨਹੀਂ। ਜਦੋਂ ਗੁਰੂ ਰਹੇ ਨੇ ਆਪਣੇ ਟਾਈਮ 'ਚ, ਤਾਂ ਉਹਨਾਂ ਨੇ ਗੁਰਬਾਣੀ ਨਾਲੇ ਜੋੜਿਆ ਸਾਨੂੰ। ਗੁਰਬਾਣੀ ਕਿਤੇ ਹੋਰ ਜੋੜਦੀ ਹੈ। ਆਦਮੀ ਗੁਰਬਾਣੀ ਨਾਲ ਜੋੜ ਸਕਦਾ, ਹੋਰ ਕਿਸੇ ਨਾਲ ਨਹੀਂ ਜੋੜ ਸਕਦਾ ਤੁਹਾਨੂੰ। ਆਦਮੀ ਜੇ ਜੋੜੂਗਾ ਗੁਰਬਾਣੀ ਨਾਲ ਜੋੜੂਗਾ। ਅਸੀਂ ਵੀ ਕਹਿੰਦੇ ਗੁਰੂ ਨਾਲ ਜੋੜੋ, ਬਾਣੀ ਨਾਲ ਜੋੜੋ, ਗੁਰਬਾਣੀ ਨਾਲ ਜੋੜੋ। ਗੁਰਬਾਣੀ ਕਿਤੇ ਹੋਰ ਜੋੜਦੀ ਹੈ, ਪਰ ਅਸੀਂ ਕੀ ਕਰਦੇ ਹਾਂ? ਗੁਰਬਾਣੀ ਨੂੰ ਮੱਥਾ ਟੇਕਣ ਨੂੰ ਗੁਰਬਾਣੀ ਨਾਲ ਜੁੜ ਕੇ ਮੰਨ ਲਿਆ। ਇਹ ਗੱਲ ਗਲਤ ਹੈ। ਵੀ ਗੁਰਬਾਣੀ ਨੂੰ ਮੰਨਣਾ, ਹੋਰ ਕਿਤੇ ਬੜੀ ਮਸੀਤ ਤੇ ਜਾਣਾ ਨਹੀਂ ਹੈ, ਗੁਰਬਾਣੀ ਨਾਲ ਜੁੜਨਾ ਨਹੀਂ ਹੈ। ਗੁਰਬਾਣੀ ਕੀ ਕਹਿੰਦੀ ਹੈ, ਕਿੱਥੇ ਜੋੜ ਰਹੀ ਹੈ। ਜੇ ਅਸੀਂ ਟ੍ਰੇਨ 'ਚ ਬੈਠ ਗਏ, ਜਿੱਥੇ ਟ੍ਰੇਨ ਜਾ ਕੇ ਰੁਕੂਗੀ ਉੱਥੇ ਅਸੀਂ ਰੁਕਾਂਗੇ। ਟ੍ਰੇਨ 'ਚ ਬੈਠ ਗਏ, ਅਸੀਂ ਟ੍ਰੇਨ ਨਾਲ ਜੁੜ ਗਏ, ਜਿੱਥੇ ਟ੍ਰੇਨ ਸਾਨੂੰ ਲੈ ਜਾਓ ਉੱਥੇ ਜਾਵਾਂਗੇ ਨਾ। ਜਿੱਥੇ ਗੁਰਬਾਣੀ ਲੈ ਕੇ ਜਾਂਦੀ ਉੱਥੇ ਜਾਓ, ਮੱਥਾ ਟੇਕ ਨਾ ਘਰ ਨੂੰ ਮੁੜਿਓ। ਉਹਨਾਂ ਨੇ ਗੁਰਬਾਣੀ ਨਾਲ ਜੋੜਿਆ। ਜਿਹੜਾ ਗੁਰਬਾਣੀ ਨਾਲ ਜੁੜ ਗਿਆ ਉਹ ਨਾਨਕ ਬਣ ਗਿਆ, ਜਿਹੜਾ ਨਹੀਂ ਜੁੜਿਆ ਰਹਿ ਗਿਆ। ਜਿਹੜਾ ਗੁਰਬਾਣੀ ਨਾਲ ਜੁੜ ਗਿਆ ਸੱਚਖੰਡ ਚਲਾ ਗਿਆ। ਤੁਰਕੀ ਬਾਣੀ ਹੈ ਨਾ। ਤੁਰਕੀ ਬਾਣੀ ਦਾ ਮਤਲਬ ਹੈ ਜੇ ਤੁਰੋਂ ਆਈ ਹੈ ਤੁਰ ਲੈ ਵੀ ਜਾਂਦੀ ਹੈ। ਜੇ ਗੱਡੀ ਬੰਬਈ ਤੇ ਚੱਲੀ ਆ ਤਾਂ ਮੁੜ ਕੇ ਬੰਬਈ ਆਉਣਾ ਵੀ ਹੈ। ਇਵੇਂ ਚੱਲਦੀਆਂ ਨੇ ਗੱਡੀਆਂ। ਜਿਹੜੀ ਗੱਡੀ ਅੰਮ੍ਰਿਤਸਰੋਂ ਚੱਲ ਕੇ ਬੰਬਈ ਜਾਂਦੀ ਹੈ, ਦੂਏ ਦਿਨ ਮੁੜ ਕੇ ਤੀਏ ਦਿਨ ਫਿਰ ਆ ਜਾਂਦੀ ਹੈ, ਫਿਰ ਉੱਥੇ ਚੱਲ ਪੈਂਦੀ ਹੈ। ਇਹੀ ਗੁਰਬਾਣੀ ਕਰ ਰਹੀ ਹੈ, ਇਹੀ ਨਾਮ ਕਰ ਰਿਹਾ ਕੰਮ। ਇੱਥੋਂ ਜਾਂ ਅਸੀਂ ਤੁਰਕੀ ਬਾਣੀ ਕਹਾਂਗੇ, ਤਾਂ ਤੁਰਕੀ ਬਾਣੀ ਦਾ ਮਤਲਬ ਹੈ ਇੱਥੋਂ ਤੁਰ ਤੱਕ ਕੋਈ ਬਦਲਣਾ ਨਹੀਂ ਪੈਣਾ। ਗ੍ਰੰਥ ਹੈ ਵਿਚਾਰਧਾਰਾ। ਕਬੀਰ ਨੂੰ ਬਦਲਣੀ ਪਈ। ਕਬੀਰ ਵਾਲਾ ਫੇਰਦਾ ਸੀ ਨਾ। ਬੁੱਧੂ ਸ਼ਾਹ ਨੂੰ ਬਦਲਣੀ ਪਈ, ਬੁੱਢਣ ਸ਼ਾਹ ਨੂੰ ਬਦਲਣੀ ਪਈ, ਬੰਦੇ ਬਹਾਦਰ ਨੂੰ ਬਦਲਣੀ ਪਈ। ਪਰ ਬੰਦਾ ਬਹਾਦਰ ਫੇਰ ਛਾਲ ਮਾਰ ਕੇ ਉਤਰ ਗਿਆ। ਬਦਲਣੀ ਤਾਂ ਪਈ ਨਾ। ਸਿੱਖ ਨੂੰ ਇਹ ਵਿਚਾਰਧਾਰਾ ਬਦਲਣੀ ਨਹੀਂ ਪੈਂਦੀ, ਧੁਰ ਲੈ ਜਾਂਦੀ ਹੈ। ਅੱਗੇ ਜਾ ਕੇ ਰਸਤਾ ਆਹੀ ਇੱਕੋ ਹੀ ਹੈ। ਪਿੱਛੋਂ ਰਸਤੇ ਹੋਰ ਹੈਗੇ ਨੇ ਜ਼ਰੂਰ।
ਅੱਗੇ ਜਾ ਕੇ ਸਿਰਫ ਇਹੀ ਰਸਤਾ, ਹੋਰ ਕੋਈ ਰਸਤਾ ਨਹੀਂ ਹੈ। ਕਿਸੇ ਗ੍ਰੰਥ ਵਿੱਚ ਹੋਰ ਕੋਈ ਤੁਰਦਾ ਰਸਤਾ ਨਹੀਂ ਦੱਸਿਆ ਹੋਇਆ। ਤੁਰਦਾ ਰਸਤਾ ਇਹ ਦੱਸਿਆ ਹੈ। ਵਰਨ ਚਿਹਨ ਸਭ ਗੁਰਬਾਣੀ ਨਾਲ ਜੁੜਨਾ ਹੈ। ਗੁਰਬਾਣੀ ਨਾਲ ਜੁੜਨ ਦਾ ਮਤਲਬ ਇਹ ਹੈ, ਜੋ ਗੁਰਬਾਣੀ ਕਹਿੰਦੀ ਹੈ ਉਹ ਮੰਨਣਾ ਹੈ, ਉੱਥੇ ਜੁੜਨਾ ਜਿੱਥੇ ਗੁਰਬਾਣੀ ਕਹਿੰਦੀ ਹੈ। ਗੁਰਬਾਣੀ ਨਾਲ ਜੁੜਨ ਦਾ ਮਤਲਬ ਇਹ ਹੈ, ਗੁਰਬਾਣੀ ਸੁਣਨੀ ਹੈ, ਸਮਝਣੀ ਹੈ, ਜਿੱਥੇ ਕਹਿੰਦੀ ਹੈ ਉੱਥੇ ਜੁੜਨਾ। ਜੁੜਨ ਦਾ ਮਤਲਬ ਇਹ ਨਹੀਂ ਵੀ ਗੁਰਬਾਣੀ ਨੂੰ ਮੰਨਣਾ। ਮੰਨਣਾ ਤਾਂ ਹੀ ਮੰਨਣਾ ਜੋ ਕਹਿੰਦੀ ਹੈ। ਹੋਰ ਮੰਨਣਾ ਕੀ ਹੈ? ਇਹ ਮੰਨਣਾ ਨਹੀਂ ਵੀ ਬੰਦਾ ਗੁਰਬਾਣੀ ਨੂੰ ਟੇਕਣਾ, ਹੁਣ ਕਿਤੇ ਟੇਕਣਾ ਨਹੀਂ, ਇਹ ਮੰਨਣਾ ਨਹੀਂ ਹੈ। ਇਹ ਗੁਰਬਾਣੀ ਨਾਲ ਜੁੜਨਾ ਨਹੀਂ ਹੈ। ਜਿਹੜਾ ਜੁੜ ਗਿਆ ਉੱਥੇ ਪਹੁੰਚ ਗਿਆ ਜਿੱਥੇ ਗੁਰਬਾਣੀ ਲੈ ਕੇ ਜਾਂਦੀ ਹੈ। ਜਿੱਥੋਂ ਆਈ ਹੋਈ ਹੈ ਉੱਥੇ ਹੀ ਲੈ ਜਾਂਦੀ ਹੈ, ਉੱਥੇ ਹੀ ਜੋੜ ਦਿੰਦੀ ਹੈ। ਕਿੱਥੇ ਜੋੜਦੀ ਹੈ? ਆਪਣੇ ਮੂਲ ਨਾਲ ਜੋੜਦੀ ਹੈ। ਪਹਿਲਾਂ ਤਾਂ ਕਹਿੰਦੀ ਆਪਣਾ ਮੂਲ ਪਛਾਣ, ਜੋ ਕਹਿੰਦੀ ਆਪਣਾ ਮੂਲ ਪਛਾਣ ਪੇ ਪਛਾਣੋ। ਸੁਣ ਲੈਂਦੇ ਆ, ਕੰਮ ਨਹੀਂ ਕਰਦੇ। ਜੇ ਸੁਣ ਕੇ ਕੰਮ ਕੀਤਾ ਨਹੀਂ, ਮੁੜਨਾ ਜੁੜਿਆ ਹੀ ਨਹੀਂ, ਗੁਰਬਾਣੀ ਨਾਲ ਨਹੀਂ ਜੁੜਿਆ। ਉਹ ਇਹ ਕੰਮ ਨਾ ਜੋੜਨ ਵਾਲੇ ਕਰ ਰਹੇ ਨੇ ਗੁਰਬਾਣੀ ਨੂੰ। ਜਿਹੜੇ ਕਹਿੰਦੇ ਠੇਕਾ ਲੈਂਦੇ ਗੁਰੂ ਨਾਲ ਜੋੜਨ ਵਾਲੇ ਨਾ, ਉਹ ਇਹ ਕੰਮ ਕਰ ਰਹੇ ਨੇ। ਜੋੜਨ ਵਾਲਿਆਂ ਨੇ ਤਾਂ ਕੀ ਕਰਨਾ ਜਦ ਖੁਦ ਹੀ ਨਹੀਂ ਕਰ ਰਹੇ। ਜੇ ਜੋੜਨ ਵਾਲੇ ਨਹੀਂ ਉਹ ਕੰਮ ਕਰ ਰਹੇ, ਜਿਹੜਾ ਗੁਰਬਾਣੀ ਕਹਿੰਦੀ ਹੈ, ਤੇ ਜੋੜਨ ਵਾਲਿਆਂ ਨੇ ਵਿਚਾਰਿਆਂ ਨੇ ਕੀ ਕਰਨਾ? ਜੋੜਨ ਵਾਲੇ ਹੀ ਨਹੀਂ ਕਰ ਰਹੇ ਉਹ ਤਾਂ ਕੰਮ ਜਿਹੜਾ ਗੁਰਬਾਣੀ ਕਹਿੰਦੀ ਹੈ। ਇਸ ਕਰਕੇ ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਚੀਤ, ਇਹ ਠੀਕ ਹੈ ਲਿਖਿਆ ਸੀਗਾ। ਉਹ ਤਾਂ ਕਰੋੜਾਂ ਚੋਂ ਕੋਈ ਇੱਕ ਅੱਧਾ ਹੁੰਦਾ ਹੈ ਜੋੜਨ ਵਾਲਾ, ਬਾਕੀ ਰੌਲਾ ਪਾਉਣ ਵਾਲੇ ਹੁੰਦੇ ਨੇ। ਰੌਲਾ ਪਾਉਣ ਦੇ ਵਿੱਚ ਕੋਈ ਸਰਦਾਰੀਆਂ ਦੀ ਗੱਲ ਹੁੰਦੀ ਹੈ, ਸਿਆਸਤ ਚਮਕਾਉਣ ਦੀ ਗੱਲ ਹੁੰਦੀ ਹੈ, ਗੋਲਕਾਂ ਦੇ ਕਬਜ਼ੇ ਦੀ ਗੱਲ ਹੁੰਦੀ ਹੈ, ਸੰਸਾਰੀ ਚੌਧਰ ਦੀ ਗੱਲ ਹੁੰਦੀ ਹੈ। ਹੋਰ ਕੁਛ ਨਹੀਂ ਹੁੰਦਾ, ਇਹਦੇ ਜ਼ਿਆਦਾ ਕੁਛ ਨਹੀਂ ਹੁੰਦਾ। ਇਹਦੇ ਜ਼ਿਆਦਾ ਕੁਛ ਨਹੀਂ ਹੁੰਦਾ। ਜਿਹਨੇ ਗੁਰਬਾਣੀ ਨਾਲ ਜੁੜਨਾ ਉਹਦਾ ਰੌਲਾ ਹੀ ਨਹੀਂ। ਉਹਨੇ ਆਪ ਜੁੜਨਾ, ਉਹਨੇ ਲੋਕਾਂ ਨੂੰ ਰੌਲਾ ਨਹੀਂ ਪਾਉਣਾ ਹੈ। ਉਹਨੇ ਤਾਂ ਆਪ ਜੁੜਨਾ ਹੈ, ਉਹਨੂੰ ਰੌਲਾ ਪਾਉਣ ਦੀ ਲੋੜ ਨਹੀਂ ਹੁੰਦੀ ਬਹੁਤੀ। ਹਾਂਜੀ। ਵਰਨ ਚਿਹਨ ਸਭ ਹੂੰ ਤੇ ਨਿਆਰਾ, ਵਰਨ ਚਿਹਨ ਸਭ ਹੂੰ ਤੇ ਨਿਆਰਾ। ਵਰਨ ਭੇਖ ਸਾਰਿਆਂ ਦੇ ਨਿਆਰਾ ਹੈ, ਕਿਸੇ ਵਰਨ ਵਿੱਚ ਨਹੀਂ ਹੈ। ਜਿਹੜੇ ਅਸੀਂ ਕਹਿੰਦੇ ਪੰਜੇ ਕਕਾਰ ਪਾਓ, ਇਹ ਪਾਓ, ਉਹ ਪਾਓ, ਉਹ ਇਹਨੂੰ ਪਰੇ ਹੈ। ਇਹ ਤੇ ਵੀ ਨਿਆਰਾ ਉਹ। ਇਹ ਤਾਂ ਜੁੜਨ ਵਾਸਤੇ ਹੈ, ਇਹ ਤਾਂ ਨਿਆਰਾ ਹੋਣ ਵਾਸਤੇ ਭੇਖ ਪਾਇਆ। ਸਰੀਰ ਵੀ ਜਾਂ ਤਿਆਗਣਾ ਤਾਂ ਭੇਖ ਤਾਂ ਪਹਿਲਾਂ ਤਿਆਗਿਆ ਜਾਣ ਨਾਲੇ। ਜੇ ਜਿਉਂਦੇ ਮਰਨਾ ਹੈ, ਜੀਵਤ ਮਰਨਾ, ਸਰੀਰ ਤਿਆਗਿਆ ਗਿਆ ਤਾਂ ਭੇਖ ਸਰੀਰ ਨਾਲ ਰਹਿ ਗਿਆ। ਉਹ ਸਰੂਪ ਵਰਣ ਚਿੰਨ੍ਹ ਤੇ ਨਿਆਰਾ ਹੀ ਹੋ ਜਾਣਾ। ਫਿਰ ਜਨਮ ਪਦਾਰਥ ਜਾਂ ਮਿਲਣਾ ਉਹ ਸਰੂਪ ਦੀ ਗੱਲ ਹੈ। ਰਾਮ ਰਤਨ ਤਾਂ ਪਾਈਏ ਜਦ ਪਹਿਲੇ ਤਜੇ ਸੀ। ਹਾਂ, ਰਾਮ ਰਤਨ ਤਾਂ ਪਾਈਏ ਜਦ ਪਹਿਲੇ ਤਜੇ ਸਰੀਰ। ਉਹ ਸਰੀਰ ਨਾਲ ਹੈ ਤਾਂ ਵਰਣ ਚਿੰਨ੍ਹ। ਜਿਹੜੇ ਵਰਣ ਚਿੰਨ੍ਹ ਤੇ ਜ਼ੋਰ ਦਿੰਦੇ ਨੇ ਉਹ ਇਸ ਦੁਨੀਆ ਦੇ ਵਿੱਚ ਰਹਿ ਜਾਣਗੇ, ਇੱਥੇ ਹੀ ਰਹਿਣਗੇ, ਗਾਹਾਂ ਨਹੀਂ ਜਾ ਸਕਦੇ। ਗਾਹਾਂ ਦਾ ਗੱਲ ਹੀ ਨਹੀਂ ਉਹਨਾਂ ਕੋਲ। ਉਹਦਾ ਆਹੀ ਹੈ ਜਿਵੇਂ ਪੰਡਤ ਔਰ ਮੁਸਲਮਾਨ ਸੀ, ਦੋ ਫਿਰਕੇ ਪਹਿਲਾਂ ਇਹ ਲੜੀ ਜਾਂਦੇ ਸੀ, ਤੀਜੇ ਹੋ ਗਏ ਲੜਨ ਨੂੰ ਵਿਚਾਲੇ। ਹੋਰ ਬਥੇਰੇ ਲੜਨ ਵਾਲੇ। ਉਹਦਾ ਸੰਸਾਰੀ ਲੜਾਈ ਹੈ ਇਹਨਾਂ ਦੀ, ਸੰਸਾਰੀ ਲੜਾਈ ਹੋਈ ਹੈ। ਇਹ ਮਨ ਜਿੱਤਣ ਵਾਲੀ ਲੜਾਈ ਨਹੀਂ ਹੈ। ਜਿੱਤਣਾ ਤਾਂ ਆਪਣਾ ਮਨ ਸੀ, ਲੜਾਈ ਤਾਂ ਆਪਣੇ ਮਨ ਨਾਲ ਸੀ। ਤੇ ਇੱਥੇ ਲੋਕਾਂ ਨਾਲ ਲੜਾਈ ਹੈ। ਗੁਰਬਾਣੀ ਆਪਣੇ ਮਨ ਨੂੰ ਜਿੱਤਣ ਦੀ ਗੱਲ ਕਰਦੀ ਹੈ। ਜਿਹਨੇ ਆਪਣਾ ਮਨ ਜਿੱਤ ਲਿਆ ਉਹਨੇ ਸਾਰਾ ਸੰਸਾਰ ਜਿੱਤ ਲਿਆ। ਜਿਹਨੇ ਆਪਣਾ ਮਨ ਨਹੀਂ ਜਿੱਤਿਆ ਉਹਦਾ ਕੋਈ ਵੀ ਨਹੀਂ ਜਿੱਤ ਹੁੰਦਾ, ਕੁਛ ਵੀ ਨਹੀਂ ਜਿੱਤ ਹੁੰਦਾ। ਹਾਂ, ਝਗੜਾ ਹੈ, ਰੌਲਾ ਪਾਈ ਜਾਓ। ਦੂਆ ਦੂਏ ਦੀ ਨਹੀਂ ਮੰਨਦਾ, ਦੂਆ ਦੂਏ ਦੀ ਨਹੀਂ ਮੰਨਦਾ। ਤੁਸੀਂ ਦੂਏ ਨੂੰ ਬਣਾ ਕੇ ਕੀ ਲੈਣਾ? ਆਪਣਾ ਮਨ ਬਣਾਓ। ਮਨਮੁਖ ਝਗੜਾ ਹੋਰੇ ਪਾਸੇ ਪਾ ਰੱਖਦੇ ਹੁੰਦੇ ਨੇ ਕਿ ਜੇ ਉਹ ਇਹ ਗੱਲ ਕਰਨਗੇ ਫਿਰ ਉਹਨਾਂ ਨੂੰ ਆਪਣਾ ਮਨ ਬਣਾਉਣਾ ਪਊਗਾ। ਹਾਂਜੀ। ਆਦਿ ਪੁਰਖ ਅਦਵੈ ਵਿਕਾਰਾ, ਆਦਿ ਪੁਰਖ ਹੈ ਹੁਕਮ। ਆਦਿ ਪੁਰਖ ਇਹਨੇ ਹੁਕਮ ਰੂਪੇ ਹੋ ਜਾਣਾ। ਜਦ ਇੱਕ ਹੋ ਕੇ ਉਗਣਾ ਉਹਦੇ ਵਿੱਚ ਸਮਾ ਜਾਣਾ ਹੁਕਮ ਚ।
ਗੁਰ ਸ਼ਬਦ ਸਮਾਵੈ ਬੋਲਣਾ ਜਾਣੈ ਕੋਈ ਕੋਈ ਜੀ ਜਿਉ। ਸ਼ਬਦ ਵਿੱਚ ਸਮਾ ਜਾਣਾ, ਸ਼ਬਦ ਚ ਸਮਾ ਕੇ ਇੱਕ ਹੋਣਾ ਨੇ। ਸ਼ਬਦ ਚ ਸਮਾ ਕੇ ਤਾਂ ਇੱਕ ਹੋਣਾ, ਸੱਚਖੰਡ ਦੇ ਵਿੱਚ ਦੀ ਇੱਕ। ਪਹਿਲਾਂ ਇਹਨੇ ਇੱਕ ਬੀਜ ਰੂਪ ਹੋਣਾ, ਪਹਿਲਾਂ ਤਾਂ ਆਪ ਬੀਜ ਰੂਪ ਚ ਇੱਕ ਹੋਣਾ, ਫਿਰ ਸ਼ਬਦ ਦੇ ਵਿੱਚ ਸਮਾ ਕੇ ਹੁਕਮ ਰੂਪ ਹੋ ਜਾਂਦੇ ਨੇ। ਦੇ ਉਹ ਹੈ, ਦੇ ਦਾ ਸ਼ਬਦ ਹੈ। ਹੁਣ ਦੇ ਕਿਹੜੀ ਹੈ? ਹੁਣ ਜਿਹੜਾ ਮਨ ਦਾ ਸ਼ਬਦ ਹੈ ਇਹ ਦੇ, ਇਹ ਝੂਠੀ ਦੇਹੀ ਹੈ। ਮਨ ਦੀ ਦੇਹੀ ਵੀ ਝੂਠੀ ਹੈ। ਬਿਨ ਸਜਾਏ ਛਲਮੇ ਝੂਠੀ ਦੇਹੀ। ਆ ਦੇਹੀ ਝੂਠੀ ਨਹੀਂ ਹੈ ਜਿਹੜੀ ਸਾਡਾ ਸਰੀਰ ਹੈ, ਇਹ ਤਾਂ ਦੀਦੀ ਹੈ, ਤਾਂ ਹੈਗੀ ਹੈ, ਬਣੀ ਹੋਈ ਹੈ। ਇਹ ਠੀਕ ਹੈ ਨਾ ਵੀ ਬਿਨ ਸਜਾਣਾ। ਇਹ ਤਾਂ ਪਤਾ ਹੀ ਹੈ ਨਾ ਬਿਨ ਸਜਾਣਾ ਸਾਰਿਆਂ ਨੂੰ। ਇਹ ਤਾਂ ਪਤਾ ਹੀ ਹੈ। ਜਿਹੜੀ ਗੱਲ ਦਾ ਪਤਾ ਨਹੀਂ ਸੀ ਉਹ ਦੱਸੀ ਹੈ ਗੁਰਬਾਣੀ ਨੇ। ਜਿਹਦਾ ਪਤਾ ਉਹਦਾ ਕੀ ਦੱਸਣਾ ਸੀ, ਉਹਦਾ ਯਾਦ ਕਰਾਈ ਹੈ। ਜਿਹੜੀ ਗੱਲ ਦਾ ਪਤਾ ਉਹ ਤਾਂ ਯਾਦ ਹੀ ਕਰਾਈ ਹੈ। ਉਹਨੂੰ ਦੱਸਣਾ ਨਹੀਂ ਕਹਿੰਦਾ, ਉਹਨੂੰ ਯਾਦ ਕਰਾਉਣਾ ਕਹਿੰਦਾ। ਯਾਦ ਕਰਾਈ ਹੈ ਤਾਂ ਤੇਰੇ ਫੇਰ ਤਾਜੀ ਕਰਾਈ ਹੈ ਵੀ ਭਾਈ ਜਿਹੜਾ ਕਮਾਏਗਾ ਇੱਥੇ ਰਹਿ ਜਾਣਾ। ਪਤਾ ਹੀ ਹੈ ਰਹਿ ਜਾਣਾ, ਲੈ ਕੇ ਕੌਣ ਗਿਆ? ਦੀਦਾ ਹੀ ਹੈ ਸਭ ਰੋਜ਼, ਦੀਦਾ ਸਾਹਮਣੇ ਹੀ ਹੈ। ਇਹ ਤਾਂ ਯਾਦ ਹੈ ਕਰਾਇਆ ਇਹਦੇ। ਝੂਠੀ ਦੇਹੀ ਕਿਹੜੀ ਹੈ? ਜੋ ਮਨ ਦੀ ਕਲਪਨਾ ਝੂਠੀ ਦੇਹੀ ਹੈ। ਜਿੰਨਾ ਚਿਰ ਉਹ ਨਹੀਂ ਬਿਨਸਦੀ, ਉਹ ਦੇਹੀ ਦਾ ਬਿਨਸਣਾ ਹੀ ਇਹਦੇ ਕਾਲ ਦਾ ਬਿਨਸਣਾ। ਉਹ ਦੇਹੀ ਇਹਦਾ ਕਾਲ ਹੈ। ਜਦੋਂ ਕਲਪਨਾ ਮਾਰੀ ਗਈ ਨਾ ਇਹਦੀ, ਬਿਨਸ ਗਈ, ਕਾਲ ਬਿਨਸ ਗਿਆ। ਬਸ ਕਾਲ ਫਿਰ ਖਤਮ। ਫਿਰ ਇਹ ਕਾਲ ਬਣ ਗਿਆ, ਉੱਪਰ ਚਲਾ ਗਿਆ ਕਾਲ ਤੇ। ਇਹਦੀ ਕਲਪਨਾ ਹੀ ਇਹਦਾ ਕਾਲ ਹੈ। ਇਹਦੀ ਮਾਇਆ ਦੀ ਭੁੱਖ ਇਹਦਾ ਕਾਲ ਹੈ। ਮਾਇਆ ਦੀ ਭੁੱਖ ਮਾਇਆ ਛੱਡਣ ਨਹੀਂ ਦਿੰਦੀ। ਮਾਇਆ ਦੀ ਭੁੱਖ ਨਹੀਂ ਮਾਇਆ ਛੱਡਣ ਦਿੰਦੀ, ਸੰਸਾਰ ਛੱਡਣ ਦਿੰਦੀ। ਜਨਮ ਮਰਨ ਉਸ ਇਹੀ ਪਾ ਰੱਖਦੀ ਹੈ ਨਾ। ਉਹ ਭੁੱਖ ਮਰ ਗਈ, ਬਸ ਸੰਸਾਰ ਚੋਂ ਮਰ ਗਿਆ। ਸੰਸਾਰ ਮਨ ਮਰ ਗਿਆ, ਭੁੱਖ ਮਰ ਗਈ, ਮਨ ਮਰ ਗਿਆ। ਕਾਹਦੇ ਨਾਲ ਮਰਿਆ? ਸ਼ਬਦ ਨਾਲ, ਉਪਦੇਸ਼ ਨਾਲ ਮਰਿਆ। ਗੁਰਬਾਣੀ ਦੇ ਉਪਦੇਸ਼ ਨਾਲ। ਸ਼ਬਦ ਮਰਿਆ ਫੁਨ ਜੀਵ ਹੈ, ਬਸ ਫੇਰ ਜੀਵੇ। ਜੀਵੇ ਕਾਹਦੇ ਨਾਲ? ਹੁਕਮ ਨਾਲ ਜੀਵੇ। ਹੁਕਮ ਦੇ ਵਿੱਚ ਰਲ ਜੂਗਾ। ਫਿਰ ਜਿਉਣਾ ਹੋਣਾ ਹੁਕਮ ਨਾਲ। ਮਰਿਆ ਫੁਨ ਜੀਵੇ, ਤਾਂ ਫਿਰ ਮਰਨ ਹੋਈ। ਫਿਰ ਮਰਨ ਕਸ ਨੂੰ ਆਦਿ ਪੁਰਖ ਅਦਵੈ ਅਭਿਕਾਰਾ। ਉਹ ਆਦਿ ਪੁਰਖ ਹੈ। ਅਦਵੈ ਅਭਿਕਾਰਾ ਸ਼ਬਦ ਆਦਿ ਪੁਰਖ ਹੈ, ਅਦਵੈ। ਉਹ ਚ ਦ્વੈਤ ਨਹੀਂ ਹੈ। ਜਦੋਂ ਸ਼ਬਦ ਦੇ ਵਿੱਚ ਪ੍ਰਗਟ ਹੁੰਦਾ ਨਾ ਸ਼ਬਦ ਰੂਪ, ਫਿਰ ਨਾ ਇਹ ਸਿੱਖ ਰਹਿੰਦਾ, ਨਾ ਮੁਸਲਮਾਨ ਰਹਿੰਦਾ, ਨਾ ਹਿੰਦੂ, ਕੁਝ ਵੀ ਨਹੀਂ ਰਹਿੰਦਾ। ਫਿਰ ਇਹ ਸਿੱਖ ਵੀ ਨਹੀਂ ਰਹਿੰਦਾ। ਫਿਰ ਕੁਝ ਵੀ ਨਹੀਂ। ਇਹਦਾ ਰਾਗ ਰੂਪ ਹੀ ਨਹੀਂ ਜਦ ਕੋਈ। ਫਿਰ ਕੋਈ ਰੂਪ ਹੈ, ਫਿਰ ਸਾਂਝਾ ਹੈ ਸਭ ਦਾ। ਫਿਰ ਇਹ ਨਹੀਂ ਵੀ ਇਹਨੂੰ ਸਿੱਖ ਚੰਗਾ ਲੱਗਦਾ ਜਾਂ ਦੂਆ ਸਿੱਖ ਚੰਗਾ ਨਹੀਂ ਲੱਗਦਾ। ਸਾਰੇ ਆਪਣੇ ਨੇ। ਉਹਨਾਂ ਜਿਹੜੇ ਪਰਾਇਆ ਆਪਣਾ, ਜਿੰਨਾ ਚਿਰ ਮਾਇਆ ਨਾਲ ਜੁੜਿਆ ਹੋਇਆ। ਪਰਾਇਆ ਆਪਣਾ ਫਿਰ ਕੀ ਹੈ? ਕੁਝ ਇਹੋ ਜਿਹੀਆਂ ਗੱਲਾਂ ਕਹੀਆਂ ਭਗਤਾਂ ਨੇ ਜਿਹੜੀਆਂ ਉਹਨਾਂ ਦੇ ਧਰਮ ਵਾਲਿਆਂ ਨੂੰ ਨਹੀਂ ਚੰਗੀਆਂ ਲੱਗੀਆਂ। ਲੋਕਾਂ ਰੀਤ ਤੋੜੀ ਨਾ। ਲੋਕਾਂ ਰੀਤ ਤੋੜਦਾ। ਜੇ ਅਸੀਂ ਲੋਕਾਂ ਰੀਤ ਤੋੜੀਏ ਜਿਹੜੀ ਸਿੱਖਾਂ 'ਚ ਪੈ ਗਈ ਤਾਂ ਸਿੱਖ ਤਾਂ ਸਾਨੂੰ ਨਫ਼ਰਤ ਕਰਨਗੇ ਨਾ। ਜੇ ਲੋਕਾਂ ਰੀਤ ਨਾ ਤੋੜੀਏ, ਲੋਕਾਂ ਰੀਤ ਬੰਨਣ ਹੁੰਦੇ ਨੇ, ਬੰਧਨ। ਲੋਕਾਂ ਰੀਤ ਤਾਂ ਬੰਨਣ ਨੇ। ਜੇ ਕੱਟਦੇ ਨਹੀਂ ਤਾਂ ਨਿਰਵੈਰ ਨਹੀਂ ਹੁੰਦੇ। ਬੰਧਨ ਕਾਟ ਪਏ ਨਿਰਵੈਰ। ਜਿਹੜੇ ਬੰਧਨਾਂ ਦੇ ਵਿੱਚ ਨੇ ਨਿਰਵੈਰ ਨਹੀਂ ਹੋ ਸਕਦੇ। ਜਿਹੜੇ ਜੋ ਪੰਜੇ ਕਕਾਰਾਂ ਦੇ ਬੰਨਣਾ ਚ ਨਿਰਵੈਰ ਨਹੀਂ ਹੋ ਸਕਦੇ। ਉਹ ਜਿਹੜੇ ਸਰੀਰ ਦੇ ਬੰਨਣ ਚ ਨਿਰਵੈਰ ਨਹੀਂ ਹੋ ਸਕਦੇ। ਇਹ ਪੰਜ ਕਕਾਰ ਤਾਂ ਨਿਰਵੈਰ ਹੋਣ ਵਾਸਤੇ ਨੇ, ਵੈਰ ਵਿਰੋਧ ਕਰਨ ਵਾਸਤੇ ਨਹੀਂ ਹਨ। ਇਹ ਤਾਂ ਨਿਰਵੈਰਤਾ ਦੀ ਨਿਸ਼ਾਨੀ ਸੀ। ਇਹ ਤਾਂ ਨਿਰਵੈਰ ਹੋਣ ਵਾਸਤੇ ਨੇ।
ਇਹ ਤਾਂ ਉਹ ਨਿਸ਼ਾਨੀ ਹੈ ਵੀ ਇਹ ਪੰਜੇ ਕਕਾਰਾਂ ਵਾਲਾ ਨਿਰਵੈਰ ਹੁੰਦਾ। ਅਸੀਂ ਪੰਜੇ ਕਕਾਰਾਂ ਨੂੰ ਵੈਰ ਵਿਰੋਧ ਦਾ ਕਾਰਨ ਬਣਾ ਲਿਆ। ਅਜੀਬ ਗੱਲ ਹੈ। ਜਿਹੜਾ ਨਿਸ਼ਾਨੀ ਸਾਨੂੰ ਨਿਰਵੈਰ ਕਰਨ ਵਾਸਤੇ ਪਵਾਈ ਸੀ ਉਹਨੂੰ ਵੈਰ ਵਿਰੋਧ ਦਾ ਕਾਰਨ ਬਣਾਈ ਬੈਠੇ ਆ। ਇਹ ਲੋਕਾਂ ਰੀਤ, ਇਹ ਲੋਕਾਂ ਰੀਤ ਹੈ। ਇਹੀ ਤੋੜਨੀ ਹੈ ਲੋਕਾਂ ਰੀਤ। ਤੋੜਾਂਗੇ ਤਾਂ ਦੁੱਖ ਲੱਗੂਗਾ, ਸੱਚ ਬੋਲਾਂਗੇ ਤਾਂ ਭਾਂਬੜ ਮਚੂਗਾ। ਜਿਹੜੇ ਬਣਾਈ ਬੈਠੇ ਨੇ ਉਹਨਾਂ ਨੂੰ ਦੁੱਖ ਲੱਗੂਗਾ। ਇਸ ਗੱਲ ਸੱਚ ਹੈ, ਗੱਲ ਸੱਚ ਹੈ, ਭੇਖ ਨਹੀਂ ਹੈ। ਕੋਈ ਕਹੂ ਨਾ ਭੇਖ ਪੀਜੂ, ਦਸਮ ਭਾਸ਼ਾ ਕਹਿ ਰਹੇ ਨੇ। ਸੱਚਖੰਡ ਤੋਂ ਆਵਾਜ਼ ਆ ਰਹੀ ਹੈ ਜਿਹੜੀ ਬੋਲ ਰਹੇ ਨੇ। ਕਹਿੰਦੇ ਅਸੀਂ ਕਿਸੇ ਭੇਖ ਨੂੰ ਦੇ ਨਾਲ ਸਾਡੇ ਤੇ ਅਸਰ ਨਹੀਂ ਹੁੰਦਾ। ਫਿਰ ਤੁਹਾਡੇ ਕਕਾਰ ਤਾਂ ਇੱਥੇ ਹੀ ਰਹਿ ਗਏ। ਕਕਾਰ ਨਾਲ ਨਹੀਂ ਬਚਦਾ ਕੋਈ। ਇਹ ਤਾਂ ਸਿਰਫ ਨਿਸ਼ਾਨੀ, ਜੇ ਤਾਂ ਕਕਾਰ ਨਿਸ਼ਾਨੀ ਨੇ ਵੈਰ ਵਿਰੋਧ ਖਤਮ ਕਰਨ ਦੇ, ਫਿਰ ਉਸ ਗੱਲ ਨਾਲ ਭਿੱਜੇ ਨੇ ਜਿਹੜੀ ਤੁਹਾਡੇ ਅੰਦਰ ਗੱਲ ਹੈ। ਵੈਰ ਵਿਰੋਧ ਨਹੀਂ ਹੈ, ਉਸ ਭਾਵਨਾ ਨਾਲ ਭਿੱਜੇ ਨੇ। ਵੈਰ ਵਿਰੋਧ ਖਤਮ ਕਰਨ ਵਾਲੀ ਜਿਹੜੀ ਭਾਵਨਾ ਉਹਦਾ ਅਸਰ ਪਿਆ, ਨਾ ਕਿ ਕਕਾਰਾਂ ਦਾ ਪਿਆ ਅਸਰ। ਅਸੀਂ ਕਕਾਰਾਂ ਦਾ ਅਸਰ ਲੈਣਾ ਵੀ ਜੇ ਅਸੀਂ ਕਕਾਰ ਪਾਏ ਨੇ ਅਸੀਂ ਵੈਰ ਵਿਰੋਧ ਤਿਆਗਣਾ। ਅਸੀਂ ਆਪਣੇ ਵਾਸਤੇ ਲੈਣਾ, ਆਪਣੇ ਮਨ ਵਾਸਤੇ ਲੈਣਾ। ਤੈਂ ਕਕਾਰ ਧਾਰਨ ਕੀਤੇ ਨੇ, ਤੈਂ ਵੈਰ ਵਿਰੋਧ ਤੋਂ ਪਰੇ ਜਾਣਾ। ਤੂੰ ਨਹੀਂ ਰੱਖ ਸਕਦਾ ਵੈਰ ਵਿਰੋਧ। ਨਹੀਂ ਕਕਾਰ ਲਾ ਦੇ, ਨਹੀਂ ਲਾ ਦੇ। ਸਿੱਖੀ ਲਾ ਦੇ, ਪਰੇ ਕਰ ਦੇ ਸਿੱਖੀ ਨੂੰ। ਜੇ ਵੈਰ ਵਿਰੋਧ ਦੇ ਵਿੱਚ ਰਹਿਣਾ, ਸਿੱਖੀ ਦੇ ਪਰੇ ਹੋ ਜਾ। ਤੂੰ ਕਹੀ ਜਾ ਅਸੀਂ ਸਿੱਖਾਂ, ਤੂੰ ਦਰਗਾਹ ਪ੍ਰਮਾਣ ਨਹੀਂ, ਗੁਰੂ ਕੋਲ ਪ੍ਰਮਾਣ ਨਹੀਂ ਹੈ ਸਿੱਖ। ਭੁਲੇਖੇ ਜਾ ਤੂੰ ਬਹੁਤ ਬੜੇ ਚ ਮੈਂ ਸਿੱਖਾਂ, ਇਹ ਭੁਲੇਖਾ ਲਾ ਦੇ। ਇਹ ਕਕਾਰਾਂ ਨੇ ਕੁਛ ਨਹੀਂ ਦੋਣਾ ਤੈਨੂੰ ਜੇ ਤੂੰ ਵੈਰ ਵਿਰੋਧ ਦਾ। ਸਗੋਂ ਭੁੱਲ ਜਾਵੇਂ ਗੁਰੂ ਦਾ। ਨਾਲੇ ਵਰਦੀ ਪਾਈਆਂ ਪੁਲਿਸ ਦੀ, ਨਾਲੇ ਡਕੈਤੀਆਂ ਮਾਰਦਾ। ਪੁਲਿਸ ਦੀ ਵਰਦੀ ਪਾ ਕੇ ਡਕੈਤੀਆਂ ਮਾਰੀ ਦੀਆਂ ਨੇ। ਇੱਕੋ ਜਿਹਾ ਇਨਸਾਫ ਕਰੀਦਾ। ਤੇਰਾ ਮੁੰਡਾ ਡਕਾਇਆ ਤਾਂ ਗੋਲੀ ਉਹਦੇ ਵੀ ਉਹੀ ਮਾਰ। ਜੱਤਵਾਦੀ ਹੈ ਚਾਹੇ ਤੇਰਾ ਹੀ ਮੁੰਡਾ, ਜੱਤਵਾਦੀ ਹੈ, ਗੋਲੀ ਉਹਦੇ ਵੀ ਮਾਰ। ਜੇ ਦੂਏ ਦੇ ਮਾਰਦਾ ਉਹਦੇ ਵੀ ਮਾਰ। ਫਿਰ ਕਾਹਦਾ ਤੇਰਾ ਕਾਹਦਾ ਰਹਿ ਗਿਆ? ਉਹ ਨਾਨਕ ਦੇ ਕਾਹਦੇ ਰਹਿ ਗਏ? ਨਾਨਕ ਨੇ ਚੱਕ ਕੇ ਗੁਰਿਆਈ ਜੀ ਨੂੰ, ਜਿਹੜਾ ਕਾਬਲ ਸੀ ਉਹਨੂੰ ਦੇ ਦਿੱਤੀ। ਉੱਥੇ ਆਪਣਾ ਪਰਾਇਆ ਨਹੀਂ ਹੈ ਕੋਈ। ਜਿੱਥੇ ਆਪਣਾ ਪਰਾਇਆ ਉੱਥੇ ਕਕਾਰ ਬੇਕਾਰ ਨੇ। ਇਹ ਦਿਖਾਵਾ ਫਿਰ ਤਾਂ ਦਿਖਾਵਾ। ਆਦ ਪੁਰਖ ਅਦਵੈ ਅਭਿਕਾਰਾ। ਆਦ ਪੁਰਖ ਅਦਵੈ ਅਭਿਕਾਰਾ। ਆਦ ਪੁਰਖ ਹੈ। ਆਦ ਪੁਰਖ ਦੇ ਨਾਲ ਤੈ ਜਾਣਾ, ਰਲਣਾ। ਆਦ ਪੁਰਖ ਜਿਹੋ ਜਿਹਾ ਉਹ ਜਿਹਾ ਹੀ ਖਾਲਸਾ ਚਾਹੀਦਾ। ਕਹਿੰਦੇ ਨਾ ਆਵੇਂ ਮੁਝ ਮੈਂ ਤਾਸ ਮੈਂ ਰੰਚਕ ਨਹੀਂ ਨਾ ਭੇਵ। ਪਰਮੇਸ਼ਰ ਜੇ ਮੇਰੇ ਚਾਰ ਮੇਰੇ ਖਾਲਸੇ 'ਚ ਕੋਈ ਫਰਕ ਨਹੀਂ ਹੈ। ਇੱਕ ਗੱਲ ਫੇਰ ਗੱਲ ਬਣਦੀ ਹੈ ਨਾ। ਆਵਾਂ ਹੈ ਮੁਝ ਮੈਂ ਤਾਸ ਮੈਂ ਰੰਚਕ ਨਹੀਂ ਨਾ ਭੇਵ। ਇੱਕ ਰੰਚਕ ਜਿੰਨਾ ਵੀ ਭੇਵ ਨਹੀਂ, ਫਰਕ ਨਹੀਂ। ਤੇ ਉਹ ਜਿਹੇ ਬਣ ਗਏ ਫਿਰ। ਹਾਂਜੀ। अविकारा। अविकारा, विकारा तो रहता है। वैर विरोध का विकार है, लोभ का विकार है, अपना पराया का विकार है। विकार ने अविकारा, ना कोई बैरी ना है बेगाना। सगल संग हमको बन आई। ये गल कहती है गुरबाणी, ये मननी है, पढ़नी नहीं है। पढ़नी एक बार पढ़ ली बथेरी है, पढ़ ली एक बार ही बहुत है। फिर तो टाइम मन मनाउण ते लाओ, रोज पाठ करने की कोई लोड़ नहीं। रोज पाठ कदे करना, कदे वास्ते करना पाठ? जब मनना रहे नहीं फिर कदे वास्ते करना? जिहड़ी चीज़ मननी ही नहीं है फिर तोता रटण वाली गल करनी है। एक बार सुन लिया बथेरा। फटफट गड्डी लदी है, ये तां ही लिखिया सी। फटफट गड्डी लदी है की मतलब है? ये कुछ कर रहे सी पिछे, तुसीं भी उही काम कर लांगे, असीं भी उही काम कर लांगे। प्रमाण किवें हो जांगे?
ਇਹ ਨਹੀਂ ਹੈ ਰਿਆਇਤ ਕਿਸੇ ਨਾਲ ਕੋਈ ਨਹੀਂ। ਰਿਆਇਤ ਕਾਹਦੇ ਨਾਲ ਹੋਣੀ ਸੀ? ਕਿਸੇ ਨਾਲ ਵੀ ਕੋਈ ਰਿਆਇਤ ਨਹੀਂ। ਜੋ ਗੁਰਬਾਣੀ ਹੈ ਸਭ ਵਾਸਤੇ ਇੱਕੋ ਹੀ ਹੈ। ਇਹ ਨਹੀਂ ਆ ਵੀ ਸਿੱਖਾਂ ਵਾਸਤੇ ਕੋਈ ਰਿਆਇਤ ਹੈ ਇਹਦੇ 'ਚ। ਹਾਂ ਸਿੱਖ ਦਾ ਸਗੋਂ ਮੁਲਜ਼ਮ ਹੈ ਜੇ ਸਿੱਖ ਬਣ ਕੇ ਵੀ ਇਹ ਪ੍ਰਚਾਰ ਕਰਦਾ, ਠੇਕਾ ਲੈ ਕੇ ਵੀ ਤੂੰ ਨਹੀਂ ਕਰਦਾ, ਤੂੰ ਤਾਂ ਸਗੋਂ ਜ਼ਿਆਦਾ ਮੁਲਜ਼ਮ। ਪੜਿਆ ਹੋਵੇ ਗੁਨਾਹਗਾਰ, ਉਮੀ ਸਾਧਨਾ ਮਾਰੀ, ਉਮੀ ਸਾਧਨਾ ਮਾਰੀ। ਤੂੰ ਤਾਂ ਪੜਿਆ ਹੈ, ਤੂੰ ਤਾਂ ਗੁਨਾਹਗਾਰ ਜ਼ਿਆਦਾ ਹੈ। ਫਿਰ ਜਿਹੜੇ ਬਾਣੀ ਪੜ੍ਹਦੇ ਨੇ ਗੁਨਾਹਗਾਰ ਜ਼ਿਆਦਾ ਨੇ। ਮਤ ਸੋਚਣ ਵੀ ਸਾਡਾ ਕੋਈ ਰਿਆਇਤ ਹੋਊਗੀ। ਰਿਆਇਤ ਕੋਈ ਨਹੀਂ ਹੋਣ ਵਾਲੀ ਕਿਸੇ ਨੂੰ। ਜਵਾਬ ਦੇਣਾ ਔਖਾ ਹੋ ਜਾਊਗਾ ਜੇ ਨਹੀਂ ਮੰਨਦੇ, ਜਵਾਬ ਦੇਣਾ ਔਖਾ ਹੋ ਜਾਊਗਾ। ਜਿਹੜੇ ਨਹੀਂ ਪੜ੍ਹੇ ਉਹਨਾਂ ਨੂੰ ਸੌਖਾ ਜਵਾਬ ਦੇਣਾ ਵੀ ਸਮਝ ਨਹੀਂ ਆਈ, ਸਾਨੂੰ ਤਾਂ ਉਲਟਾ ਸਮਝਾ ਦਿੱਤਾ, ਅਸੀਂ ਤਾਂ ਪੜ੍ਹਿਆ ਹੀ ਨਹੀਂ ਹੈ। ਔਖਾ ਹੋ ਜਾਊਗਾ ਜਵਾਬ ਦੇਣਾ। ਉਹਨਾਂ ਨੂੰ ਔਖਾ ਹੋਊ ਜਿਹੜੇ ਮੂਹਰੇ ਨੇ, ਦੂਜਿਆਂ ਨੂੰ ਸੌਖਾ ਜਵਾਬ ਦੇਣਾ। ਵਰਨ ਚਿਹਨ ਜਿਹ ਜਾਤ ਨਾ ਪਾਤਾ, ਨਾ ਬੋਲਣਾ ਨਾ ਚਿੰਨਾ ਨਾ ਜਾਤ ਹੈ ਨਾ ਪਾਤ ਹੈ। ਜਾਤ ਵੀ ਕੋਈ ਨਹੀਂ ਹੈ। ਜਾਤ ਦਾ ਉੱਥੇ ਕੀ ਕਹੂੰ? ਇਹ ਤਾਂ ਸਭ ਪੰਡਤ ਦੀਆਂ ਬਣਾਈਆਂ ਹੋਈਆਂ ਨੇ। ਪੰਡਤ ਦਾ ਜੂੜਾ ਸੀ ਲਾਹ ਕੇ ਪਰੇ ਮਾਰਿਆ। ਹਾਂ ਸਪਸ਼ਟ ਰੂਪ ਦੇ ਵਿੱਚ ਜਾਤ ਪਾਤ ਪੰਡਤ ਦੀ ਬਣਾਈ ਹੋਈ ਹੈ, ਲਾ ਕੇ ਉਹ ਮਾਰੀ ਇੱਕੋ ਹੀ ਲਾਈਨ 'ਚ। ਇਹੋ ਜਿਹੀ ਗੱਲ ਗੁਰਬਾਣੀ ਨਹੀਂ ਕਰ ਰਹੀ ਆਦ ਦੇ ਵਿੱਚ ਇੰਨੀ ਸਪਸ਼ਟ ਜਿੰਨੀ ਇੱਥੇ ਹੋ ਰਹੀ ਹੈ। ਇਹਨਾਂ ਨੂੰ ਕੀ ਪਤਾ ਅਸਲ ਦੇ ਵਿੱਚ ਇਹ ਗੱਲ ਮੰਨਣੀ ਔਖੀ ਹੈ, ਤਾਂ ਭਜਦੇ ਨੇ। ਤੋਂ ਜਿਹੜੇ ਭਜਦੇ ਨੇ ਨਾ ਸਿੱਖ ਤਾਂ ਹਲੇ ਨਹੀਂ ਹੋ ਨਾ, ਉਹਨਾਂ ਨੇ ਸਿੱਖ ਬਣਨਾ। ਉਹਨਾਂ ਨੇ ਸਿੱਖ ਬਣਨਾ ਹੀ ਨਹੀਂ ਹੈ। ਸਪਸ਼ਟ ਗੱਲ ਕਰ ਰਹੀ ਹੈ ਨਾ, ਜਾਤ ਨਾ ਪਾਤਾ। ਛਤਰ ਮਿੱਤਰ ਜਿਹ ਤਾਤ ਨ ਮਾਤਾ, ਸ਼ਤਰੂ ਨਹੀਂ ਕੋਈ, ਉਹਦਾ ਕੋਈ ਮਿੱਤਰ ਨਹੀਂ। ਹੁਣ ਜਿਹਦਾ ਸ਼ਤਰੂਆਂ ਨੂੰ ਮਿੱਤਰ ਨਹੀਂ ਹੈ, ਨਾ ਤਾਤ ਹੈ ਨਾ ਬਾਪ ਹੈ ਨਾ ਮਾਂ ਹੈ ਸੰਸਾਰ 'ਚ। ਕੋਈ ਤੋੜ ਦੂ ਰਿਸ਼ਤੇ? ਕਿਹਨੇ ਤੋੜੇ ਨੇ? ਜੇ ਤੋੜੇ ਨੇ ਉਹਦੇ ਬਾਅਦ ਸਿੱਖ ਹੈ। ਜਿਵੇਂ ਕਬੱਡੀ ਖੇਡਣੇ ਵਾਲੇ ਜਿਹੜੇ ਆ ਗਏ ਨਾ ਖਾੜੇ 'ਚ, ਉਹੀ ਖੇਡਣੇ ਨੇ। ਕੱਪੜੇ ਲਾ ਕੇ ਆ ਗਏ ਖਾੜੇ 'ਚ। ਜਿਹੜਾ ਆ ਗਿਆ ਇਹ ਕੁਝ ਕਰਕੇ ਖਾੜੇ 'ਚ ਆਇਆ, ਜੋ ਉੱਥੇ ਜਿੱਤ ਹਾਰ ਜੋ ਫੇਰ ਹੋਣੀ ਹੈ। ਅਜੇ ਤਾਂ ਖਾੜੇ 'ਚ ਵੜਿਆ ਇਹ ਕੁਝ ਕਰਕੇ। 70 ਮਿੱਤਰ ਤਿਆਗ ਕੇ, ਤਾਤਮਾਤ ਤਿਆਗ ਕੇ ਤਾਂ ਜੋ ਖਾੜੇ 'ਚ ਵੜਿਆ ਹੈ। ਨਹੀਂ ਤਾਂ ਖਾੜੇ ਦੇ ਬਾਹਰ ਖੜੇ ਹੋ ਤੁਸੀਂ ਸਾਰੇ ਸਿੱਖ ਸਿੱਖ ਰੌਲਾ ਪਾਈ ਜਾਂਦੇ ਹੋ। ਅਜੇ ਉਹ ਖਾੜੇ 'ਚ ਵੜਿਆ ਜਿੱਤ ਹਾਰ ਦਾ ਜੋ ਪਤਾ ਨਹੀਂ ਕੀ ਹੋਣਾ। ਜਿਹੜਾ ਭਲਵਾਨ ਖਾੜੇ 'ਚ ਵੜਿਆ ਕੀ ਪਤਾ ਜੋ ਗਾਹਾਂ ਕੀ ਹੋਣਾ। ਉਹ ਖਾੜੇ 'ਚ ਬੜੇ ਨਹੀਂ, ਤੁਸੀਂ ਗੱਲਾਂ ਮਾਰੀ ਜਾਂਦੇ ਸਿੱਖੀ ਦੀਆਂ। ਬੜੇ ਬੜੇ ਦਾਅਵੇ ਕਰੀ ਜਾਂਦੇ ਹੋਈ ਖਾਮ ਖਾਦੇ ਬੇਮਤਲਬ ਦੇ। ਉਹਨਾਂ 'ਚੋਂ ਹੀ ਛਾਂਟੀ ਆਉਣੀਆਂ ਜਿਹੜੇ ਖਾੜੇ 'ਚ ਬੜੇ ਨੇ। ਉਹਨੇ ਜੋ ਪਤਾ ਲੱਗੂਗਾ 19-20 ਦਾ, ਕਿਹੜਾ 19 ਹੈ, ਕਿਹੜਾ 15 ਹੈ, ਕਿਹੜਾ 18 ਹੈ, ਕਿਹੜਾ 20 ਹੈ। ਉੱਥੇ ਹੀ ਪਤਾ ਲੱਗੂ। ਉਹਨਾਂ 'ਚ ਹੋਊ ਜੇ ਕੋਈ ਪਾਸ ਹੋਇਆ। ਬਾਕੀ ਤਾਂ ਇਮਤਿਹਾਨ ਜਿਨ੍ਹਾਂ ਨੇ ਇਮਤਿਹਾਨ ਨਹੀਂ ਦਿੱਤਾ ਉਹਨਾਂ ਦਾ ਫੇਲ ਪਾਸ ਦਾ ਕੀ ਮਤਲਬ? ਸਾਰੇ ਪਾਸ ਨੇ। ਜਦ ਪਰਚੇ ਨਹੀਂ ਦਿੱਤੇ ਤਾਂ ਸਾਰੇ ਪਾਸ ਨੇ। ਫੇਲ ਤਾਂ ਕੋਈ ਵੀ ਨਹੀਂ ਉਹਨਾਂ 'ਚੋਂ। ਫੇਲ ਤਾਂ ਹੋਊ ਜੇ ਪਰਚਾ ਦਊਗਾ, ਉਹ ਤਾਂ ਪਾਸ ਨੇ ਸਾਰੇ। ਉਹਨਾਂ ਦਾ ਨਹੀਂ ਰੌਲਾ। ਤਾਂ ਹੀ ਉਹ ਆਪਣੇ ਆਪ ਨੂੰ ਸਿੱਖ ਬੰਨੀ ਬੈਠੇ ਨੇ। ਉਹ ਕਿਹੜਾ ਪਰਚਾ ਦਿੱਤਾ? ਖਾੜੇ 'ਚ ਵੜਿਆ ਕੋਈ ਨਹੀਂ, ਪਰਚਾ ਦਿੱਤਾ ਕੋਈ ਨਹੀਂ। ਲੈਵਲ ਲਾ ਲਏ ਬੜੇ ਬੜੇ ਬ੍ਰਹਮ ਗਿਆਨੀਆਂ ਦੇ ਲੈਵਲ ਪਹਿਲਾਂ ਹੀ ਲਾ ਲਏ, ਸੰਤਾਂ ਦੇ ਲੈਵਲ ਪਹਿਲਾਂ ਹੀ ਲਾ ਲਏ। ਖਾੜੇ 'ਚ ਕੋਈ ਵੀ ਨਹੀਂ ਵੜਿਆ ਜੇ। ਹਾਂਜੀ। ਛਤਰ ਮਿੱਤਰ ਜਿਹ ਤਾਤ ਨ ਮਾਤਾ, 70 ਸ਼ਤਰੂ ਨਹੀਂ ਕੋਈ, ਕੋਈ ਮਿੱਤਰ ਨਹੀਂ ਹੈ। ਹੱਥ ਰੱਖ ਕੇ ਦੇਖਣਾ ਆਪਣੇ ਸ਼ਤਰੂ ਮਿੱਤਰ ਹੈ ਨਹੀਂ। ਜੇ ਸ਼ਤਰੂ ਮਿੱਤਰ ਹੈਗਾ ਜੋ ਖਾੜੇ 'ਚ ਨਹੀਂ ਬੜੇ, ਪਹਿਲਾਂ ਤਿਆਗ ਦੋ ਫਿਰ ਬਣ ਦੇਣਗੇ ਖਾੜੇ 'ਚ। ਸਭ ਨੂੰ ਨਹੀਂ ਬਣ ਦਿੰਦੇ ਉੱਥੇ। ਟੈਸਟ ਪਹਿਲਾਂ ਹੀ ਲਾ ਲੈਂਦੇ। ਓਹੋ ਅੰਦਰ ਬਣਦੇ ਆਪਾਂ VIP ਲੋਕ ਆਏ ਹੁੰਦੇ ਨੇ, ਪਹਿਲਾਂ ਗੇਟ ਦੇ ਤਲਾਸ਼ੀ ਲੈ ਲੈਂਦੇ ਨੇ। ਪਹਿਲਾਂ ਚੈੱਕ ਕਰਕੇ ਖਾੜੇ 'ਚ ਵੜੂਗਾ ਕੋਈ।
ਹਾਂਜੀ ਸਭ ਤੇ ਦੂਰ ਇਹ ਟੈਸਟ ਹੈ, ਆ ਜਿਹੜਾ ਟੈਸਟ ਹੈ ਖਾੜੇ 'ਚ ਵੜਨ ਦਾ, ਇਹ ਟੈਸਟ ਹੈ। ਜਿਹੜਾ ਇਹ ਟੈਸਟ ਦੇ ਦੂਗਾ ਉਹ ਜੋ ਖਾੜੇ 'ਚ ਵੜਿਆ ਸਮਝੋ ਪਾਸ ਨਹੀਂ ਹੋ ਗਿਆ ਉਹ। ਫਿਰ ਦੇਖਣਗੇ ਵੀ ਕਿੰਨੇ ਪਰਸੈਂਟ ਤੇ ਆ ਗਿਆ, ਕੋਈ 1% ਵਿੱਚ ਹੈ ਤਾਂ ਨਹੀਂ, ਅਜੋ ਹੋਰ ਬਹੁਤ ਕੁਛ ਹੈਗਾ। ਗਾਂ ਕਿਤੇ 70 ਮਿੱਤਰ ਤਿਆਗਣ ਤੇ ਕਿਤੇ ਗੱਲ ਬਣ ਜੂਗੀ। ਇਹਨਾਂ ਨੂੰ ਤਾਂ ਸਾਰੇ ਕਾਂਗਰਸ ਲੱਗ ਰਹੇ। ਸਭ ਤੇ ਦੂਰ ਸਭਨ ਤੇ ਨੇਰਾ, ਸਭ ਤੇ ਦੂਰ ਸਬਰ ਤੇ ਨੇੜਾ। ਜੇ ਤਾਂ ਬਾਹਰੋਂ ਟੋਲੋਗੇ ਫਿਰ ਤਾਂ ਇੰਨਾ ਦੂਰ ਹੈ ਲੱਭਣਾ ਹੀ ਨਹੀਂ। ਸਭ ਕੁਝ ਨੇੜੇ ਹੈ, ਚੰਦਰਮਾ ਸੂਰਜ ਸਭ ਕੁਝ ਨੇੜੇ ਹੈ ਜੇ ਬਾਹਰੋਂ ਟੋਲੋਗੇ। ਜਿੰਨੀ ਸ੍ਰਿਸ਼ਟੀ ਆ ਸਭ ਕੁਝ ਨੇੜੇ ਹੈ, ਉਦੋਂ ਦੂਰ ਹੈ ਉਹ, ਕਿਉਂਕਿ ਰਚਨਾ ਤੋਂ ਪਰੇ ਹੈ ਨਾ, ਭਵ ਸਾਗਰ ਤੋਂ ਪਰੇ ਹੈ ਨਾ। ਜੇ ਬਾਹਰੋਂ ਜਾਓਗੇ ਭਵ ਸਾਗਰ ਤੋਂ ਪਰੇ ਹੈ, ਚਲੇ ਜਾਓ ਕਿੰਨੀ ਦੂਰ ਹੈ ਭਵ ਸਾਗਰ। ਪਹਿਲਾਂ ਹੱਦ ਭਵ ਸਾਗਰ ਦੀ ਤੈਅ ਕਰ ਲਓ, ਫਿਰ ਕਹਾਂ ਚਲੇ ਜਾਓ। ਇੱਧਰ ਦੀ ਤਾਂ ਹੋ ਗਿਆ ਦੂਰ। ਸਭਨ ਤੇ ਨੇਰਾ, ਜੇ ਅੰਦਰ ਨੂੰ ਝਾਕੋਗੇ ਫਿਰ ਸਭ ਤੇ ਨੇੜੇ, ਅੰਦਰ ਹੈ ਹੀ ਨਹੀਂ ਹੋਰ ਕੁਝ ਉਹਦੇ ਬਿਨਾਂ। ਅੰਦਰ ਰਾਹ ਜਾਉਣਾ ਹੀ ਕੁਝ ਨਹੀਂ, ਅੰਦਰ ਨਹੀਂ ਕੋਈ ਆਉਂਦਾ ਹੈ, ਅੰਦਰ ਸਿੱਧਾ ਹੀ ਉਹ ਆਪੇ ਹੈ। ਅੰਦਰ ਦੀ ਨੇੜੇ ਹੈ, ਬਾਹਰ ਦੀ ਸਭ ਤੋਂ ਦੂਰ ਹੈ। ਕਿਹੜੇ ਰਸਤੇ ਜਾਣਾ ਹੈ ਕਿਸੇ ਨੇ, ਕਿਹੜੇ ਰਸਤੇ ਨਹੀਂ ਜਾਣਾ ਇਹ ਉਹ ਸੋਚ ਲਵੇ। ਦੂਰ ਵਾਲੇ ਰਾਹ ਜਾਣੇ, ਨੇੜੇ ਵਾਲੇ ਜਾਣੇ। ਦੂਰ ਵਾਲੇ ਰਾਹ ਜਿੱਥੇ ਕੋਈ ਪਹੁੰਚਿਆ ਨਹੀਂ ਹੈ, ਦੂਰ ਵਾਲੇ ਰਾਹ ਨਹੀਂ ਪਹੁੰਚਿਆ ਕੋਈ। ਜਿੰਨੇ ਪਹੁੰਚੇ ਨੇੜੇ ਵਾਲੇ ਰਾਹ, ਫਿਰ ਅਕਲਮੰਦ ਕਾਹਦਾ ਹੈ ਜਿਹੜਾ ਨੇੜੇ ਵਾਲਾ ਰਾਹ ਛੱਡ ਕੇ ਦੂਰ ਵਾਲੇ ਪਵੇ। ਦੂਰ ਵਾਲੇ ਰਾਹ ਪੈਣ ਵਾਲਾ ਕੋਈ ਅਕਲਮੰਦ ਹੈ। ਹਾਂ ਦੂਰ ਵਾਲੇ ਰਾਹ ਜਾਂਦੇ ਨੇ ਸਾਇੰਸਦਾਨ, ਰਾਕਟ ਲੈ ਲੈ ਦੇਖਾਂਗੇ ਜਿਹੜਾ ਪਹੁੰਚ ਜੂ ਉੱਥੇ। ਇਹ ਜਾਂਦੇ ਨਾ ਉੱਤੇ ਨੂੰ, ਮਾਇਆ ਪਾਰ ਕਰ ਜਾਣ, ਦੇਖ ਲਾਂਗੇ ਫਿਰ ਜਿਹੜਾ ਕਰ ਜੂਗਾ। ਦੂਰ ਤਾਂ ਆਈ ਆ, ਮਾਇਆ ਪਾਰ ਕਰਨੀ ਹੈ, ਕਰ ਜੋ ਮਾਇਆ ਪਾਰ। ਫਿਰ ਦੇਖ ਲਾਂਗੇ ਕੋਈ ਕਰ ਗਿਆ ਤਾਂ ਦੱਸ ਦੇਣਾ ਆ ਕੇ ਵੀ ਉਹਦਾ ਵੀ ਕਰ ਗਿਆ। ਜਲ ਥਲ ਮਹੀਲ ਜਾਹੇ ਬਸੇਰਾ, ਜਲ ਥਲ ਮਹੀਲ ਜਾਹੇ ਬਸੇਰਾ। ਜਿਹਦਾ ਜਲ ਥਲ, ਜਲ ਵਿੱਚ ਥਲ ਵਿੱਚ ਮਹੀਲ, ਹੁਕਮ ਦਾ ਸਾਰੇ ਹੀ ਬਸੇਰਾ ਹੈ। ਹੁਕਮ ਦਾ ਬੰਦਾ ਹੀ ਸਭ ਕੁਝ ਖੜਾ ਹੈ। ਪੈ ਵਿੱਚ ਹੈ ਹੁਕਮ ਦੀ, ਪੈ ਵਿੱਚ ਹੈ ਸਭ ਕੁਝ, ਸਾਰਿਆਂ ਦੇ ਵਿੱਚ ਬਸੇਰਾ ਹੁਕਮ ਦਾ। ਅਨਹਦ ਰੂਪ ਅਨਾਹਦ ਬਾਣੀ, ਬਾਣੀ ਹੈ। ਦੇਖੋ ਕੀ ਆ ਉਹਦਾ ਰੂਪ ਦੱਸਿਆ, ਹੁਣ ਉਹ ਹੈ ਕੀ? ਫਿਰ ਜੇ ਆ ਨਹੀਂ ਉਹਦਾ ਰੂਪ ਰੇਖ ਨਹੀਂ, ਉਹ ਨਹੀਂ, ਫਿਰ ਹੈ ਕੀ? ਸਵਾਲ ਹੈ ਕੀ? ਅਨਾਹਦ ਰੂਪ ਹੈ ਉਹਦਾ, ਰੂਪ ਤਾਂ ਉਹਦਾ ਹੈਗਾ, ਅਨਾਹਦ ਬਾਣੀ ਹੈ। ਅਨਾਹਦ ਬਾਣੀ ਉਹਨੂੰ ਕਹਿੰਦੇ ਨਹੀਂ, ਕੰਨਾਂ ਨੂੰ ਨਹੀਂ ਸੁਣੀ ਜਾਂਦੀ। ਅਨਾਹਦ ਬਾਣੀ ਉਹ ਹੈ, ਦੋ ਚੀਜ਼ਾਂ ਦੀ ਟਕਰਾਓ ਤੋਂ ਆਵਾਜ਼ ਪੈਦਾ ਹੁੰਦੀ ਹੈ। ਜਿਹੜੀ ਮਾਇਆ ਦੇ ਵਿੱਚ ਆਵਾਜ਼ ਪੈਦਾ ਹੁੰਦੀ ਹੈ, ਆਵਾਜ਼ ਕਹਾਂਗੇ, ਸ਼ਬਦ ਪੈਦਾ ਹੁੰਦਾ ਮਾਇਆ ਦੇ ਵਿੱਚ। ਦੋ ਚੀਜ਼ਾਂ ਦੇ ਟਕਰਾਵ ਨਾਲ ਨਹੀਂ ਪੈਦਾ ਹੁੰਦਾ। ਹਵਾ ਤੇ ਆਕਾਸ਼ ਦੇ ਵਿੱਚ, ਜਦ ਆਕਾਸ਼ ਨੂੰ ਅੱਡ ਹਵਾ ਹੋਈ ਤੇ ਸ਼ਬਦ ਪੈਦਾ ਹੋ ਗਿਆ, ਜਿਹੜਾ ਕੰਨਾਂ ਨੂੰ ਸੁਣਨ ਵਾਲਾ। ਹਵਾ ਚੱਲਦੀ ਹੈ, ਗੂੰਜਦੀ ਹੈ, ਸੁਣਦੀ ਹੈ ਆਪਾਂ ਨੂੰ, ਜ਼ੋਰ ਨਾਲ ਚੱਲਦੀ ਹੈ, ਪਰ ਉੱਥੇ ਇੱਕੋ ਹੀ ਹੈ ਜਿਹੜਾ, ਉਹਦੇ ਜਿਹੜਾ ਸ਼ਬਦ ਪੈਦਾ ਹੋਊ ਟਕਰਾਅ ਤਾਂ ਹੈ ਨਹੀਂ। ਅਨਾਹਦ ਬਾਣੀ ਉਹ ਤਾਂ ਉੱਥੇ ਤਾਂ ਟਕਰਾਊਗਾ ਦੇ ਨਾ ਉਹ। ਅਨਾਹਦ ਬਾਣੀ ਹੈ। ਅਨਾਹਦ ਦੇ ਦੋ, ਇੱਕ ਹੈ ਉਹਦਾ ਕੋਈ ਐ ਨਹੀਂ ਹੈਗਾ ਵੀ ਇੱਥੇ ਤੱਕ। ਹਾਂ ਜਿਹੜਾ ਟਕਰਾਅ ਤੋਂ ਸ਼ਬਦ ਪੈਦਾ ਹੋਇਆ ਹੈ, ਇੱਕ ਹੱਦ ਤੱਕ ਜਾਂਦਾ ਉਹਦੀ ਆਵਾਜ਼। ਜਿਹੜਾ ਦੋ ਚੀਜ਼ਾਂ ਨੇ ਟਕਰਾਅ ਤੋਂ ਆਵਾਜ਼ ਪੈਦਾ ਹੁੰਦਾ ਨਾ, ਜਿਵੇਂ ਆਪਾਂ ਹੱਥ ਨਾਲ ਹੱਥ ਮਾਰਦੇ ਹਾਂ ਆਵਾਜ਼ ਪੈਦਾ ਹੋ ਜਾਂਦੀ ਹੈ। ਕਹਿੰਦੇ ਦੋ ਹੱਥਾਂ ਤੇ ਬਿਨਾਂ ਤਾੜੀ ਨਹੀਂ ਵੱਜਦੀ, ਦੋ ਹੱਥਾਂ ਤੇ ਬਿਨਾਂ, ਦੋ ਚੀਜ਼ਾਂ ਦੇ ਬਿਨਾਂ ਸ਼ਬਦ ਨਹੀਂ ਪੈਦਾ ਹੁੰਦਾ। ਉਹ ਕਿਸੇ ਹੱਦ ਤੱਕ ਜਾਂਦੀ ਹੈ। ਕਿੱਡੀ ਵੱਡੀ ਆਵਾਜ਼ ਆ, ਉਹ ਦੂਰ ਚਲੀ ਜਾਂਦੀ ਹੈ। ਚੂੰਕਿ ਉਹ ਅਨਾਹਦ ਬਾਣੀ ਹੈ, ਇਸ ਕਰਕੇ ਉਹ ਸਰਬ ਵਿਆਪੀ ਹੈ। ਸਰਬ ਵਿਆਪੀ ਐ ਨਹੀਂ ਹੈਗੀ ਵੀ ਇੱਥੇ ਕੋ ਰੁਕ ਗਈ ਜਾ ਕੇ। ਅਨਾਹਦ ਬਾਣੀ ਚਰਨ ਸ਼ਰਨ ਜਹ ਬਸਤ ਭਵਾਨੀ, ਭਵਾਨੀ ਜਿਹੜੀ ਹੈਗੀ ਹੈ
ਉਹ ਬਾਣੀ ਦੇ ਚਰਨਾਂ ਦੇ ਛਣ ਵਿੱਚ ਹੀ ਹੈ ਭਵਾਨੀ। ਚਰਨ ਛਣ ਜੇ ਬਸਤ ਭਵਾਨੀ, ਇਹਨਾਂ ਵਾਲੀ ਜਿਹੜੀ ਭਵਾਨੀ ਹੈ ਨਾ, ਜਿਹੜੀ ਇਹਨਾਂ ਵਾਲੀ ਭਵਾਨੀ, ਉਹ ਤਾਂ ਆਪ ਹੈ ਭਵਾਨੀ ਹੈ ਬਾਣੀ ਤਾਂ। ਜਿਹਨੂੰ ਇਹ ਭਵਾਨੀ ਕਹਿੰਦੇ ਨੇ, ਜਿਹਨੂੰ ਭਗਤ ਕਹਿੰਦੇ ਮੁਕਤੀ ਬਰੀ, ਮੁਕਤੀ ਕੀ ਬਰੀਆ ਕਹਾਂ ਛੁਪਾਨੀ। ਤੁਮ ਕਹੀ ਅਤੀ ਆਦ ਭਵਾਨੀ, ਤੂੰ ਕਹੀ ਅਤੀ ਆਦ ਭਵਾਨੀ, ਤੈਨੂੰ ਤੂੰ ਤਾਂ ਆਦ ਭਵਾਨੀ ਕਹਿੰਦੇ ਸੀ, ਤੈਨੂੰ ਤਾਂ ਲੋਕ ਮੁਕਤ ਕੀ ਬਰੀਆ ਕਹਾਂ ਛੁਪਾਨੀ। ਮੁਕਤੀ ਦੇ ਵੇਲੇ ਕਿੱਥੇ ਛੁਪ ਗਈ ਤੂੰ? ਉਸ ਭਵਾਨੀ ਦੀ ਗੱਲ ਹੈ ਇੱਥੇ, ਕਿਉਂਕਿ ਇਹ ਜਿਹੜੀ ਬਾਣੀ ਹੈ ਨਾ ਆਨੰਦ ਬਾਣੀ, ਇਹ ਤਾਂ ਆਪੇ ਭਵਾਨੀ ਹੈ। ਤੁਹਾਡੇ ਵਾਲੀ ਭਵਾਨੀ ਉਹਦੇ ਚਾਲਾਂ ਦੀ ਛਾਲਾਂ 'ਚ ਰਹਿੰਦੀ ਹੈ। ਸਮਝਿਆ ਨਹੀਂ? ਤੁਹਾਡੇ ਵਾਲੇ ਚਰਨ ਛਣ ਜੇ ਬਸ ਭਵਾਨੀ, ਭਵਾਨੀ, ਕਿਉਂਕਿ ਭਵਾਨੀ ਦਾ ਜਿਹੜਾ ਆਪਣਾ ਉੱਥੇ ਆਇਆ ਹੋਇਆ, ਆਪਾਂ ਪਿੱਛੇ ਪੜਿਆ ਹੈ, ਸੋਈ ਭਵਾਨੀ ਨਾਮ ਕਹਾਈ। ਪ੍ਰਥਮ ਕਾਲ ਸਭ ਜਗ ਕੋ ਤਾਤਾ। ਸਭ ਤੋਂ ਪਹਿਲਾਂ ਜਿਹੜਾ ਕਾਲ ਹੈ, ਕਾਲ ਕੀ ਹੁਕਮ ਹੈ, ਸਭ ਜਗ ਦਾ ਬਾਪ ਹੈ, ਸਭ ਜਗ ਕੋ ਤਾਤਾ। ਜਾਤੇ ਪਿਓ ਤੇਜ ਵਿਖਿਆਤਾ, ਜਿੱਥੇ ਸਭ ਨੂੰ ਤੇਜ ਮਿਲਿਆ, ਚਾਨਣ ਹੋਇਆ, ਤੇਜ ਫੈਲਿਆ, ਸੋਈ ਭਵਾਨੀ ਨਾਮ ਕਹਾਈ। ਉਹ ਤਾਂ ਆਪੇ ਭਵਾਨੀ ਹੈ। ਫਿਰ ਜਿਨ ਸਗਰੀ ਹੈ ਸਿਸ਼ਟ ਉਪਾਈ। ਹੁਣ ਇਹਨਾਂ ਵਾਲੀ ਭਵਾਨੀ ਦੀ ਗੱਲ ਹੈ ਨਾ, ਕਿ ਉਸ ਭਵਾਨੀ ਦੀ ਗੱਲ ਹੈ ਜਿਹੜੀ ਗੁਰਬਾਣੀ ਚ ਭਵਾਨੀ, ਉਹਦੀ ਗੱਲ ਨਹੀਂ ਹੈ। ਉਹਦੇ ਆਨੰਦ ਬਾਣੀ ਆ ਗਿਆ। ਜਿਹੜੀ ਇਹ ਭਵਾਨੀ ਮੰਨਦੇ ਨੇ ਹਿੰਦੂ ਮਤ ਵਾਲੇ, ਉਸ ਭਵਾਨੀ ਦੀ ਗੱਲ ਹੈ। ਚਰਨ ਛਣ ਜੇ ਬਸਤ ਭਵਾਨੀ, ਉਹ ਭਵਾਨੀ ਵੀ ਇਹਦੇ ਹੁਕਮ ਚ ਹੈ। ਚਰਨ ਛਣ ਦਾ ਮਤਲਬ ਹੁਕਮ ਚ ਹੈ। ਜਿਹੜਾ ਹੁਕਮ ਦੇ ਵਿੱਚ ਹੁੰਦਾ, ਚਰਨ ਛਣ ਜੇ ਬਸਦਾ ਹੁੰਦਾ। ਕਿਤੇ ਉਹ ਅਰਥ ਨਹੀਂ ਮੰਨ ਲੈਣੇ ਜਿਹੜੇ ਭਵਾਨੀ ਸਾਨੂੰ ਗੁਰਮਤਿ ਚ ਆਈ ਹੋਈ ਹੈ। ਗੁਰਮਤਿ ਚ ਭਵਾਨੀ ਮਾਤਾ ਰੂਪ ਹੈ, ਜਿਹਦੀ ਗੱਲ ਹੋ ਰਹੀ ਹੈ ਅਕਾਲ, ਉਹ ਪਿਤਾ ਰੂਪ ਚ। ਭਵਾਨੀ ਦਾ ਹੀ ਉਹ ਅਸਤੋਤਰ ਆਊਗਾ, ਦੁਰਗਾ ਅਸਤੋਤਰ ਜਿਹੜਾ ਗਾਹ ਹੋਣਾ, ਦੀਰਘ ਤਰਪੰਗੀ ਛੰਦ ਆਉਣਾ ਇਹਦੇ ਵਿੱਚ, ਉਹ ਭਵਾਨੀ ਦਾ ਹੀ ਹੈ। ਇਹ ਤਾਂ ਦੋ ਇੱਕ ਨੇ, ਨੌ ਦੋ ਨੇ, ਇੱਕੋ ਹੀ ਚੀਜ਼ ਹੈ, ਇੱਕ ਦੇ ਹੀ ਦੋ ਨੌ ਨੇ। ਕਿਉਂਕਿ ਸਾਡੀ ਬੋਲੀ 'ਚ ਦੋ ਨੌ ਆਉਂਦੇ ਨੇ ਨਾ, ਬੋਲੀ ਦੋ ਨੌ ਵਾਲੀ ਹੈ। ਚਰਨ ਛਨ ਜੇ ਬਸਤ ਭਵਾਨੀ, ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ। ਬ੍ਰਹਮਾ ਵਿਸ਼ਨੂੰ ਨੇ ਅੰਤ ਨਹੀਂ ਪਾਇਆ। ਦੇਖੋ, ਬ੍ਰਹਮਾ ਵਿਸ਼ਨੂੰ ਨੇ ਤਾਂ ਅੰਤ ਪਾਇਆ ਨਹੀਂ। ਬ੍ਰਹਮਾ ਵਿਸ਼ਨੂੰ ਦੇ ਘਰ ਵਾਲੀਆਂ ਦਾ ਨਾਮ ਕਿਉਂ ਨਹੀਂ ਆਇਆ ਬਈ? ਜਦ ਆਇਆ ਆਦਮੀ ਦਾ ਨਾਮ ਆਇਆ, ਘਰ ਵਾਲੀ ਦਾ ਕਿਸੇ ਦਾ ਨਾਮ ਹੀ ਨਹੀਂ ਆਇਆ। ਔਰਤ ਦਾ ਨਾਮ ਕਿਉਂ ਨਹੀਂ ਆਇਆ? ਧਰਮ ਔਰਤ ਦਾ ਵਿਸ਼ਾ ਨਹੀਂ ਹੈ। ਸਿੱਖਾਂ ਨੂੰ ਜਿਹੜਾ ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ। ਜਦ ਵੀ ਆਇਆ ਆਦਮੀ ਦਾ ਵਿਸ਼ਾ ਹੈ, ਉਹਨਾਂ ਦੇ ਘਰ ਵਾਲੀਆਂ ਵੀ ਨੇ, ਉਹਨਾਂ ਦਾ ਕਿਉਂ ਨਹੀਂ ਆਇਆ ਉਹਨਾਂ ਦਾ ਨਾਮ ਵੀ? ਉਹਨਾਂ ਨੇ ਅੰਤ ਨਹੀਂ ਪਾਇਆ। ਬ੍ਰਹਮਾ ਰੁਦਰ ਪਾਏ ਖਪਾਏ ਤਾਂ ਹੁੰਦਾ, ਘਰ ਵਾਲੀਆਂ ਛੱਡਤੀਆਂ। ਵਿਸ਼ਾ ਸਿਰਫ ਆਦਮੀ ਦਾ ਧਰਮ। ਇਹ ਧਰਮ ਜਿਹੜਾ ਹੈ ਆਦਮੀ ਦਾ ਵਿਸ਼ਾ, ਜਿਹੜਾ ਇਦੋਂ ਥੱਲੇ ਵਾਲਾ ਧਰਮ ਹੈ ਮੂਰਤੀ ਪੂਜਾ ਵਾਲਾ, ਉਹ ਔਰਤ ਦਾ ਧਰਮ ਹੈ। ਉਹ ਚ ਪੁੱਠੀਆਂ ਪ੍ਰਕਰਮਾਂ ਨੇ ਜਿਹੜੀਆਂ ਅਸੀਂ ਕਰਦੇ ਹਾਂ। ਖੱਬਾ ਪੈਰ ਮੂਹਰੇ ਚੱਲਦਾ ਤਾਂ ਹੀ ਪੁੱਠੀਆਂ ਨੇ, ਔਰਤ ਦਾ ਖੱਬਾ ਪੈਰ ਚੱਲਦਾ ਮੂਹਰੇ। ਸਾਡੀਆਂ ਪ੍ਰਕਰਮਾਂ ਸਿੱਧੀਆਂ ਨੇ, ਸੱਜਾ ਪੈਰ ਚੱਲਦਾ। ਆਦਮੀ ਦਾ ਧਰਮ ਨਿਰਾਕਾਰ, ਆਦਮੀ ਦਾ ਧਰਮ ਹੈ। ਔਰਤ ਦੀ ਜੋ ਕਸੀਡੀ ਰਹਿੰਦੀ ਹੈ, ਉਹਨੇ ਆਦਮੀ ਦਾ ਰੂਪ ਧਾਰ ਕਰਿਆ ਤਾਂ ਸਿੱਧੀ, ਜੇ ਜਾਣੋ ਉਹਨੇ ਸਿੱਧੀ, ਜਾਂ ਫਿਰ ਗੁਰਮੁਖ ਆਦਮੀ ਹੋਵੇ, ਉਹ ਉਹਦੇ ਨਾਲ ਇੱਕ ਸੁਰ ਹੋਵੇ, ਫਿਰ ਇੱਕੋ ਰੂਪ ਹੋ ਕੇ ਨਿਕਲੇ। ਤਾਂ ਫਿਰ ਇਹ ਨਾ ਆਖੀਰ ਬਹਿਣ ਜੇ ਇਕੱਠੇ ਹੋਏ, ਇੱਕ ਜੋਤ ਦੋਏ ਮੂਰਤੀ, ਦੋਹਾਂ ਦੀ ਜੋਤ ਇੱਕ ਹੋ ਜਾਵੇ। ਜੋਤ ਇੱਕ ਤਾਂ ਹੋਊਗੀ ਜੇ ਗੁਰਮਤਿ ਦੋਏ ਧਾਰਨ ਕਰਨਗੇ। ਬਿਨਾਂ ਗੁਰਮਤਿ ਦੇ ਧਾਰਨ ਨਹੀਂ ਹੋਏ, ਦੋਹਾਂ ਦੀ ਜੋਤ ਇੱਕ ਨਹੀਂ ਹੋ ਸਕਦੀ।
ਵੱਖਰਾ ਗੁਰੂ ਕਰਨ ਦੀ ਉਹਨੂੰ ਲੋੜ ਨਹੀਂ, ਵੱਖਰਾ ਅੰਮ੍ਰਿਤ ਛਕਣ ਦੀ ਲੋੜ ਨਹੀਂ। ਸਮਝਿਆ? ਜਿਹੜੇ ਸਿੱਖ ਹੈ, ਸਿੱਖ ਹੈ, ਹੁਣ ਮਾਤਾ ਸੁੰਦਰੀ ਹੈ, ਹੁਣ ਕਹੀ ਜਾਣ ਸੁੰਦਰ ਕੌਰ ਗੁਜਰ ਕੌਰ, ਕੀ ਫਰਕ ਪੈਂਦਾ ਇਹਨਾਂ ਦੇ ਕਹਿਣ ਤੇ? ਇਹਨਾਂ ਨੂੰ ਕਿਉਂ ਪ੍ਰੋਬਲਮ ਆਈ ਹੈ ਇਹ ਗੱਲ ਕਹਿਣ ਦੀ? ਕਿਉਂਕਿ ਅੰਮ੍ਰਿਤ ਛਕਾਉਣ ਲੱਗ ਗਏ ਇਹ, ਤਾਂ ਪ੍ਰੋਬਲਮ ਹੁੰਦੀ ਹੈ ਵੀ ਲੋਕ ਕਿਉਂ ਨਹੀਂ ਬਦਲਿਆ, ਬਾਕੀ ਸਿੱਧ ਲੱਗ ਗਏ। ਫਿਰ ਵੀ ਇਤਿਹਾਸ 'ਚ ਸਜਾਏ ਸਿੰਘ ਨੇ, ਸਿੰਘੀਆਂ ਤਾਂ ਸਜਾਈਆਂ ਹੀ ਨਹੀਂ, ਸਜਾਏ ਤਾਂ ਸਿੰਘ ਨੇ। ਪੰਜ ਪਿਆਰੇ ਸਾਰੇ ਆਦਮੀ ਹੋਣੇ। ਜਿਹੜੇ ਲੋਕ ਹੁਣ ਰੌਲਾ ਪਾ ਰਹੇ ਨੇ ਉਹਨਾਂ ਨੂੰ ਧਰਮ ਦਾ ਗਿਆਨ ਹੈ ਨਹੀਂ, ਨਾਲੇ ਧਾਰਮਿਕ ਬੰਦੇ ਹੀ ਨਹੀਂ, ਧਰਮ ਉਹਨਾਂ ਦਾ ਵਿਸ਼ਾ ਹੀ ਹੈ ਨਹੀਂ, ਉਹਨਾਂ ਦਾ ਵਿਸ਼ਾ ਧਰਮ ਹੀ ਨਹੀਂ। ਧਰਮ ਵਿਸ਼ਾ ਹੁੰਦਾ ਇੱਕ, ਬਚਪਨ ਤੋਂ ਪੜ੍ਹਿਆ ਜਾਂਦਾ। ਜਿਹਨਾਂ ਦਾ ਧਰਮ ਵਿਸ਼ਾ ਹੈ ਉਹਨਾਂ 'ਚ ਰੌਲਾ ਨਹੀਂ ਹੈ। ਇਹ ਅਰਧ ਸਰੀਰੀ ਲਿਖਿਆ, ਅਰਧ ਸਰੀਰੀ ਨਾਲ ਨਾ ਛੋਡੂ ਤਾਂ ਤੇ ਹਿੰਦੂ ਹੀ ਰਹੀ ਹੈ। ਔਰਤ ਦਾ ਕਿਆ ਕਰੀਏ, ਉਹ ਵੀ ਸਵਾਲ ਖੜਾ ਵਿੱਚ। ਇਹ ਸ਼ਬਦ ਕਿਉਂ ਲਿਆ ਹੈ ਕਬੀਰ ਦਾ ਵਿੱਚ ਗੁਰਬਾਣੀ ਦੇ? ਕਹਿੰਦਾ ਔਰਤ ਦਾ ਕੀ ਕਰੋਗੇ? ਉਹਦਾ ਤਾਂ ਧਰਮ ਧਾਰਨ ਹੋ ਨਹੀਂ ਸਕਦਾ। ਹਾਂ, ਸੁਣਨ ਕਰੇ ਜੋ ਮੁਸਲਮਾਨ ਹੋਏਗਾ। ਮੁਸਲਮਾਨ ਤਾਂ ਸੁਨਤ ਕਰਦੇ ਹੋ ਗਏ, ਔਰਤ ਦਾ ਕੀ ਕੀਤਾ ਤੁਸੀਂ? ਹਿੰਦੂਆਂ ਨੇ ਵੀ ਨਹੀਂ ਕੀਤਾ ਔਰਤ ਦਾ, ਕੋਈ ਜਨੇਊ ਨਹੀਂ ਪਾਇਆ ਕਿਸੇ ਨੇ। ਅੰਗਰੇਜ਼ ਵੀ ਬੈਪਟਾਈਜ਼ ਨਹੀਂ ਕਰਦੇ, ਕੋਈ ਵੀ ਨਹੀਂ ਕਰਦਾ। ਇਹ ਤਾਂ ਨਾਮਧਾਰੀਆਂ ਨੇ ਸ਼ੁਰੂ ਕਰ ਲਿਆ ਸੀ। ਇਹ ਤਾਂ ਸਿਰਫ ਜਿਹੜਾ ਹੈ ਨਾ ਸਮਾਜਿਕ ਗੱਲ ਦੇ ਵਿੱਚ, ਸਮਾਜਿਕ ਹੋ ਸਕਦਾ, ਸਮਾਜਿਕ ਗੱਲ ਹੋਰ ਹੈ, ਸਮਾਜ ਬਰਾਬਰੀ ਹੋਰ ਗੱਲ ਹੈ। ਅਨਿਆਏ ਅਸਲ ਸਮਾਜ 'ਚ ਹੋ ਰਿਹਾ, ਔਰਤ ਨੂੰ। ਧਰਮ 'ਚ ਤਾਂ ਕੋਈ ਅਨਿਆਏ ਨਹੀਂ ਹੋ ਰਿਹਾ। ਧਰਮ ਦਾ ਮੈਦਾਨ ਖੁੱਲ੍ਹਾ, ਇੱਧਰ ਤਾਂ ਕੋਈ ਜਾਂਦਾ ਨਹੀਂ ਹੈ, ਇੱਧਰ ਤਾਂ ਕੋਈ ਜਾਂਦਾ ਨਹੀਂ। ਇੱਧਰ ਪਾਬੰਦੀ ਹੈ ਕਿਸੇ ਦੀ ਕੋਈ। ਮੈਂ ਕਹਿੰਦਾ ਇਹ ਅੰਮ੍ਰਿਤ ਸਾਡਾ ਇੱਕ ਫੌਜ ਬਣਾਈ ਸੀ, ਨਾ ਛਕੋ ਅੰਮ੍ਰਿਤ, ਕੋਈ ਖਾਸ ਗੱਲ ਨਹੀਂ ਹੈ। ਕਬੀਰ ਨੇ ਕਹਾ ਅੰਮ੍ਰਿਤ ਛਕਿਆ ਸੀ, ਗੁਰੂਆਂ ਨੇ ਅੰਮ੍ਰਿਤ ਛਕਿਆ ਸੀ, ਕੋਈ ਬਹੁਤ ਬੜੀ ਗੱਲ ਨਹੀਂ ਅੰਮ੍ਰਿਤ ਛਕਣਾ। ਅੰਮ੍ਰਿਤ ਦਾ ਨਾਮ 'ਚ ਹੈ, ਪੌੜ ਲਓ ਚਾਹੇ ਨਾ ਲਓ, ਤਾਂ ਵੀ ਤੁਸੀਂ ਭਗਤ ਬਣ ਸਕਦੇ ਹੋ। ਕਿਵੇਂ ਨਹੀਂ ਬਣ ਸਕਦੇ? ਜਾਂ ਪਹਿਲਾਂ ਬਣੇ ਦੀ ਹੁਣ ਕਿਉਂ ਨਹੀਂ ਬਣ ਸਕਦੇ? ਇੱਧਰ ਨੂੰ ਮੂੰਹ ਨਹੀਂ ਦਿੰਦਾ ਕੋਈ। ਮੰਨ ਕੇ ਦਿਖਾਓ ਬਾਣੀ ਨੂੰ, ਨਾ ਛਕੋ ਚਲੋ ਤੁਸੀਂ। ਜਿਹੜੇ ਬੜੇ ਬੜੇ ਕਹਿੰਦੇ ਨੇ ਅਸੀਂ ਅੰਮ੍ਰਿਤ, ਦੂਏ ਮਾਰਦੇ ਨੇ ਗੱਲਾਂ, ਪੌੜ ਛਕਣੀ ਨਹੀਂ, ਪੌੜ ਛਕਣੀ ਨਹੀਂ, ਨਾ ਛਕਣ, ਬਾਣੀ ਮੰਨ ਕੇ ਦਿਖਾਉਣ, ਬਾਣੀ ਉਹ ਮੰਨ ਲੈਣ, ਮੰਨ ਲਾਂਗੇ ਅਸੀਂ ਉਹਨਾਂ ਨੂੰ। ਅਵਸਥਾ ਕਬੀਰ ਵਾਲੀ ਹੋ ਜੂ, ਉਹਨਾਂ ਦੀ ਅਵਸਥਾ ਭਗਤਾਂ ਵਾਲੀ ਹੋ ਜੂਗੀ। ਕੋਈ ਹਟਾਉਂਦਾ ਹੈ ਬਾਣੀ ਦਾ ਮੰਨਣ? ਕੋਈ ਬਰਾਬਰੀ ਏਦਾਂ ਨਹੀਂ ਹੁੰਦੀ ਬਰਾਬਰੀ ਹੁੰਦੀ ਹੈ ਬਾਣੀ ਮੰਨੇ ਤੇ। ਕੋਈ ਕਰਕੇ ਦਿਖਾਓ, ਮੰਨ ਕੇ ਦਿਖਾਉਣ ਬਾਣੀ ਜਿਹਨੇ ਮੰਨਣੀ ਹੈ। ਕੋਈ ਤੁਹਾਨੂੰ ਰੋਕਦਾ ਬਾਣੀ ਮੰਨਣ ਤੇ? ਦੱਸੋ ਤਾਂ ਸਹੀ, ਰੋਕਦਾ ਕੌਣ ਹੈ? ਪੌੜ ਨਾਲ ਕੀ ਫਰਕ ਪੈ ਜੂ? ਕਿੰਨੇ ਪੌੜ ਵਾਲੇ ਕੀ ਹੈ ਪੱਲੇ ਕਿਸੇ ਦੇ ਜਿਹਨਾਂ ਨੇ ਪੌੜ ਛਕੀ ਹੋਈ ਹੈ? ਜੋ ਕੁਛ ਮਿਲਣਾ ਗੁਰਬਾਣੀ ਨੂੰ ਮੰਨੇ ਤੇ ਮਿਲਣਾ, ਛਕੇ ਕੋਈ ਨਾ ਛਕੇ। ਫਰਕ ਮਨ ਬਦਲਣਾ ਬਾਣੀ ਨਾਲ। ਪਹਿਲਾਂ ਵੀ ਗੁਰਬਾਣੀ ਨਾਲ ਬਦਲਿਆ, ਹੁਣ ਵੀ ਬਦਲਿਆ। ਇਹਦਾ ਇੱਕ ਪੰਥ ਚਲਾਇਆ, ਕੀ ਹੈ ਗੱਲ ਹੋਰ ਹੈ। ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ, ਜਿਹੜੇ ਪੌੜ ਵਾਲਿਆਂ ਨੂੰ ਉਹਦੀ ਜ਼ਿੰਮੇਵਾਰੀ ਹੈ ਕੇਵਲ। ਇਹ ਪੰਥ ਵਾਸਤੇ, ਇਹਦੇ ਵਾਸਤੇ ਪ੍ਰਚਾਰ ਕਰਨਾ, ਇਹਦਾ ਪ੍ਰਚਾਰ ਕਰਨਾ ਤੇ ਝੰਡਾ ਵਰਦਾਰ ਰਹਿਣਾ, ਮਰ ਮਿਟ ਜਾਣਾ ਇਹਦੇ ਵਾਸਤੇ। ਉਹ ਤਾਂ ਇੰਨੀ ਜ਼ਿੰਮੇਵਾਰੀ ਹੋ ਹੈ। ਬਾਕੀ ਮੰਨਣ ਵਾਲੇ ਵਾਸਤੇ ਕੋਈ, ਹੁਣ ਜਿਹੜੇ ਕਬੀਰ ਪੰਥੀਏ ਨੇ ਕਿ ਉਹ ਪਹੁੰਚ ਨਹੀਂ ਸਕਦੇ ਕਬੀਰ ਦੀ ਬਾਣੀ ਪੜ੍ਹ ਕੇ। ਰਵਿਦਾਸੀਏ ਨੇ, ਉਹ ਪਹੁੰਚ ਨਹੀਂ ਸਕਦੇ। ਗੁਰਬਾਣੀ ਇਹੀ ਪੜ੍ਹਨੀ ਪਊਗੀ, ਇਹੀ ਮੰਨਣੀ ਪਊਗੀ, ਇਹ ਤਾਂ ਸ਼ਰਤ ਹੈ। ਪੜ੍ਹ ਲਓ ਨਾ ਲਓ, ਇਹਦਾ ਕੋਈ ਸ਼ਰਤ ਨਹੀਂ ਹੈਗੀ। ਅਸੀਂ ਪਹਿਲਾਂ ਇਹਨੂੰ ਬਣਾ ਲਿਆ। ਅਸੀਂ ਕਹਿੰਦੇ ਗੁਰਬਾਣੀ ਸੁਣੋ, ਇਹਨੂੰ ਕਮਾਓ, ਆਪਣਾ ਆਪ ਬਦਲੋ। ਬੈਰੀ ਬਗਾਨਾ ਆਪੇ ਨਹੀਂ ਰਹੂਗਾ ਤੁਹਾਡਾ। ਬਦਲਣਾ ਮਨ ਹੈ,
ਸਰੀਰ ਬਦਲਣਾ ਕੋਈ ਨਹੀਂ। ਜੇ ਲੈ ਲੈ ਕਿਸੇ ਨੇ ਪੌੜ, ਉਹ ਸੋਨੇ ਦੇ ਸੁਹਾਗਾ ਹੈ, ਉਹ ਗੱਲ ਅਲੱਗ ਹੈ, ਅਲੱਗ ਗੱਲ ਹੈ। ਪਰ ਗੱਲ ਤਾਂ ਮਨ ਬਦਲਣਾ ਤਾਂ ਹੀ ਹੈ ਜੇ ਬਾਣੀ ਮੰਨੇ। ਪੌੜਨਾ ਤਾਂ ਕੁਝ ਨਹੀਂ ਬਣਨਾ। ਗੱਲ ਤਾਂ ਫੇਰ ਵੀ ਉਹੀ ਉੱਥੇ ਹੀ ਖੜੀ ਹੈ। ਗੁਰਬਾਣੀ ਮੰਨੇ ਬਿਨਾਂ ਤਾਂ ਗੱਲ ਉੱਥੇ ਹੀ ਖੜੀ ਹੈ ਨਾ। ਚਾਹੇ ਲਓ ਚਾਹੇ ਨਾ ਲਓ, ਬਾਣਾ ਪਾਓ ਚਾਹੇ ਨਾ ਪਾਓ, ਗੁਰਬਾਣੀ ਨੂੰ ਮੰਨੋ, ਮੰਨ ਕੇ ਦਿਖਾਓ। ਖਾੜੇ ਦਾ ਬੜੋ ਆ ਕੇ ਦਸਮ ਪਾਤਸ਼ਾਹ ਨੇ ਬਹੁਤ ਕੁਝ ਲਿਖਿਆ, ਬਹੁਤ ਕੁਝ ਆਊਗਾ ਇਹਦੇ ਚ ਗਾਹਾਂ ਬਹੁਤ ਕੁਝ ਆਊਗਾ। ਸਾਰਾ ਰੱਦ ਵੀ ਕਰਤਾ ਉਹਨਾਂ ਨੇ। ਜੇ ਪੌੜ ਦਿੱਤੀ ਹੈ, ਭੇਖ ਦਿੱਤਾ, ਰੱਦ ਵੀ ਕੀਤਾ ਹੋਇਆ ਆਪੇ। ਕੇਵਲ ਕਰਮ, ਜੇ ਕਰਮ ਦਿੱਤੇ ਨੇ ਤਾਂ ਰੱਦ ਵੀ ਕਰ। ਕੇਵਲ ਕਰਮ ਭਰਮ ਸੇ ਚੀਨੋ, ਜਿਹੜੇ ਕਹਿੰਦੇ ਆ ਕਰਮ ਦੱਸਦੇ ਨਾ ਅਸੀਂ, ਜੇ ਕੱਲੇ ਹੀ ਕੇਵਲ ਨੇ ਨਾ ਕਰਮ, ਨਾਮ ਹੈ ਨਹੀਂ, ਪ੍ਰੈਕਟੀਕਲ ਹੈ ਨਹੀਂ ਗੁਰਬਾਣੀ ਦਾ, ਫਿਰ ਇਹ ਭਰਮ ਨੇ। ਪੰਜੇ ਕਕਾਰ ਵੀ ਧਾਰਨ ਕਰ ਲਏ, ਸਵੇਰੇ ਉੱਠਦੇ ਵੀ ਹੋ, ਪੰਜ ਬਾਣੀ ਦਾ ਪਾਠ ਵੀ ਕਰਦੇ ਹੋ, ਮੰਨਦੇ ਹੋ ਨਹੀਂ, ਫਿਰ ਇਹ ਭਰਮ ਹੈ ਤੁਹਾਨੂੰ ਸਿੱਖੀ ਦਾ। ਫਿਰ ਸਿੱਖ ਹੋਣ ਦਾ ਭਰਮ ਪਾੜ ਲਿਆ ਤੁਸੀਂ। ਕੇਵਲ ਕਰਮ ਭਰਮ ਸੇ ਚੀਨੋ, ਧਰਮ ਕਰਮ ਅਨੁਰਾਗੋ। ਉੱਥੇ ਪਹੁੰਚਣ ਦੀ ਲੋੜ ਨਹੀਂ ਹੈ ਧਰਮ ਕਰਮ ਦੇ ਵਿੱਚ। ਉਹ ਕਰੋ ਕਰਨ ਵਾਲਾ ਕੰਮ। ਉਹ ਬੁੱਧੂ ਸ਼ਾਹ ਪਾਸ ਨਹੀਂ ਹੋਇਆ, ਉਹ ਕਹਿੰਦਾ ਮੈਨੂੰ ਪੌੜ ਦਿਓ, ਕਹਿੰਦੇ ਤੈਨੂੰ ਲੋੜ ਹੀ ਨਹੀਂ। ਤੈਨੂੰ ਕੀ ਹੋਇਆ? ਪੌੜ ਕਾਹਦੀ ਲੈਣੀ ਹੈ? ਤੈਨੂੰ ਕਾਹਦਾ ਭਰਮ? ਇਹ ਤਾਂ ਇੱਕ ਜ਼ਿੰਮੇਵਾਰੀ ਹੈ, ਅਲੱਗ ਗੱਲ ਹੈ, ਹੋਰ ਹੈ ਖੇਡ। ਇਹਨਾਂ ਦੀ ਸਮਝ ਨਹੀਂ ਆਈ ਵੀ ਗੱਲ ਕੀ ਹੈ। ਸਮਝਦਾ ਤਾਂ ਆਵੇ ਜੇ ਸਮਝਣ ਦਾ ਟਾਈਮ ਹੋਵੇ, ਸਮਝਣ ਦੀ ਕੋਸ਼ਿਸ਼ ਕੀਤੀ ਹੋਵੇ। ਇਹ ਗੱਲ ਹੋਰ ਹੈ, ਉਹ ਗੱਲ ਹੋਰ ਹੈ। ਗੁਰਬਾਣੀ ਕੋਈ ਮੰਨ ਲਵੇ, ਕੋਈ ਫਰਕ ਨਹੀਂ ਪੈਂਦਾ। ਕਿਸੇ ਦੇਸ਼ ਦਾ ਰਹਿਣੇ ਵਾਲਾ ਹੋਵੇ, ਮੰਨ ਕੇ ਤਾਂ ਦੇਖੇ, ਫਿਰ ਪਤਾ ਲੱਗੂਗਾ। ਕਿ ਸਾਪੀ ਰੱਖ ਲੂ, ਉਹ ਕਹਿਣ ਦੀ ਲੋੜ ਨਹੀਂ, ਉਹਨੇ ਰੱਖ ਲੈਣੇ ਨੇ ਆਪੇ। ਸਭ ਕੁਝ ਆਪੇ ਛੱਡ ਦੇਣਾ, ਤੁਹਾਨੂੰ ਕਹਿਣ ਦੀ ਲੋੜ ਨਹੀਂ। ਜਿੱਦਣ ਮੰਨੂਗਾ ਉਹਨੇ ਆਪੇ ਬਦਲ ਜਾਣਾ। ਪਰ ਅਸੀਂ ਸਟ੍ਰੈਸ ਹੋਰ ਗੱਲਾਂ ਤੇ ਜ਼ਿਆਦਾ ਕਰਦੇ ਹਾਂ। ਉਹਨੂੰ ਕਹਾਂ ਭਾਈ ਆ ਦੇਖ, ਸੁਣ ਲੈ, ਸਮਝ ਲੈ, ਇਹਨੂੰ ਮੰਨ ਲੈ। ਜਦ ਮਨ ਬਦਲਣ ਲੱਗਿਆ ਆਪੇ ਬਦਲ ਜਾਣਾ। ਸਰੀਰ ਦੀ ਸੁੱਧ ਬੁੱਧ ਨਹੀਂ ਰਹਿਣੀ। ਦਸਮ ਪਾਤਸ਼ਾਹ ਕਹਿੰਦਾ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ। ਜਿਹੜੇ ਬੰਦੇ ਨੂੰ ਸੁੱਧ ਬੁੱਧ ਨਹੀਂ ਰਹਿੰਦੀ, ਉਹਨੂੰ ਸਰੀਰ ਦਾ ਪਤਾ ਰਹਿੰਦਾ ਮੈਂ ਸ਼ੇਪ ਕਰਾਉਣੀ ਹੈ ਕੱਲ ਨੂੰ ਜਾਂ ਨਹੀਂ ਕਰਾਉਣੀ। ਇਹ ਤਾਂ ਉਦੋਂ ਤੱਕ ਰਹਿੰਦੀ ਹੈ ਜਿੰਨਾ ਜੇ ਸਰੀਰ ਨਾਲ ਜੁੜਿਆ ਹੋਇਆ। ਜਾਂ ਸੁੱਧ ਕੀ ਸੁੱਧ, ਬੁੱਧ ਕੀ ਬੁੱਧ ਨਹੀਂ ਰਹੀ ਸੰਸਾਰੀ। ਇਹ ਉਹ ਅਵਸਥਾ ਹੈ। ਫਿਰ ਪਤਾ ਰਹਿੰਦਾ ਵੀ ਕਕਾਰ ਕਿੱਥੇ ਨੇ ਕਿੱਥੇ ਨਹੀਂ ਹਨ। ਇਹ ਉਹਨਾਂ ਜਿਹੜੀਆਂ ਪਹਿਲਾਂ ਦੀਆਂ ਗੱਲਾਂ, ਪ੍ਰਾਇਮਰੀ ਸਕੂਲ ਵਾਲੀਆਂ ਗੱਲਾਂ ਨੇ ਇਹ, ਪਹਿਲਾਂ ਦੀਆਂ ਗਾਣੀਆਂ ਨੇ। ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ। ਬ੍ਰਹਮਾ ਵਿਸ਼ਨ ਇਹਨਾਂ ਨੇ ਅੰਤ ਨਹੀਂ ਪਾਇਆ। ਬ੍ਰਹਮਾ ਵਿਸ਼ਨੂੰ ਨੂੰ ਪੂਜਦੇ ਨੇ ਨਾ, ਇਹਨਾਂ ਨੂੰ ਰਾਹ ਨਹੀਂ ਮਿਲਿਆ। ਅੰਤ ਦਾ ਮਤਲਬ ਹੈ ਇਹਨਾਂ ਨੂੰ ਰਸਤਾ ਹੀ ਨਹੀਂ ਮਿਲਿਆ, ਉਲਝੇ ਹੋਏ ਨੇ। ਕਹਿਣ ਦਾ ਮਤਲਬ ਹੈ ਨੇਤ ਮੁਖ ਚਾਰ ਬਤਾਇਓ। ਆ ਜਿਹੜਾ ਇਹਨਾਂ ਦਾ ਬ੍ਰਹਮਾ ਹੈਗਾ, ਚਾਰ ਮੁਖ ਕਹਿੰਦੇ ਨੇ। ਬ੍ਰਹਮਾ ਦੇ ਚਾਰ ਮੁਖ ਨੇ, ਚਾਰ ਪ੍ਰਕਾਰ ਦਾ ਗਿਆਨ ਹੈ ਬ੍ਰਹਮਾ ਕੋਲ। ਇੱਕ ਮੁਖ ਚੋਂ ਇੱਕ ਪ੍ਰਕਾਰ ਦਾ ਗਿਆਨ ਨਿਕਲਦਾ। ਨੇਤ ਮੁਖ ਚਾਰ, ਉਹ ਵੀ ਬੇਅੰਤ ਕਹਿ ਕੇ ਅਖੀਰ ਹੱਥ ਖੜੇ ਕਰਤੇ। ਕਿਸੇ ਨੇ ਵੀ ਨਹੀਂ ਅੰਤ ਪਾਇਆ। ਅਸੀਂ ਵੀ ਇਹੀ ਕਹਿ ਰਹੇ, ਅੰਤ ਪਾ ਨਹੀਂ ਸਕਦਾ ਕੋਈ। ਉਹ ਵੀ ਕਹਿੰਦੇ ਨੇ ਅੰਤ ਨਹੀਂ ਪਾਇਆ, ਅਸੀਂ ਵੀ ਕਹਿੰਦੇ ਕੋਈ। ਅਸੀਂ ਕਿਹੜਾ ਪਾ ਲਿਆ ਅੰਤ? ਕਿਸੇ ਨੇ ਵੀ ਨਹੀਂ ਪਾਇਆ। ਜਿਹਦਾ ਅੰਤ ਹੈ ਉਹ ਨਹੀਂ ਬੇਅੰਤ ਹੈ। ਹਾਂ, ਵੇਦਾਂਤੀ ਜਿਹੜੇ ਨੇ ਉਹ ਫਸ ਗਏ ਕਹਿ ਕੇ, ਉਹਨਾਂ ਨੇ ਅੰਤ ਲਾ ਲਿਆ ਵਿੱਚ ਨਾਲ। ਵੇਦਾਂਤ ਗਿਆਨ ਦਾ ਅੰਤ ਹੁੰਦਾ ਕੋਈ? ਉਹ ਗਿਆਨ ਗੁਰੂ ਦਾ ਅੰਤ ਕਿਵੇਂ ਉਹਦਾ? ਜਿਹੜੇ ਗਿਆਨ ਦਾ ਅੰਤ ਹੈ, ਨਾਸਵੰਤ ਗਿਆਨ ਹੈ ਉਹ। ਜਿਹੜੇ ਗਿਆਨ ਦਾ ਅੰਤ ਹੈ, ਉਸ ਬੁੱਧੀ ਦਾ ਵੀ ਅੰਤ ਹੈ, ਗਿਆਨ ਵਾਲੀ ਬੁੱਧੀ ਦਾ।
ਜਿਹੜੀ ਬੁੱਧੀ ਮਰ ਗਈ ਉਹ ਬੰਦਾ ਮਰ ਗਿਆ। ਮਰਦਾ ਕੀ ਹੈ? ਮਰਦੀ ਬੁੱਧੀ ਹੈ। ਬੁੱਧ ਔਰ ਗਿਆਨ ਹੈ ਖਾਲਸਾ। ਇਦੋਂ ਚੰਗਾ ਤਾਂ ਆਯੁਰਵੈਦਿਕ ਵਾਲੇ ਕਹਿੰਦੇ ਨੇ, ਕਹਿੰਦੇ ਜਬ ਰੋਗੀ ਕੋ ਕਾਲ ਗਰਾਸਾ ਹੈ ਪਹਿਲਾਂ ਉਸकी ਬੁੱਧ ਬਨਾਸਾ। ਕਾਲ ਜਾਂ ਗਰਸਦਾ ਬੁੱਧ ਨਾਲ ਨਾਸ ਕਰਦਾ, ਹੋਰ ਕੁਛ ਨਹੀਂ ਨਾਸ ਕਰਦਾ। ਜਾਂ ਬੁੱਧ ਦਾ ਨਾਸ ਹੁੰਦਾ ਬੇਹੋਸ਼ ਹੋ ਜਾਂਦਾ, ਬੇਸੁਰਤ ਹੋ ਜਾਂਦਾ। ਕਹਿੰਦੇ ਹੁਣ ਕੀ ਹੋਇਆ? ਹੁਣ ਉਹਦੀ ਅਕਲ ਨਹੀਂ ਕੰਮ ਕਰਦੀ, ਬੇਸੁਰਤ ਹੋ ਗਿਆ। ਅਕਲ ਪਹਿਲਾਂ ਹੀ ਕੰਮ ਕਰਨੋਂ ਹਟ ਜਾਂਦੀ ਹੈ। ਜਿਹੜੀ ਅਕਲ ਮੌਤ ਤੋਂ ਪਹਿਲਾਂ ਕੰਮ ਕਰਨੋਂ ਹਟ ਗਈ ਸਮਝੋ ਮਰ ਗਿਆ। ਉਹ ਕਿਹੜੀ ਅਕਲ ਸੀ? ਜਿਹਦੇ ਕੋਲ ਅੰਤ ਵਾਲਾ ਗਿਆਨ ਸੀ, ਜਿਹੜੀ ਕਹਿੰਦੀ ਵੇਦਾਂਤ, ਉਹੀ ਅਕਲ ਮਰਦੀ ਹੈ ਪਹਿਲਾਂ। ਅੰਤ ਕੋ ਪਾਵਨ ਜੋਗ ਹੈ ਆਏ ਸੋ ਅੰਤ ਗਵਾਏ। ਉਹ ਵੇਦਾਂਤੀ ਨੇ ਜਿਹੜੇ ਇਹਨਾਂ ਨੂੰ ਇਹ ਕਿਹਾ ਹੈ ਅੰਤ ਕੋ ਪਾਵਨ ਜੋਗ ਹੈ। ਇਹ ਅੰਤ ਪਾਉਣ ਚੱਲੇ ਸੀਗੇ, ਆਏ ਸੋ ਅੰਤ ਗਵਾਏ। ਕੋਟ ਇੰਦਰ ਉਪਿੰਦਰ ਬਣਾਏ। ਉਹ ਕੋਟ ਇੰਦਰ ਉਪਿੰਦਰ ਬਣਾਏ, ਕਰੋੜਾਂ ਇੰਦਰ ਬਣਾਏ। ਵੱਡਾ ਰਾਜਾ ਜਿਹੜਾ ਹੁੰਦਾ ਨਾ ਇੱਕ, ਉਹਨੂੰ ਇੰਦਰ ਕਹਿੰਦੇ ਨੇ। ਉਪਿੰਦਰ ਹੁੰਦੇ ਛੋਟੇ ਰਾਜੇ। ਕਰੋੜਾਂ ਹੀ ਬਣਾਏ ਨੇ। ਇੱਥੇ ਇੱਕ ਇੰਦਰ ਦੀ ਗੱਲ ਕਰਦੇ ਨੇ, ਉੱਥੇ ਕਰੋੜਾਂ ਦੀ ਗੱਲ ਕੀਤੀ ਹੋਈ ਹੈ। ਉਹਨੇ ਤਾਂ ਕਰੋੜਾਂ ਹੀ ਬਣਾਏ ਨੇ। ਹਾਂਜੀ। ਬ੍ਰਹਮਾ ਰੁਦਰ ਉਪਾਏ ਖਪਾਏ। ਬ੍ਰਹਮਾ ਰੁਦਰ ਜਿਹੜਾ ਇਹਨਾਂ ਦਾ ਸ਼ਿਵ ਜੀ ਹੈ, ਪਤਾ ਨਹੀਂ ਕਿੰਨੇ ਕੁ ਪੈਦਾ ਕਰਕੇ ਕਿੰਨੇ ਖਪਾਤੇ। ਹੁਣ ਇਹ ਤਾਂ ਇੱਕ ਬੰਦੇ ਨੇ, ਬ੍ਰਹਮਾ ਨੂੰ ਵੀ ਰੁਦਰ ਨੂੰ ਵੀ। ਇਹ ਕਿਹੜੇ ਪੰਡਤ ਦਾ ਲਿਖਿਆ ਹੋਇਆ? ਇਹ ਇਸ ਤਰੀਕੇ ਦਾ ਕਥਾ ਹੈ। ਜੇ RSS ਵਾਲਿਆਂ ਨੂੰ ਕਹਿੰਦੇ ਮੰਨਣਗੇ, ਉਹ ਆਉਣ ਕਥਾ ਸੁਣਨ ਫਿਰ ਇਹਦੀ ਕੰਬ ਜਾਣਗੇ ਥੱਲੇ ਤੱਕ। ਬ੍ਰਹਮਾ ਰੁਦਰ ਉਪਾਏ ਖਪਾਏ। ਇਹਨਾਂ ਨੂੰ ਕੀ ਪਤਾ ਮੂਰਖ ਨੂੰ ਵੀ ਕਾਹਦੇ RSS ਵਾਲੇ। RSS ਵਾਲਿਆਂ ਦੇ ਏਜੰਟ ਕਹਿੰਦੇ ਜਿਹੜੇ ਇਹਨੂੰ ਮੰਨਣ ਵਾਲੇ ਨੇ। ਮੰਨਣ ਵਾਲਿਆਂ ਨੂੰ ਮੰਨਣ ਵਾਲਿਆਂ ਨੂੰ ਕਹਿੰਦੇ ਨੇ, ਐ ਨਹੀਂ ਕਹਿੰਦੇ ਵੀ ਅਸੀਂ ਆਪ ਆ। ਬ੍ਰਹਮਾ ਰੁਦਰ ਉਪਾਏ ਖਪਾਏ। ਪਤਾ ਨਹੀਂ ਕਿੰਨੇ ਕੁ ਬ੍ਰਹਮਾ ਰੁਦਰ ਪਾ ਕੇ ਖਪਾਤੇ। ਤੁਸੀਂ ਇੱਕ ਦੀ ਗੱਲ ਕਰੀ ਜਾਂਦੇ ਹੋ। ਇਹਦਾ ਮਤਲਬ ਤੁਹਾਡਾ ਗਿਆਨ ਬਹੁਤ ਸੀਮਤ ਹੈ, ਜਾਂ ਫਿਰ ਝੂਠੀਆਂ ਨੇ ਤੁਹਾਡੀਆਂ ਕਹਾਣੀਆਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ। ਉੱਚੀਆਂ ਗੱਲਾਂ ਨੇ ਇੱਕ ਕਹਿੰਦੇ ਹੋ ਜੇ। ਇੱਥੇ ਤਾਂ ਕਰੋੜਾਂ ਹੀ ਨੇ। ਇਹ ਗੱਲਾਂ ਸੀਆਂ ਜਿੱਥੇ ਕਲੇਸ਼ ਪਿਆ ਜ਼ਿਆਦਾ। ਉਹ ਲੈ ਕੇ ਗਏ ਨੇ 9ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਨੂੰ ਕੀਰਤਪੁਰ। ਬਈ ਤੁਸੀਂ ਸਾਡੇ ਏਰੀਏ 'ਚ ਰਹੋ, ਬਾਈਧਾਰੀ ਰਾਜੇ। ਇਹਨਾਂ ਦੇ ਏਰੀਏ 'ਚ ਨਾ ਰਹੋ, ਮੁਸਲਮਾਨਾਂ ਦੇ 'ਚ ਰੋਜ਼ ਕਲੇਸ਼ ਹੁੰਦਾ ਹੈ। ਉਹ ਕੀਰਤਪੁਰ ਉਹਨਾਂ ਨੇ ਆਪਣਾ ਰਹੇ ਨੇ, ਅਸਥਾਨ ਹੈ ਉਹ। ਉਹਦੇ ਬਾਅਦ ਕੋਈ ਜੰਗ ਨਹੀਂ ਹੋਈ ਗੁਰੂ ਘਰ ਦੀ। ਫਿਰ 9ਵੇਂ ਪਾਤਸ਼ਾਹ ਭਰੇ ਚਲੇ ਗਏ ਥੋੜਾ ਜਿਹਾ, ਚੋਰੇ ਦੂਆਂ ਦਾ ਕਬਜ਼ਾ ਹੋ ਗਿਆ ਨਾ। ਸਮਝੇ ਨਾ? ਧੀਰਮਲ ਦਾ ਉਹਨੇ ਧੀਰਮਲ ਸੀ, ਉਹ ਆਪਣੇ ਪਰੇ ਅਨੰਦਪੁਰ ਸਾਹਿਬ ਉਹਨਾਂ ਨੇ 9ਵੇਂ ਪਾਤਸ਼ਾਹ ਨੇ ਉਹ ਬਣਾ ਲਿਆ, ਉੱਥੇ ਬਣਾ ਲਿਆ ਥੋੜਾ ਜਿਹਾ ਪਰੇ। ਏਰੀਆ ਤਾਂ ਨਹੀਂ ਛੱਡਿਆ, ਰਾਜਾ ਤਾਂ ਉਹੀ ਹੈ, ਉਸੇ ਦਾ ਏਰੀਆ, ਰਿਆਸਤ ਉਹੀ ਹੈ। ਚਲੋ ਉੱਥੇ ਬਣਾ ਲਿਆ, ਉੱਥੇ ਰਹਿੰਦੇ ਰਹੇ। ਉਹਨਾਂ ਨਾਲ ਵੀ ਕੋਈ ਕਲੇਸ਼ ਨਹੀਂ ਪਿਆ। ਸਗੋਂ ਉਹਨਾਂ ਨੂੰ ਇੱਥੇ ਆ ਕੇ ਹਿੰਦੂਆਂ ਨੇ ਆ ਕੇ ਕਿਹਾ ਵੀ ਮਹਾਰਾਜ ਤੁਸੀਂ ਧਰਮ ਬਚਾਓ ਸਾਡਾ। ਅਨੰਦਪੁਰ ਸਾਹਿਬ ਨੇ ਕਿਹਾ, ਉਹ ਮੂਹਰੇ ਲੱਗੇ। ਚਲੋ ਉਸ ਸ਼ਹੀਦੀ ਵੀ ਹੋ ਗਈ। ਦਸਮ ਪਾਤਸ਼ਾਹ ਨਾਲ ਕਲੇਸ਼ ਕਿਹੜੀ ਗੱਲ ਦਾ ਪਿਆ? ਉਹਨਾਂ ਦੇ ਤਾਂ ਪਿਓ ਨੇ ਸ਼ਹਾਦਤ ਦੇ ਦਿੱਤੀ ਸੀ। ਆਹ ਗੱਲਾਂ ਦਾ ਪਿਆ। ਆ ਜਿਹੜੀ ਆਹ ਗੱਲ ਹੈ, ਆ ਜਿਹੜਾ ਆ ਲਿਖਿਆ ਇਹਦਾ ਕਲੇਸ਼ ਪਿਆ ਬਾਈਧਾਰ ਰਾਜਾ ਨਾਲ। ਉਹਨਾਂ ਦਾ ਧਰਮ ਹੈ, ਇਹ ਕੁਛ ਹੋਰ ਲਿਖ ਰਹੇ ਨੇ। ਆ ਕਲੇਸ਼ ਪਿਆ ਇਹ ਗੱਲਾਂ ਦਾ। ਇਹਨਾਂ ਨੂੰ ਕੀ ਪਤਾ ਜਿਹੜੇ ਮੂਰਖ ਨੇ। ਇਹ ਆ ਦੱਸਣ ਕਿਹੜੀ ਗੱਲ ਦਾ ਕਲੇਸ਼ ਪਿਆ, ਐਕਸਪਲੇਨ ਕਰਨ ਕਲੇਸ਼ ਕਿਹੜੀ ਗੱਲ ਦਾ ਪਿਆ। ਦਸਮ ਪਾਤਸ਼ਾਹ ਨਾਲ ਕਿਉਂ ਕਲੇਸ਼ ਪਿਆ? ਉਹ ਕਿਹੜੀ ਗੱਲ ਸੀ? ਮੁਸਲਮਾਨਾਂ ਨਾਲ ਕੋਈ ਕਲੇਸ਼ ਨਹੀਂ ਸੀ ਉੱਥੇ। ਮੁਸਲਮਾਨ ਤਾਂ ਬਜ਼ਾਰ ਨੂੰ ਆਏ ਨੇ, ਭੇਜੇ ਨੇ, ਸੈਂਟਰਲ ਗਵਰਨਮੈਂਟ ਨੇ ਭੇਜਣੇ ਸੀ। ਉਹ ਤਾਂ
ਇਹਨਾਂ ਨੇ ਮੰਗਿਆ ਵੀ ਅਸੀਂ ਤੁਹਾਡੇ ਅਧੀਨ ਆ, ਸਾਡੀ ਸਪੋਰਟ ਕਰੋ। ਆ ਸੀ ਗ੍ਰੰਥ ਜਿਹੜਾ ਲਿਖਿਆ, ਇਹਨੇ ਕਲੇਸ਼ ਪਾਇਆ ਸਾਰਾ। ਕਿਉਂ ਲਿਖਣਾ ਪਿਆ? ਜਿਨ੍ਹਾਂ ਨੇ ਸ਼ਹਾਦਤ ਦਵਾਈ ਇਹ ਮੰਨ ਕੇ ਵੀ ਅਸੀਂ ਸਿੱਖਾਂ ਤੁਹਾਡੇ, ਉਹ ਮੁੱਕਰ ਗਏ। ਉਹਨਾਂ ਜੋ ਕਿਰਪਾ ਰਾਮ ਰਹਿ ਗਿਆ ਕੱਲਾ, ਬਾਕੀ ਪਿੱਛੇ ਹਟ ਗਏ। ਸ਼ਹਾਦਤ ਦਵਾਤੀ, ਕਿਰਪਾ ਰਾਮ ਨੇ ਲਿਖਾਇਆ ਇਹ ਸਾਰਾ। ਆਹ ਲਿਖੋ ਹੁਣ ਇਹਨਾਂ ਦੀ ਮੂਰਤੀ ਪੂਜਾ ਤੇ ਸਿੱਧਾ ਹੀ ਛੱਡੋ, ਬਹੁਤ ਕੁਝ ਲਿਖਿਆ ਹੋਇਆ ਉਧਰ। ਆਦਿ ਗੁਰੂ ਗ੍ਰੰਥ ਸਾਹਿਬ ਬਹੁਤ ਕੁਝ ਲਿਖਿਆ ਹੋਇਆ, ਇੱਧਰ ਸਿੱਧਾ ਤੁਸੀਂ ਕਰੋ। ਡਾਇਰੈਕਟ ਅਟੈਕ ਕਰਤਾ ਉਹਨਾਂ ਨੇ। ਆਹ ਡਾਇਰੈਕਟ ਅਟੈਕ ਹੈ ਇਹ, ਉਹ ਇਨਡਾਇਰੈਕਟ ਅਟੈਕ ਹੈ ਉੱਥੇ ਆਦੀ ਬਾਣੀ 'ਚ। ਇਹ ਡਾਇਰੈਕਟ ਐਕਸ਼ਨ ਹੈ ਇੱਥੇ। ਇਹਨਾਂ ਨੂੰ ਬੜਾ ਪਤਾ ਕੀ ਗੱਲ ਹੈ ਇਹ। ਆ ਨਿਹੰਗ ਸਿੰਘਾਂ ਨੂੰ ਦੇਖਣਾ ਨਹੀਂ ਚਾਹੁੰਦਾ ਕੋਈ, ਬਾਣੇ ਵਾਲਿਆਂ ਨੂੰ। ਆਹੋ ਆ ਦੂਏ ਨੇ ਜਿਹੜੇ ਇਹ ਘਿਓ ਖਿਚੜੀ ਹੋਏ ਰਹਿੰਦੇ ਨੇ ਅਕਾਲੀ, ਇਹਨਾਂ ਨੂੰ ਕੋਈ ਦੇਖਣਾ ਨਹੀਂ ਚਾਹੁੰਦਾ। ਕਿਉਂ? ਇਹ ਤੇ ਪਹਿਰਾ ਦਿੰਦੇ ਨੇ 10 ਗ੍ਰੰਥ। ਇਹ ਕਿੱਥੋਂ ਗੱਲ ਚੱਲਦੀ ਹੈ, ਕਿਉਂ ਚੱਲਦੀ ਹੈ, ਸਾਨੂੰ ਤਾਂ ਪਤਾ ਹੀ ਹੈ। ਹੁਣ ਸਾਨੂੰ ਕੋ ਭੁੱਲਿਆ ਹੋਇਆ। ਆ ਜਿਹੜੇ ਇਹਨਾਂ ਦਾ ਧਰਮ ਨਾਲ ਸੰਬੰਧ ਹੈ ਕੋਈ ਨਹੀਂ, ਡੁਗਡੁਗੀ ਹੋਈ ਵਜਾਈ ਜਾਂਦੇ ਬੇਮਤਲਬ ਹੈ, ਨਾ ਕੋਈ ਲੈਣ ਨਾ ਦੇਣ, ਨਾ ਧਰਮ ਨਾਲ ਸੰਬੰਧ। ਲੋਕ ਚਤੁਰਦਸ ਖੇਲ ਰਚਾਇਓ। 14 ਲੋਕਾਂ ਦੇ ਵਿੱਚ ਐਸਾ ਖੇਲ ਰਚਾਇਆ ਹੋਇਆ ਉਹਨੇ। ਚਤੁਰਦਸਾਂ 14 ਲੋਕਾਂ 'ਚ ਸਾਰਾ ਖੇਲ ਉਹਦਾ ਹੀ ਰਚਾਇਆ ਹੋਇਆ, ਹੁਕਮ ਦਾ ਹੀ ਖੇਲ ਰਚਾਇਆ ਹੋਇਆ। ਆਦਿ ਪੁਰਖ ਦਾ ਖੇਲ ਹੈ ਇਹ, ਅਕਾਲ ਦਾ। ਮੋਹਰ ਆਪ ਹੀ ਵਿੱਚ ਮਲਾਇਓ। ਬਸ ਜਿੰਨਾ ਚਿਰ ਖੇਲ ਖੇਲਦਾ, ਬਾਕੀ ਉਹ ਮਦਾਰੀ ਵਾਲੇ ਤਮਾਸ਼ੇ ਵਾਲੀ ਗੱਲ ਹੈ। ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ। ਬਾਜੀਗਰ ਸਵਾਂਗ ਸਕੇਲਾ ਆਪਣੇ ਕੋਲ ਰਵੇ, ਆਪਣੇ ਰੰਗ ਰਵੇ ਅਕੇਲਾ, ਆਪਣੇ ਰੰਗ ਰਵੇ ਅਕੇਲਾ। ਆ ਉਹੀ ਗੱਲ ਕਹਿਤੀ, ਉਹੀ ਹੈ ਨਾ। ਬਾਹਰ ਆਪ ਹੀ ਵਿੱਚ ਲਾਇਓ। ਕਹਿੰਦੇ ਫੇਰ ਆਪਣੀ ਉਸੇ ਥੈਲੀ 'ਚ ਪਾ ਲੈਂਦਾ ਸਭ ਕੁਝ ਇਕੱਠਾ ਕਰਕੇ। ਮਦਾਰੀ ਦੀ ਥੈਲੀ 'ਚੋਂ ਬਾਹਰ ਕੱਢ ਦਿੰਦਾ ਪਹਿਲਾਂ ਸਭ ਕੁਝ। ਆ ਬਹੁਤ ਕੁਝ ਸਾਰਾ ਮਦਾਰੀ ਦੀ ਝੋਲੀ 'ਚੋਂ ਨਿਕਲਿਆ ਹੋਇਆ। ਫਿਰ ਆਪਣਾ ਮਦਾਰੀ ਇਕੱਠਾ ਕਰ ਲੈਂਦਾ ਸਮਾਨ ਸਾਰਾ, ਤਮਾਸ਼ਾ ਦਿਖਾ ਕੇ। ਆ ਗੱਲ ਦਾਨਵ ਦੇਵ ਫਨਿੰਦ ਅਪਾਰਾ। ਦਾਨਵ ਦੇਵ ਫਨਿੰਦ ਅਪਾਰਾ, ਇਹਨਾਂ ਦਾ ਸ਼ੇਸ਼ਨਾਗ ਫਨਿੰਦ ਇੱਕੋ ਹੀ ਹੈ। ਅਪਾਰਾ ਹੀ ਨੇ ਕਹਿੰਦੇ ਇੱਥੇ, ਪਤਾ ਹੀ ਨਹੀਂ ਕਿੰਨੇ ਸ਼ੇਸ਼ਨਾਗ ਨੇ, ਕਿੰਨੇ ਦਾਨਵ ਨੇ, ਕਿੰਨੇ ਦੇਵ ਨੇ। ਅਪਾਰਾ ਅਣਗਿਣਤ। ਹਾਂ। ਗੰਧਰਵ ਜਚ ਰਚੈ ਸੁਭਚਾਰਾ। ਗੰਧਰਵ ਜਿਹੜੇ ਰਾਗੀ ਨੇ, ਵਜਾਉਣ ਵਾਲੇ ਨੇ। ਗੰਧਰਵ ਹੁੰਦੇ ਨੇ ਜਿਹੜੇ ਸਾਜ਼ ਵਜਾਉਂਦੇ ਨੇ। ਜੱਜ ਨੇ ਜਿਹੜੇ ਗਾਉਣ ਵਾਲੇ ਆ, ਨੱਚਣ ਵਾਲੇ ਨੇ। ਰਚੇ ਬਥੇਰੇ ਰਚੇ ਨੇ ਸ਼ੁਭਚਾਰਾ। ਉਹ ਸ਼ੁਭ ਬਾਣੀ ਗਾਉਂਦੇ ਹੁੰਦੇ ਸੀ ਪਹਿਲਾਂ ਦੇਵਤਿਆਂ ਦੇ। ਆ ਜਿਹੜੇ ਨੇ ਨਾ ਕੀਰਤਨ ਜਿਵੇਂ ਆਪਾਂ ਕਰਦੇ ਹਾਂ, ਇਹੋ ਜਿਹਾ ਹੀ ਕੁਛ ਕਰਦੇ ਸੀ ਉਹ ਉਸ ਵੇਲੇ। ਜਿਵੇਂ ਆਪਾਂ ਕੀਰਤਨ ਕਰਦੇ ਹਾਂ ਨਾ, ਇਹੋ ਜਿਹਾ ਕੁਛ ਕਰਦੇ ਸੀ ਉਹ ਵੀ। ਭੂਤ ਭਵਿੱਖ ਭਵਾਨ ਕਹਾਣੀ। ਭੂਤ ਭਵਿੱਖ ਭਵਾਨ ਕਹਾਣੀ। ਭੂਤ ਭਵਿੱਖ ਭਵਾਨ ਕਹਾਣੀ। ਤਿੰਨ ਲੋਕ, ਤਿੰਨ ਕਾਲ ਹੋ ਗਏ। ਭੂਤ ਭਵਿੱਖ ਔਰ ਭਵਾਨ ਤਿੰਨੇ ਹੋਏ, ਚੌਥਾ ਕਿੱਥੇ ਗਿਆ? ਕਾਲ ਤਿੰਨੇ ਹੁੰਦੇ ਨੇ, ਤਿੰਨੇ ਲੋਕ ਨੇ। ਉਹ ਆਦ ਸੱਚ ਹੈ ਨਾ, ਉਹ ਪਰੇ ਹੈ ਨਾ। ਤੇ ਯੁੱਗ ਆਦ ਸੱਚ, ਯੁੱਗ ਤਿੰਨੇ ਨੇ, ਚਾਰ ਯੁੱਗ ਹੁੰਦੇ ਹੀ ਨਹੀਂ। ਭੂਤ ਭਵਿੱਖ ਭਵਾਨ ਤਾਂ ਕਹਿਤਾ, ਯੁੱਗ ਤਾਂ ਤਿੰਨੇ ਹੀ ਨੇ। ਜੇ ਮਾਇਆ ਦਾ ਯੁੱਗ ਨੇ ਜਾਂ ਮਾਇਆ ਨਹੀਂ, ਫਿਰ ਯੁੱਗ ਨਹੀਂ ਹੁੰਦਾ ਕੋਈ। ਮਾਇਆ 'ਚ ਕਾਲ ਹੁੰਦੇ ਨੇ, ਮਾਇਆ ਤੇ ਜਦ ਮਾਇਆ ਨਹੀਂ ਹੁੰਦੀ ਫਿਰ ਕਾਲ ਵੀ ਨਹੀਂ ਹੁੰਦਾ ਕੋਈ। ਮਾਇਆ ਦੇ ਬਾਅਦ ਚੌਥਾ ਕਾਲ ਹੁਣ ਵੀ ਹੈਗਾ, ਰਹਿੰਦਾ ਹੀ, ਉਹ ਤਾਂ ਹਮੇਸ਼ਾ ਹੀ ਰਹਿੰਦਾ। ਚੌਥਾ ਕਾਲ ਹੈ ਤਾਂ ਸਭ ਕਾਸੇ ਦਾ ਕਾਲ ਹੈ। ਚੌਥਾ ਕਾਲ ਹੈ ਤਾਂ ਮਹਾਕਾਲ ਹੈ, ਉਹੀ ਅਕਾਲ ਹੈ। ਚੌਥਾ ਕਾਲ ਹੈ ਤਾਂ ਮਹਾਕਾਲ ਹੈ। ਉਹ ਅਕਾਲ ਵੀ ਹੈ, ਕਾਲ ਵੀ ਹੈ। ਉਹ ਚੌਥਾ ਕਾਲ ਤਾਂ ਸਾਰਿਆਂ ਦਾ ਪੈਦਾ ਕਰਨ ਵਾਲਾ, ਸਾਰਿਆਂ ਦਾ ਸਭ ਕੋ ਕਾਲ ਸਭਨ ਕੋ ਕਰਤਾ ਹੀ ਤਾਂ ਚੌਥਾ ਕਾਲ ਹੈ। ਇਹ ਉਹਨੂੰ ਵੀ ਮਾਇਆ 'ਚ ਬੜੀ ਬੈਠੇ ਨੇ। ਜੇ ਮਾਇਆ 'ਚ ਨਾ ਵੜਦੇ ਚੌਥੇ ਕਾਲ ਦਾ ਜਵਾਬ ਕਿਵੇਂ ਦਿੰਦੇ? ਜਦ ਪੰਡਤ ਨੇ ਬਾੜ ਪਾੜੀ ਹੈ, ਚੌਥਾ ਕਾਲ ਮਾਇਆ 'ਚ ਵੜ ਲਿਆ।
ਬਾਹਰ ਕਿਵੇਂ ਛੱਡ ਦਿੰਦਾ। ਚੌਥਾ ਕਾਲ ਮਾਇਆ ਚ ਪੰਡਤ ਨੇ ਤਾਂ ਬਾੜਿਆ। ਫਿਰ ਪੰਡਤ ਇਹ ਦੱਸੇ ਜਦੋਂ ਮਹਾਪਾਲਣੇ ਆ ਜਾਂਦੀ ਹੈ, ਜਿਹੜਾ ਕਿਹਾ ਵੀ ਅਰਬਦ ਨਰਬਦ ਧੰਦੂ ਕਰਾ, ਫਿਰ ਇਹ ਪੰਜਵਾਂ ਕਾਲ ਹੋਇਆ ਨਾ। ਜਦ ਸੰਸਾਰ ਨਹੀਂ ਹੁੰਦਾ, ਰਚਨਾ ਨਹੀਂ ਹੁੰਦੀ, ਉਹ ਜਿਹੜਾ ਸਮਾਂ ਅਰਬਾਂ ਖਰਬਾਂ ਸਾਲਾਂ ਦਾ, ਉਹ ਫਿਰ ਪੰਜਵਾਂ ਕਾਲ ਹੋਇਆ ਨਾ। 4 ਕਾਲ ਤਾਂ ਮਾਇਆ 'ਚ ਹੋ ਗਏ, ਮਾਇਆ ਤਾਂ ਖਤਮ ਹੋ ਗਈ। ਫਿਰ ਕਾਲ 4 ਕਿਵੇਂ ਰਹਿ ਗਏ, ਕਾਲ ਤਾਂ 5 ਹੋ ਗਏ। ਫਿਰ ਇੰਨੀ ਅਕਲ ਤਾਂ ਸਿੱਖਾਂ ਨੂੰ ਵੀ ਨਹੀਂ ਹੈ, ਪ੍ਰਚਾਰਕਾਂ ਨੂੰ, ਵਿਦਵਾਨਾਂ ਨੂੰ, ਵੀ ਕਾਲ ਬੁੱਝ ਲੈਂਦੇ। ਉਹ ਕਾਲਾਂ ਦੇ ਅਟੈਕ ਨਹੀਂ ਕੀਤਾ ਇਹਨਾਂ ਨੇ, ਕਾਲ 4 ਮੰਨੀ ਬੈਠੇ ਨੇ ਸਾਰੇ ਵਿਦਵਾਨਾਂ ਸਾਹਿਬ ਸਿਓ ਦੀ। ਤਾਂ ਕਹਿਣਾ ਹੁੰਦਾ ਮੈਂ ਪੰਡਤ ਹੈ, ਉਹ ਪੰਡਤ ਦਾ ਚੇਲੇ ਨੇ ਸਾਰੇ। ਇਹ ਕਾਲ 5 ਕਿਉਂ ਨਾ ਮੰਨੇ, 5 ਹੋ ਗਏ ਕਾਲ। ਫਿਰ ਕਾਲ 3 ਨੇ, ਮਾਇਆ 'ਚ 3 ਹੁੰਦੇ ਨੇ। ਚੌਥਾ ਕਾਲ ਜਿਹੜਾ ਹੈਗਾ ਉਹ ਅਕਾਲ ਹੈ, ਸੱਚਖੰਡ। ਉਹਦਾ ਹਮੇਸ਼ਾ ਹੀ ਰਹਿੰਦਾ, ਉਹਦਾ ਕੀ ਹੁਣ ਵੀ ਹੈਗਾ। ਕਲ ਯੁੱਗ ਹੈ ਆ ਹੁਣ 2 ਯੁੱਗ ਨੇ ਸਾਡੇ ਵਾਸਤੇ, 2 ਨੇ। ਕਿਆ ਤਾਂ ਅਸੀਂ ਕਲ ਯੁੱਗ 'ਚ ਰਹਾਂਗੇ ਜਾਂ ਸਤਿਯੁਗ 'ਚ ਰਹਾਂਗੇ। ਇੱਕ ਘੜੀ ਨਾ ਮਿਲਤੇ ਤਾਂ ਕਲ युग होता। ਜੇ कल युग ना होता फिर की होता, फिर सतयुग होता। ਜੇ कल युग ना होता फिर वो तो कह ना कल युग जो सारे ही हैं। गुरु साहब इन्हू रद्द कर रहे हैं। ਜਿਹੜਾ ਮਿਲਿਆ ਹੋਇਆ ਉਹਦੇ ਵਾਸਤੇ कल युग नहीं है। ਜਿਹਦੇ ਅੰਦਰ ਕਲਪਨਾ ਹੈ कल युग है, ਜਿਹਦੇ ਅੰਦਰ ਕਲਪਨਾ नहीं है वो कल युग नहीं, वो सतयुग है। घट घट के पट पट की जानी, घट घट के पट पट की जानी। घट घट के ते जानी, पट पट के भी जानी। अंदरला हरेक पड़दा जानदा, कोई मोटा ही नहीं जानदा। एक तो है आदमी नूं मैं जानदा, एक आदमी दे अंदर हाँ पूरे पड़दे जानदा। घट घट के पट पट की जानी। एक पड़दा भी नहीं होता लुकिया होया किसी दा। जिन्ने पढ़ते भी तेरे पाए हुए ने ना लोकां तो, वो सारे जानदा। पढ़ते पब्लिक तो पालू, वो तो किवें पालूगा। जो गां पढ़दे तो थल्ले दा आप बैठा, जिहदे उत्ते पढ़दे पाए उन्हें तो पता है ਜਾਂ पढ़दा उत्ते पैंदा। आदमी ते एक कपड़ा देता, एक होर देता, उन्हें तो पता लगदा कपड़े देई जांदा। ਉਹਨੂੰ पता उत्ते किन्ना बोझ है, किन्ने कपड़े दित्ते ने। पढ़ पढ़ की जानी। तात मात जह जात न पाता। तात मात जह जात न पाता। तात मात ओदा तात मात कोई नहीं है, जात पात कोई नहीं है। तो जात पात फिर आ कित्थों गई? जात पात कित्थों आई? संसार जात पात कित्थों आई? वो तो कहते जात पात होती हो नहीं, कोई है वो नहीं। जे सारे ओदी अंश ने तो इन्हां दी जात पात किवें बन गई? ये बनाई शातर बाबुल ने दिमाग च। विपर का शातर दिमाग उन्हें बनाई जात पात। उन्होंने चाहिए थे अपनी सेवा करने वाले, उन्हें चाहिए थे ना। ये शातर इत्थे दे जिहड़े शातर दिमाग ने ना, उन्हां दीयां काढां ने। उत्थों तां ही कढे ने शातर ते, उत्थे किहड़ा टिकदे ते। जिहड़े ज़्यादा खराब हुंदे जेल੍ਹ 'ਚ भी नहीं टिकदे, जाके उत्थे पार्टियां बना लैंदे ने। कई दा बंदे जाके जेल੍ਹ सुधर जाते हैं, पछताते हैं। बहुते तो सुधर जाते हैं। कुछ ऐसे भी होंगे ने जेड़े जेल੍ਹ दे विच भी राजे करते हैं, जाके तो शातर होंगे ने, उत्थे भी राज करना चाहते हैं। चाहे पुलिस का राज है उत्थे, पर राज अपना, पुलिस भी उक पत्तियां तो जगती होती है। इस करके सच भी कई बार गुप्त हो जाता कपत्तियां तो, इन्हां तो कई बार गुप्त हो जाता भी इन्होंने कपत्त परां कर लैण दो। पब्लिक जो उन्होंने नाल हुंदी है, पब्लिक जिहदे नाल होवे, जिहड़े सियाणे बंदे हुंदे ने, वो फिर चुप बट जांदे ने कोई चेर खातर। ठीक टाइम ते सच प्रगट हुंदा है, जब समा हुंदा फिर प्रगट हो जाता। उन्होंने कोई सारे पता है ना, जो लोड़ आ उहदी प्रगट हो जाता। जो उहदी लोड़ ही नहीं लोकां नूं, नहीं पढ़न, नहीं पारखू, नहीं गाहक, नहीं बोल।
ਕਬੀਰਾ ਕਹਿੰਦਾ ਜੇ ਤੇਰੇ ਕੋ ਨਾਮ ਦੀ ਹੈ ਭਾਂਡਾ ਤਾਂ ਖੋਲ ਨਾ ਉਹਨੂੰ, ਪਰਖੂ ਆ ਕੇ ਖੋਲ। ਜਿੱਥੇ ਸੌਦਾ ਲੈਣਾ ਉੱਥੇ ਖੋਲ ਲੈ, ਗੜੜੀ ਨਹੀਂ ਖੋਲੇ ਨਾ। ਏਕ ਰੰਗ ਕਾਹੂ ਨਹੀਂ ਰਾਤਾ, ਇੱਕ ਰੰਗ ਰਹਿੰਦਾ ਕਾਹੂ ਨਹੀਂ ਰਾਤਾ। ਕਿਸੇ ਚੀਜ਼ ਨਾਲ ਨਹੀਂ ਜੁੜਿਆ ਹੈ ਬਾਹਰ, ਆਪਣੇ ਇੱਕ ਰੰਗ 'ਚ ਰਹਿੰਦਾ। ਕੋਈ ਪ੍ਰਭਾਵ ਮਾਇਆ ਦਾ ਕਿਸੇ ਚੀਜ਼ ਦਾ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਆਪਣੇ ਰੰਗ ਰਵੇ ਅਕੇਲਾ। ਹਾਂ, ਆਪਣੇ ਰੰਗ ਰਵੇ ਪਏ ਅਕੇਲਾ, ਉਹ ਨਹੀਂ ਕਿਸੇ ਨਾਲ ਰਹਿੰਦਾ। ਕੋਈ ਸੰਸਾਰ 'ਚ ਪ੍ਰਭਾਵ ਨਹੀਂ ਪੈਂਦਾ। ਜ਼ੁਲਮ ਹੋਈ ਜਾਂਦੇ ਨੇ, ਉਹ ਸਭ ਕੋ ਉਹਦਾ ਕੀਤਾ ਹੀ ਹੁੰਦਾ ਖਣੀ। ਉਹ ਜੋ ਕਰਦਾ ਹੁੰਦਾ ਤਾਂ ਉਹੀ ਹੈ। ਸਾਨੂੰ ਸਾਡੇ ਤੇ ਪ੍ਰਭਾਵ ਤਾਂ ਪੈਂਦਾ, ਸਾਨੂੰ ਲੱਗਦਾ ਵੀ ਆਹ ਫਲਾਨਾ ਬੰਦਾ ਕਰਦਾ, ਉਹ ਕਰਦਾ। ਉਹਦੇ ਪ੍ਰਭਾਵ ਕੀ, ਉਹ ਤਾਂ ਆਪੇ ਕਰਦਾ ਜਿਹੜਾ ਉਹ ਕਰਦਾ। ਡੋਰੀ ਹਿਲਾਉਂਦਾ ਤਾਂ ਹਿਲਦੀ ਹੈ। ਹਾਂਜੀ, ਸਰਬ ਜੋਤ ਕੇ ਵਿੱਚ ਸਮਾਨਾ, ਸਰਬ ਜੋਤ ਕੇ ਵਿੱਚ ਸਮਾਨਾ। ਜਿੰਨੀ ਜੋਤ ਹੈ ਸਾਰਿਆਂ ਦੇ ਵਿੱਚ ਸਮਾਇਆ ਹੈ। ਕਿਉਂ ਸਮਾਇਆ? ਜੋਤ ਕਾਬੂ 'ਚ ਨਹੀਂ ਕਰਨੀ, ਸਮਾ ਕੇ ਕਾਬੂ 'ਚ ਕਰਨੀ ਹੈ। ਜੇ ਸਰੀਰ 'ਚ ਜੋਤ ਸਮਾਈ ਹੋਈ ਹੈ ਤਾਂ ਸਰੀਰ ਕਾਬੂ 'ਚ ਹੈ। ਜੇ ਜੋਤ ਮਨ ਸਰੀਰ 'ਚ ਸਮਾਇਆ ਹੋਇਆ ਤਾਂ ਸਰੀਰ ਕਾਬੂ 'ਚ ਹੈ। ਬੇਕਾਬੂ ਸਰੀਰ ਵੀ ਹੋ ਜਾਵੇ। ਇਸ ਕਰਕੇ ਉਹ ਜੋਤ 'ਚ ਸਮਾਇਆ, ਜੋਤ ਕਾਬੂ ਕੀਤੀ ਹੈ, ਉਹਨੇ ਸਰੀਰ ਨਹੀਂ ਕਾਬੂ ਕੀਤਾ। ਉਹ ਜੋਤ ਨੇ ਸਰੀਰ ਕਾਬੂ ਕੀਤਾ, ਉਹਨੇ ਜੋਤ ਕਾਬੂ ਕੀਤੀ ਹੈ, ਜੋਤ ਨੇ ਸਰੀਰ ਕਾਬੂ ਕੀਤਾ। ਇਸ ਕਰਕੇ ਉਹਦਾ ਸਭ ਕੁਝ ਉਹਦੇ ਕਾਬੂ 'ਚ ਹੀ ਹੈ। ਸਭ ਹੂੰ ਸਰਬ ਠੌਰ ਪਹਿਚਾਨਾ, ਸਭ ਨੂੰ ਸਰਬ ਠੌਰ ਪਹਿਚਾਨ। ਸਾਰੇ ਕਹਿੰਦੇ ਨੇ, ਸਾਰਿਆਂ ਨੇ ਮੰਨ ਲਈ ਇਹ ਗੱਲ ਕਿ ਸਾਰੀ ਜਗ੍ਹਾ ਹੋਏਗਾ, ਸਾਰਿਆਂ ਦੇ ਵਿੱਚ। ਇਸ ਗੱਲ ਤੇ ਕੋਈ ਉਹ ਨਹੀਂ ਹੈ, ਕਿਸੇ ਧਰਮ ਦੀਆਂ ਦੋ ਰਾਇਆਂ ਨਹੀਂ ਇਸ ਗੱਲ ਤੇ ਕਿ ਵੀ ਸਭ ਦੇ ਅੰਦਰ ਨਹੀਂ ਹੈ। ਜਿੰਨੇ ਵੀ ਅੱਜ ਤੱਕ ਧਰਮ ਹੋਏ ਨੇ ਸਾਰਿਆਂ ਨੇ ਕਹਿੰਦੇ ਪਹਿਚਾਣੀ ਇਹ ਗੱਲ ਵੀ ਸਭ ਜਗ੍ਹਾ ਹੀ ਹੈਗਾ ਭਾਈ। ਉਹ ਸਰਬ ਵਿਆਪੀ ਵੀ ਹੈਗਾ, ਸਾਰਿਆਂ ਦੇ ਅੰਦਰ ਵੀ ਹੈਗਾ। ਇਸ ਗੱਲ ਤੇ ਕੋਈ ਭੁਲੇਖਾ ਨਹੀਂ ਹੈ ਕਿਸੇ ਨੂੰ, ਨਾ ਮਤਭੇਦ ਹੈ ਇਸ ਗੱਲ ਤੇ। ਕਾਲ ਰਹਿਤ ਅਨਕਾਲ ਸਰੂਪਾ, ਕਾਲ ਰਹਿਤ ਉਹਦਾ ਕਾਲ ਹੀ ਨਹੀਂ ਹੈ। ਜੋਤ ਦਾ ਕਾਲ ਹੁੰਦਾ ਹੀ ਨਹੀਂ। ਅਕਾਲ ਹੈ ਨਾ, ਅਨਕਾਲ ਸਰੂਪਾ। ਉਹਦਾ ਸਰੂਪ ਬਿਨਾਂ ਕਾਲ ਤੋਂ, ਉਹਦਾ ਸਿਰਫ ਸਰੂਪ ਪ੍ਰਗਟ ਹੁੰਦਾ ਹੈ, ਗੁਪਤ ਹੋ ਜਾਂਦਾ। ਅਲੱਖ ਪੁਰਖ ਅਵਗਤ ਅਵਧੂਤਾ, ਜਿਵੇਂ ਕੱਛੂ ਹੈ ਨਾ, ਕੱਛੂ ਆਪਣੇ ਪੰਜੇ ਅਰ ਸਰੀਰ ਬਾਹਰ ਕੱਢ ਲਵੇ ਔਰ ਅੰਦਰ ਕਰ ਲਵੇ। ਜਦ ਸਰੀਰ ਔਰ ਪੰਜੇ ਬਾਹਰ ਕੱਢਦਾ ਕੱਛੂ ਤੁਰਨ ਲੱਗ ਜਾਂਦਾ, ਨਹੀਂ ਕੱਢਦਾ ਤਾਂ ਚੁੱਪ ਕਰਕੇ ਕਿਥੋਂ ਪਿਆ ਰਹਿਣਾ। ਇਹੋ ਜਿਹਾ ਸਰੂਪ ਦੱਸਦੇ ਨੇ। ਜੇ ਮਿਸਾਲ ਦਿੰਦੇ ਹੁੰਦੇ ਨੇ ਨਾ ਤਾਂ ਇਹੋ ਜਿਹੇ ਸਰੂਪ ਦੀ ਦਿੰਦੇ ਹੁੰਦੇ ਸੀ ਅੱਗੇ। ਜਦੋਂ ਆਪਣੇ ਪੰਜੇ ਯਾਰ ਸਰੀਰ ਅੰਦਰ ਕਰ ਲੈਂਦਾ ਬਸ ਫਿਰ ਉਹ ਕੀ ਹੈ, ਫਿਰ ਸੁਰਨ ਸਮਾਧ ਹੈ। ਸਰੀਰ ਅੰਦਰ ਸਭ ਕੁਝ ਅੰਦਰ ਹੈ ਨਾ, ਮਰਿਆ ਤਾਂ ਕੁਝ ਨਹੀਂ ਨਾ। ਜਦੋਂ ਆਪਣੇ ਬਾਹਰ ਕੱਢ ਲੈਂਦਾ ਫਿਰ ਤੁਰਨ ਲੱਗ ਜਾਂਦਾ, ਫਿਰ ਸ਼ਬਦ ਰੂਪ ਹੋ ਜਾਂਦਾ। ਬਸ ਇੰਨਾ ਕੇ ਫਰਕ ਹੈ, ਹੋਰ ਕੁਝ ਨਹੀਂ ਹੈ। ਦੋ ਹਾਲਤਾਂ 'ਚ ਕੱਛੂ ਜਿਉਂਦਾ ਹੀ ਹੈ। ਉਹ ਆਪਣੀ ਸਰੀਰ ਬਾਹਰ ਕੱਢ ਲਈ, ਜਦ ਮਰਜ਼ੀ ਹੁੰਦੀ ਬਾਹਰ ਕੱਢ ਲੈਂਦਾ। ਕੱਛੂ ਕਿਸੇ ਦੇ ਕਹੇ ਤੇ ਕੱਢਦਾ ਨਹੀਂ। ਇਸ ਕਰਕੇ ਉਹਦੀ ਜਦ ਮਰਜ਼ੀ ਹੈ ਸਰੀਰ ਬਾਹਰ ਕੱਢ ਲੈਂਦਾ, ਪੰਜੇ ਬਾਹਰ ਕੱਢ ਲੈਂਦਾ, ਪੈਰ ਬਾਹਰ ਕੱਢ ਲੈਂਦਾ, ਤੁਰ ਪੈਂਦਾ ਜਦ ਮਰਜ਼ੀ ਹੁੰਦੀ ਹੈ। ਆਪਣਾ ਸਭ ਕੁਝ ਅੰਦਰ ਕਰ ਲੈਂਦਾ। ਆਹ ਹਾਂਜੀ, ਅਲੱਖ ਪੁਰਖ ਅਵਗਤ ਅਵਧੂਤਾ। ਅਲੱਖ ਪੁਰਖ ਹੈ ਉਹ, ਅਵਗਤ ਹੈ। ਅਵਗਤ ਕਹਿੰਦੇ ਨੇ ਉਹ ਜਿੱਥੇ ਜੋਤ ਹੈ ਉੱਥੇ ਉਹ ਹੈਗਾ। ਉਹ ਤਾਂ ਜੋਤ ਨੂੰ ਤੁਸੀਂ ਵੱਖਰਾ ਨਹੀਂ ਦੇਖ ਸਕਦੇ, ਕਿਤੇ ਵੱਖਰਾ ਨਹੀਂ ਦੇਖ ਸਕਦੇ ਜੋਤ ਤੋਂ। ਆਪਣੇ ਅੰਦਰੋਂ ਹੀ ਦੇਖੋਗੇ। ਦੂਏ ਦੇ ਅੰਦਰੋਂ ਤਾਂ ਅੱਖਾਂ ਨਾਲ ਦੇਖੋਗੇ। ਪਹਿਲੀ ਗੱਲ ਹੈ ਜੇ ਦੂਏ ਦੀ ਜੋਤ ਹੈ ਉਹ ਤਾਂ ਤੁਹਾਨੂੰ ਅੱਖਾਂ ਨਾਲ ਦਿਖਣੀ ਹੋਣੀ। ਜੇ ਦੂਏ ਦੀ ਜੋਤ ਅੱਖ ਨਾਲ ਨਹੀਂ ਦਿਖਣੀ ਤੇ ਇਸ ਅੱਖ ਨਾਲ ਉਹਦੇ ਅੰਦਰ ਵਾਲੀ ਚੀਜ਼ ਕਿਵੇਂ ਦੀ ਜੂ? ਜੋਤ ਤੋਂ ਵੱਖਰਾ ਨਹੀਂ ਹੈ ਜਿੱਥੇ ਜੋਤ ਹੈ। ਇਸ ਕਰਕੇ ਆਪਣੀ ਜੋਤ ਦੇ ਵਿੱਚ ਹੀ ਹੈ। ਜਾਤ ਮੈਂ ਜੋਤ, ਜੋਤ ਮੈਂ ਜਾਤਾ ਜਾਤਾ। ਉਹਨਾਂ ਨੇ ਕਹਿੰਦਾ ਮੈਂ ਜੋਤ ਦੇ ਵਿੱਚੋਂ ਆਪਣੀ ਜੋਤ ਚੋਂ ਜਾਣੇ। ਜੇ ਕਿਸੇ ਨੇ ਦਰਸ਼ਨ ਕਰਨਾ ਆਪਣੀ ਜੋਤ ਦੇ ਵਿੱਚੋਂ ਕਰ ਲਓ। ਸਰੀਰ ਚੋਂ ਜੋਗੀ ਸਰੀਰ ਚੋਂ ਕਰ ਰਹੇ ਤੇ ਦਰਸ਼ਨ, ਸਰੀਰ ਚੋਂ ਨਹੀਂ ਹੁੰਦੇ। ਸਰੀਰ ਚੋਂ ਜੋਤ ਦਾ ਦਰਸ਼ਨ ਹੋਊਗਾ।
ਸਰੀਰ ਚੋਂ ਜੋਤ ਮਿਲੂਗੀ। ਜਾਤ ਮੈਂ ਜੋਤ ਦਾ ਮਤਲਬ ਹੈ ਸਰੀਰ ਜਿਹੜੀ ਜਾਤ ਹੈ ਜੋਤ ਹੈ। ਜੋਤ ਦੇ ਵਿੱਚ ਕਹਾਂ ਉਹ ਹੈ, ਮਨ ਮੈਂ ਉਹ ਆਪ ਹੈ। ਬਸ ਜੋਤ ਵਿੱਚੋਂ ਦਰਸ਼ਨ ਹੋਊਗਾ, ਸਰੀਰ ਚੋਂ ਨਹੀਂ ਹੋਣਾ। ਜਿਹੜੇ ਸਰੀਰ ਚੋਂ ਕਰਦੇ ਤੇ ਉਹ ਗਲਤ ਸੀ। ਸਰੀਰ ਚੋਂ ਹੋਣਾ ਹੀ ਨਹੀਂ। ਸਰੀਰ ਚੋਂ ਸ਼ਬਦ ਦਾ ਦਰਸ਼ਨ ਕਰ ਦਿੱਤਾ। ਉਹ ਸਰੀਰ ਦੇ ਜਿਹੜੇ ਸਰੀਰ ਜਿਹੜਾ ਦੇਖਦੇ ਆ ਨਾ, ਜਿਵੇਂ ਹਾਰਟ ਚੱਲਦਾ, ਹਾਰਟ ਬੀਟਿੰਗ, ਹੋਰ ਆਵਾਜ਼ਾਂ ਨੇ ਸਰੀਰ ਦੇ ਵਿੱਚ, ਡਾਕਟਰ ਦੇਖਦੇ ਨੇ ਉਹ ਜੋ ਉਹ ਚੀਜ਼ਾਂ ਸਰੀਰ ਆਵਾਜ਼ ਸੁਣ ਲੱਗੇ। ਜੋ ਕੀ ਜੋਤ ਵਿੱਚੋਂ ਜਾਣਨਾ ਸੀ। ਅਬ ਧੂਤਾ, ਉਹ ਧੂਤ ਹੈ, ਉਹ ਧੂਤ ਹੈ। ਸੁੱਧ ਕੀ ਨਾ ਸੁੱਧ, ਬੁੱਧ ਕੀ ਨਾ ਬੁੱਧ, ਕਾਰ ਰਹਿਤ। ਅਲਖ ਪੁਰਖ ਅਵਗਤ ਅਬ ਧੂਤਾ। ਅਲਖ ਪੁਰਖ ਹੈ। ਅਬ ਧੂਤੇ ਦਾ ਮਤਲਬ ਇਹ ਹੈ, ਉਹ ਧੂਤ ਨਹੀਂ ਹੈ। ਅਬ ਧੂਤਾ ਉਹ ਹੈ ਜਿਹੜੀ ਹੈ ਨਾ ਆਹ ਵਿਭੂਤੀ। ਜੋ ਮਾਇਆ ਹੈ ਇਹਦੇ ਨਾਲ ਉਹਨੂੰ ਕੋਈ ਲਿੰਕ ਨਹੀਂ ਉਹਦਾ। ਇਹ ਵੀ ਉਹ ਧੂਤ ਉਹਨੂੰ ਕਹਿੰਦੇ ਜਿਹਦਾ ਮਾਇਆ ਨਾਲ ਲਿੰਕ ਨਾ ਹੋਵੇ ਕੋਈ। ਮਾਇਆ ਦੀ ਕੋਈ ਭੁੱਖ ਨਹੀਂ ਉਹਦੇ ਅੰਦਰ, ਲਿੰਕ ਦਾ ਨਹੀਂ ਕਹਿ ਸਕਦੇ, ਭੁੱਖ ਨਹੀਂ ਹੈ ਮਾਇਆ ਦੀ, ਭੁੱਖੇ ਨਹੀਂ ਉਹਦੇ ਅੰਦਰ। ਬਸ ਜਾਤ ਪਾਤ ਜੇ ਚਿਹਨ ਨ ਬਰਨਾ। ਜਾਤ ਪਾਤ ਜੇ ਚਿੰਨ ਨਾ, ਉਹਦੀ ਕੋਈ ਜਾਤ ਹੈ ਨਾ, ਪਾਤ ਹੈ ਨਾ, ਚਿੰਨ ਹੈ ਨਾ ਕੋਈ ਵਰਣ। ਪਹਿਲਾਂ ਵੀ ਆ ਚੁੱਕਿਆ ਹੈ। ਅਵਗਤ ਦੇਵ ਅਛੈ ਅਨਭਰਮਾ। ਅਵਿਗਤ ਦੇਵ, ਉਹ ਦੇਵ ਹੈ, ਅਵਿਗਤ ਹੈ, ਡੋਲਦਾ ਨਹੀਂ ਹੈ। ਅਵਿਗਤ ਮਤਲਬ ਡੋਲਦਾ ਨਹੀਂ ਹੈ। ਮਨ ਡੋਲਦਾ ਨਾ, ਉਹ ਡੋਲਦਾ ਨਹੀਂ ਹੈ। ਅਛੈ ਅਨਭਰਮਾ, ਅਛਾਇਆ ਮਰਦਾ ਨਹੀਂ ਹੈ। ਅਨਭਰਮਾ, ਭਰਮ ਉਹਦੇ ਅੰਦਰ ਹੈ ਜੀ ਨਹੀਂ, ਭਰਮ ਹੈ ਨਹੀਂ। ਸਭ ਕੋ ਕਾਲ ਸਭਨ ਕੋ ਕਰਤਾ। ਸਭ ਕੋ ਕਾਲ, ਸਾਰਿਆਂ ਦਾ ਕਾਲ ਹੈ ਔਰ ਸਾਰਿਆਂ ਦਾ ਕਰਤਾ ਵੀ ਹੈ। ਬਣਾਇਆ ਵੀ ਸਾਰਿਆਂ ਨੇ, ਸਾਰਿਆਂ ਨੂੰ ਉਸੇ ਨੇ ਹੈ। ਕਾਲ ਰੂਪ ਵੀ ਸਾਰਿਆਂ ਦਾ ਹੋਈ। ਹੁਕਮ ਹੀ ਕਾਲ ਹੈ, ਹੁਕਮ ਹੀ ਕਰਤਾ ਹੈ। ਇਹ ਮੰਨਦੇ ਨੇ ਸ਼ਿਵਜੀ ਕਾਲ ਹੈ, ਬ੍ਰਹਮਾ ਕਰਤਾ ਹੈ। ਕੱਟਤੀ ਨਾ ਗੱਲ ਉਹਨਾਂ ਦੀ, ਇੱਕ ਆ ਗਿਆ ਨਾ। ਉਹ ਤਿੰਨ ਚੇਲੇ ਜਿਹੜੇ ਪ੍ਰਮਾਣ ਨੇ, ਤਿੰਨ ਕਿਵੇਂ ਹੋਏ? ਇੱਕ ਹੋਇਆ ਉਹ, ਉਹੀ ਸੰਸਾਰੀ, ਉਹੀ ਬਣਾਰੀ, ਉਸੇ ਨੂੰ ਲਾਏ ਦੀ ਬਾਣ। ਇੱਥੋਂ ਪਤਾ ਲੱਗੂਗਾ। ਉੱਥੇ ਇੱਕ ਇੱਥੋਂ ਮੈਨੂੰ ਸੀ ਵੀ ਇੱਕੋ ਹੀ ਹੈ। 10 ਪੜ੍ਹ ਲਿਆ ਸੀ, 3 ਹੋ ਨਹੀਂ ਸਕਦੇ, 3 ਕਿਵੇਂ ਨੇ? ਫਿਰ ਦੇਖਿਆ ਵੀ 3 ਦਾ ਲਫ਼ਜ਼ ਨਹੀਂ ਆਇਆ ਹੋਇਆ ਗੁਰਬਾਣੀ 'ਚ। ਤੀਨ ਨਾ 3 ਲਫ਼ਜ਼ ਆਇਆ ਹੋਇਆ। ਤਾਂ ਪਤਾ ਲੱਗਿਆ ਵੀ ਇਹ ਤਾਂ ਭੁਲੇਖੇ 'ਚ, ਇਹ ਤਾਂ ਪੰਡਤ ਦਾ ਭੁਲੇਖਾ ਪਾਇਆ ਹੋਇਆ। ਇੱਥੋਂ ਪੱਕਾ ਹੋ ਗਿਆ ਵੀ ਹੈ ਇੱਕ, ਹੋਰ ਹੋ ਹੀ ਨਹੀਂ ਸਕਦਾ। ਸਭ ਕੋ ਕਾਲ ਸਭਨ ਕੋ ਕਰਤਾ। ਸਭ ਕੋ ਕਾਲ ਸਭਨ ਕੋ ਕਰਤਾ। ਜਦ ਪੱਕਾ ਹੋ ਗਿਆ ਤੁਸੀਂ 3 ਕਿਵੇਂ ਮੰਨ ਲਓਗੇ? ਮੰਨ ਨਹੀਂ ਸਕਦਾ। ਜਿਹੜਾ ਨੇ ਦਸਮ ਦੀ ਬਾਣੀ ਪੜ੍ਹ ਲਈ ਉਹ ਸਾਰਾ ਸੰਸ਼ੋਧਨ ਆਦ ਦਾ ਕਰ ਲੂਗਾ। ਸੌਖਾ ਦੱਸਿਆ ਹੋਇਆ ਇਹ। ਰੋਗ ਸੋਗ ਦੋਖਣ ਕੋ ਹਰਤਾ। ਰੋਗ ਸੋਗ ਦੋਖਣ ਕੋ ਹਰਤਾ। ਜਿਹੜੇ ਰੋਗ ਨੇ, ਰੋਗ ਕਾਹਦੇ ਨੇ? ਹੋਵੇ ਰੋਗ ਹੈ, ਦੀਰਘ ਰੋਗ ਹੈ। ਜਿੰਨੇ ਗੁਣ ਨੇ ਸਾਰੇ ਰੋਗ ਨੇ। ਉਹ ਦੀਰਘ ਰੋਗ ਲਾਇਆ ਉਹਦੇ ਨਾਲ, ਪੁਰਾਣਾ ਰੋਗ ਹੈ। ਜਿੰਨੇ ਔਗਣ ਨੇ ਸਾਰੇ ਰੋਗ ਨੇ, ਸਾਰੇ ਔਗਣਾਂ ਨੂੰ ਹਰਨ ਵਾਲਾ ਰੋਗ। ਸੋਗ, ਸੋਗ ਹੁੰਦਾ ਸਾਨੂੰ ਜਿਹੜੀਆਂ ਚਿੰਤਾਵਾਂ ਨੇ ਸਾਡੇ ਅੰਦਰ। ਔਗਣ ਔਰ ਚਿੰਤਾਵਾਂ ਇਹਨਾਂ ਦੇ ਨਾਸ਼ ਕਰਨ ਵਾਲਾ, ਹਰਨ ਵਾਲਾ, ਦੂਰ ਕਰਨ। ਦੋਖਣ ਕੋ ਹਰਤਾ। ਦੋਖ ਵੀ ਸਾਡੇ 'ਚ ਕੀ ਨੇ? ਬੁਰਾਈਆਂ ਨੇ, ਆਪਣਾ ਪਰਾਇਆ ਸਮਝਣਾ। ਦੋਖ ਨੇ ਸਾਡੇ ਵਿੱਚ, ਬੈਰ ਵਿਰੋਧ, ਬੈਰ ਵਿਰੋਧ। ਸਮਝੇ? ਇਹ ਦੋਖ ਨੇ। ਦੋਖ ਹੈ ਤਾਂ ਔਗਣੇ, ਪਰ ਔਗਣ ਦੋਖਾਂ ਦੀ ਸੰਚ ਆ ਜਾਂਦਾ। ਦੂਏ ਦਾ ਹਿੱਸਾ ਜਾਂ ਅਸੀਂ ਖਾਣਾ ਚਾਹੁੰਦੇ, ਦੋਖ ਹੈ। ਕੁਛ ਤਾਂ ਆਪਣੇ ਪੈਰ ਕੋਲਾ ਬਾਣ ਵਾਲੇ ਨੇ ਔਗਣ, ਕੁਛ ਦੂਆ ਨਾਲ ਰਿਲੇਟਡ ਨੇ। ਧਰੋ ਕਰਨਾ ਕਿਸੇ ਨਾਲ, ਬੈਰ ਵਿਰੋਧ, ਕਾਮ ਕ੍ਰੋਧ, ਲੋਭ, ਝੂਠ ਵਿਕਾਰ, ਮਹਾਲੋਭ, ਧਰੋ। ਇਹ ਦੋਏ ਆ ਗਏ। ਯਾਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਇਹ ਸਾਰਿਆਂ ਨੂੰ ਹਰਨ ਵਾਲਾ। ਏਕ ਚਿੱਤ ਜਹ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ।
ਛਿਨ ਜਿਹਨੇ ਇੱਕ ਚਿੱਤ ਆਇਆ, ਇੱਕ ਚਿੱਤ ਜਹ ਇੱਕ ਛਿਣ ਤੇ ਆਇਓ। ਇੱਕ ਚਿੱਤ ਹੋ ਗਿਆ ਜਿਹਨੇ ਇੱਕ ਛਿਨ ਧਿਆ ਲਿਆ, ਕਾਲਫਾਸ ਦੇ ਵਿੱਚ ਨਹੀਂ ਹੁੰਦਾ। ਇੱਕ ਛਿਣ ਵੀ ਧਿਆਨ ਚ ਆ ਜੇ ਹੋ, ਇੱਕ ਛਿਣ ਦਰਸ ਦਿਖਾਏ ਜੀਓ। ਦਿਖਾਏ ਜੀਓ। ਇੱਕ ਛਿਣ ਵੀ ਦਰਸ਼ਨ ਹੋ ਗਿਆ, ਬਾ ਹੋ ਗਿਆ ਦਰਸ਼ਨ, ਇੱਕ ਵਾਰ ਹੋ ਗਿਆ, ਛਿਣ ਚ ਹੋ ਗਿਆ। ਚਾਹੇ ਇੱਕ ਚਿੱਤ ਹੋ ਗਿਆ ਜਿਹਨੇ ਇੱਕ ਛਿਣ ਚ ਜਿਹਦਾ ਧਿਆਨ ਚ ਆ ਗਿਆ ਹੋ, ਫਿਰ ਉਹ ਕਾਲਫਾਸ ਚ ਨਹੀਂ ਆਇਆ ਮੁੜ ਕੇ, ਫਿਰ ਨਹੀਂ ਕਾਲਫਾਸ ਚ ਆਉਂਦਾ। ਤਉ ਪ੍ਰਸਾਦ ਕਵਿਤ ਕਤਹੂ ਸਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ ਕਤਹੂ ਅਚਿੰਤ ਹੋਏ ਕੈ ਸੋਵਤ ਅਚੇਤ ਹੋ। ਕਾਤੋਂ ਸੁਚੇਤ ਹੋ ਕੇ ਚੇਤਨਾ ਕੋ ਚਾਰ ਕੀਓ, ਕਾਤੋਂ ਅਚਿੰਤ ਹੋ ਕੇ ਸੋਭਤ ਅਚੇਤ ਹੋ। ਕਿਤੇ ਤਾਂ ਅਜੀਬ ਦੀ ਗੱਲ ਹੈ, ਹੁਣ ਇੱਕ ਦੀ ਗੱਲ ਹੈ, ਜਿਹੜਾ ਇੱਕ ਹੈ। ਕਿਤੇ ਤਾਂ ਤੂੰ ਸੁਚੇਤ, ਮੈਂ ਕੀ ਕਰਨਾ ਆ, ਆਪਣਾ ਕੰਮ ਕਰ ਰਹੇ ਹਾਂ, ਸੁਚੇਤ ਹੋ ਕੇ ਕਰ ਰਹੇ। ਚੇਤਨਾ ਕੋ ਚਾਰ ਕੀਓ, ਚੌਕੰਨਾ ਹੋਇਆ ਰਹਿਣਾ। ਚੌਕੰਨਾ ਜਿਹੜੀ ਸਾਡੀ ਦੁਕਾਨ ਹੈ ਨਾ, ਦੁਨੀਆਦਾਰੀ ਦੁਕਾਨਦਾਰੀ, ਇਹ ਕਹਿੰਦਾ ਦੋਏ ਕੰਨ ਖੁੱਲੇ ਹੁੰਦੇ ਨੇ, ਆਦਮੀ ਦੇ ਖੁੱਲੇ ਹੁੰਦੇ ਨੇ। ਇੱਥੇ ਚਾਰ ਕੰਨਾਂ ਦੀ ਲੋੜ ਹੈ। ਸੰਸਾਰੀ ਨਫਾ ਨੁਕਸਾਨ ਪਲੱਸ ਦਰਗਾਹੀ। ਇੱਥੇ ਦਾ ਨਫਾ ਨੁਕਸਾਨ ਸੰਸਾਰ ਦਾ ਚਾਰ ਕੰਨ ਤਾਂ ਨੇ, ਇਹਦੇ ਚਾਰ ਕੰਨ ਚਾਹੀਦੇ ਨੇ। ਦੋ ਨਾਲ ਤਾਂ ਅੰਦਰਲੀ ਬਾਣੀ ਸੁਣਨੀ ਹੈ, ਦੋ ਨਾਲ ਬਾਹਰਲੇ ਗਾਹਕ ਦੀ ਗੱਲ ਸੁਣਨੀ ਹੈ। ਚੇਤਨਾ ਕੋ ਚਾਰ ਕੀਓ। ਹਾਂ, ਚੇਤਨਾ ਕੋ ਚਾਰ ਕੀਓ, ਹੱਥ ਪੈਰ ਕਰ ਕੰਮ ਦਾ ਚੇਤਨਾ ਨਾਲ ਦੋਏ ਕੰਮ ਇਕੱਠੇ ਹੀ ਰੱਖਣੇ ਨੇ। ਅੰਦਰਲੇ ਕੰਨ ਵੀ ਖੁੱਲੇ, ਬਾਹਰਲੇ ਵੀ ਖੁੱਲੇ। ਕਤਹੂ ਸਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ। ਚੇਤਨਾ ਕੋ ਚਾਰ ਹੋਏ ਬਿਨਾਂ ਕੰਮ ਹੀ ਨਹੀਂ ਹੁੰਦਾ। ਇਹ ਕਿਵੇਂ ਹੋਊਗਾ? ਇਹ ਤਾਂ ਦੋਏ ਕੰਨ ਖੁੱਲੇ ਰੱਖਣੇ ਔਖੇ ਨੇ, ਦੋਏ ਬੰਦ ਕਰਕੇ ਬਹਿ ਜਾਂਦੇ ਅਸੀਂ ਤਾਂ। ਕਹਿੰਦਾ ਫਿਰ ਅਸੀਂ ਕੀ ਕਿਹਾ? ਜੇ ਖੁੱਲੇ ਹੁੰਦੇ ਦੋਏ ਕੰਨ, ਇਹ ਕਾਹਦੇ ਕਹਿਣਾ ਵੀ ਫਿਰ ਦੱਸ ਕੀ ਕਿਹਾ? ਧਿਆਨ ਕੰਨਾਂ 'ਚ ਵੀ ਨਹੀਂ ਰਹਿੰਦਾ ਸਾਰਾ ਦਿਨ ਨਾ। ਚੇਤਨਾ ਕੋ ਚਾਰ ਕੀਓ, ਕਤਹੂ ਅਚਿੰਤ ਹੋਏ ਕੈ ਚਾਰ ਜਗ੍ਹਾ ਚੇਤਨਾ ਕੰਮ ਕਰ ਰਹੀ ਹੈ, ਇੱਕ ਜਗ੍ਹਾ ਕੰਮ ਕਰਨੀ ਔਖੀ ਹੈ। ਜਿਹੜਾ ਸੁਚੇਤ ਹੈ, ਸੁਚੇਤ ਹੈ, ਚਾਰੇ ਜਗ੍ਹਾ ਕੰਮ ਕਰ ਰਹੀ ਹੈ। ਹੱਥ ਪੈਰ ਕੰਮ ਵੀ ਕਰ ਰਿਹਾ, ਉਹ ਵੀ ਠੀਕ ਕਰ ਰਿਹਾ। ਚੇਤਨਾ ਜਨ ਨਾਲ ਉਹਦੇ ਨਾਲ ਵੀ ਗੱਲ ਕਰ ਰਿਹਾ। ਚੇਤਨਾ ਚਾਰੇ ਹੋ ਗਈ ਨਾ। ਚੇਤਨਾ ਕੋ ਚਾਰ ਕੀਓ, ਕਤਹੂ ਅਚਿੰਤ ਹੋਏ ਦੱਸੋ ਵੀ ਕੈ। ਆ ਇੱਕ ਪੰਕਤੀ ਬੋਲਤੀ, ਪਹਿਲਾਂ ਇਹਦੇ ਅਰਥ ਕੀ ਨੇ? ਚੇਤਨਾ ਕੋ ਚਾਰ ਚੇਤਨਾ ਕੋ ਚਾਰ ਕੀਓ, ਇੱਕ ਹਫ਼ਤਾ ਸੌਖੀ ਗੱਲ ਹੈ ਜਿਹੜੀ ਪੰਡਤ ਨੇ ਲਿਖਤੀ। ਇਹਨਾਂ ਨੂੰ ਤਾਂ ਐਵੇਂ ਲੱਗਦਾ ਮੂਰਖਾਂ ਨੂੰ, ਇਹਨਾਂ ਨੂੰ ਪਤਾ ਹੀ ਅਸਲ 'ਚ ਅਰਥ ਜੇ ਸਮਝ ਆਉਣ ਚੇਤਨਾ ਕੋ ਚਾਰ ਕੀ ਹੁੰਦਾ ਫਿਰ ਤਾਂ ਪਤਾ ਲੱਗੇ। ਜਿਹੜੇ ਲੋਕ ਘੁੱਗੂ ਨੇ, ਬਿਲਕੁਲ ਇਹ ਘੁੱਗੂ, ਉਹ ਦਸਮਰਾਂ ਦਾ ਵਿਰੋਧ ਕਰਦੇ। ਪਤਾ ਲੱਗ ਜੂ ਵੀ ਅਸੀਂ ਘੁੱਗੂ ਕੀ ਆ। ਅਰਥ ਜਿਹੜਾ ਕਿਸੇ ਨੇ ਕੀਤੇ, ਇਹਨੇ ਤਾਂ ਅਰਥ ਦੂਏ ਕਰਤੇ। ਘੁੱਗੂ ਬਣਾਉਣ ਵਾਲੇ ਹੀ, ਘੁੱਗੂ ਬਣਾਉਣ ਵਾਲੇ। ਇਹ ਦੇਖੋ ਨਾ, ਜੇ ਇਹ ਅਰਥ ਦੂਏ ਕਰ ਦਿੰਦਾ ਨਰਾਇਣ ਸਿੰਘ, ਫਿਰ ਤਾਂ ਫੇਰ ਵੀ ਖਤਰੇ ਵਾਲੇ ਅਰਥ ਨੇ, ਤਾਂ ਵੀ ਖਤਰੇ। ਉਹ ਜਿਹੜੀਆਂ ਪਹਿਲੀਆਂ ਮੰਗਦੀਆਂ ਨੇ, ਰੁਦਰ ਪਾਏ ਖਪਾਏ, ਉਹਦਾ ਅਰਥ ਤਾਂ ਗਲਤ ਕਰ ਨਹੀਂ ਸਕਦਾ। ਉਹਦੇ ਕਿੱਥੋਂ ਗਲਤ ਕਰ ਦਿੰਦਾ? ਕੀਤਾ ਗਲਤ ਜਿੱਥੋਂ ਜਿੱਥੋਂ ਹੋਇਆ। ਖੈਰ ਆਏ ਨੂੰ ਆਉਂਦੇ ਹੀ ਨਹੀਂ ਹੋਣੇ ਅਰਥ, ਇੰਨੀ ਗਹਿਰਾਈ ਸੀ ਸਮਝਦਾ ਹੀ ਨਹੀਂ ਹੋਣਾ। ਚੇਤਨਾ ਕੋ ਚਾਰ ਕੀਓ, ਚੇਤਨਾ ਕੌਣ? ਪੰਡਤ ਨੂੰ ਚੇਤਨਾ ਕੀ ਪਤਾ ਕੀ ਹੁੰਦੀ ਹੈ। ਕਤਹੂ ਅਚਿੰਤ ਹੋਏ ਕੈ ਸੋਵਤ ਅਚੇਤ ਹੋ। ਕਿਤੇ ਅਚਿੰਤ ਹੋਇਆ ਪਿਆ, ਪਤਾ ਹੀ ਨਹੀਂ, ਪਤਾ ਹੀ ਨਹੀਂ। ਸੋਭਤ ਅਚੇਤ ਹੋ, ਸੁੱਤਾ ਪਿਆ, ਸੁੱਤਿਆ ਰਹਿਣ ਬਿਹਾਣੀ। ਜਿਹੜਾ ਗੁਰਕਿਰਪਾ ਤੋਂ ਜਾਗਿਆ ਹੋਇਆ ਉਹ ਤਾਂ ਸੁਚੇਤ ਹੈ। ਗੁਰਕਿਰਪਾ ਤੇ ਸੇ ਜਨ ਜਾਗੇ। ਹਾਂ, ਗੁਰਕਿਰਪਾ ਤੇ ਸੇ ਜਨ ਜਾਗੇ। ਜਿਹੜਾ ਹਰ ਵਨ ਵਸਿਆ ਬੋਲੇ ਅੰਮ੍ਰਿਤ ਬਾਣੀ, ਜਿਹੜੇ ਅੰਮ੍ਰਿਤ ਬਾਣੀ ਬੋਲਦੇ ਨੇ ਉਹ ਤਾਂ ਚੇਤਨਾ ਕੋ ਚਾਰ ਹੈ। ਉਹ ਤਾਂ ਜਿਹਨਾਂ ਦੀ ਸੁੱਤਿਆ ਰਹਿਣ ਬਿਹਾਣੀ ਹੈ ਉਹ ਦੂਏ ਨੇ। ਹਾਂਜੀ। ਕਤਹੂ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ। ਕਿਤੇ ਭਿਖਾਰੀ ਹੋਇਆ ਭੀਖ ਮੰਗਦਾ ਫਿਰਦਾ। ਇਹ ਭਿਖਾਰੀ ਸੰਸਾਰ ਦੇ ਭਿਖਾਰੀ ਨਹੀਂ ਹੈ। ਓਏ ਜਿਹੜੀ ਅਰਦਾਸਾਂ ਕਰਦੇ ਨੇ ਭਿਖਾਰੀ,
ਜਗਤ ਭਿਖਾਰੀ ਫਿਰਦਾ ਹੈ ਸਭ ਕੋ ਦਾਤਾ ਰਾਮ। ਗੱਲ ਧਾਰਮਿਕ ਆਦਮੀ ਦੀ ਹੈ, ਉੱਚਿਆਂ ਦੀ ਹੈ। ਕਬੀਰ ਵੀ ਭੀਖ ਮੰਗਦਾ ਫਿਰਦਾ ਵੀ ਇਹ ਪਰਮੇਸ਼ਰ ਨਾਮ ਦਾ ਦਾਨ ਪਾ। ਝੂਠਾ ਬੜੀ ਫਿਰਦਾ ਸੀ, ਤਾਂ ਹੀ ਤਾਂ ਰੋਜ਼ ਮਾਲਾ ਫੇਰਦਾ ਸੀ। ਨਾਨਕ ਮੰਗੇ ਨਾਮਦਾਨ ਭਿਖਾਰੀ ਹੈ। ਹਮ ਭੀਖਕ ਭਿਖਾਰੀ ਤੇਰੇ, ਹਮ ਭੀਖ ਭਿਖਾਰੀ ਤੇਰੇ। ਇੱਥੇ ਆਏ ਭਿਖਾਰੀਆਂ ਦੀ ਗੱਲ ਕਰਨ ਲੱਗੇ। ਉੱਚੇ ਭਿਖਾਰੀਆਂ ਦੀ ਗੱਲ ਕਰੋ ਤੁਸੀਂ, ਇਹਨਾਂ ਦੀ ਕੀ ਕਰਨੀ ਵਿਚਾਰੇ। ਇਹ ਤਾਂ ਆਪਣਾ ਹੱਕ ਲੈਣ ਆਏ ਨੇ, ਭਿਖਾਰੀ ਨਹੀਂ ਆਣੇ। ਇਹ ਉਹਨਾਂ ਦਾ ਹੀ ਹੱਕ ਹੈ, ਕੋਈ ਨਹੀਂ ਭੀਖ ਦੇ ਰਿਹਾ। ਕਿਉਂ ਆਪ ਦਾਤਾ ਬਣਦੇ ਨੇ ਨਾ, ਤਾਂ ਭਿਖਾਰੀ ਲੱਗਦੇ ਨੇ। ਉਹ ਆਪਣਾ ਹੀ ਲੈਣ ਆਏ ਨੇ, ਉਹਨਾਂ ਦਾ ਹੀ ਆ। ਉਹ ਨੱਕ ਨੱਥ ਖਸਮਤ ਕਰ ਧੱਕੇ ਦੇ ਜਹਾਂ ਦਾਣੇ, ਤਾਂ ਉਹਨਾਂ ਤੇ ਵੀ ਤਾਂ ਲਾਗੂ ਹੈ। ਜਿੱਥੇ ਦਾਣੇ ਨੇ ਉਹਨਾਂ ਦੇ ਲੈ ਭੇਜ ਤੇ ਵੀ ਜਾਓ, ਉੱਥੋਂ ਲੈ ਆਓ ਆਪਣੇ ਦਾਣੇ ਜਾ ਕੇ। ਨਾਨਕਾ ਸੱਚ ਹੈ ਤਾਂ ਸੱਚ ਉਹਨਾਂ ਖਾਤਰ ਤਾਂ ਪੰਕਤੀ ਹੈ ਸਾਡੇ ਕੋਲ ਪਈ। ਉਹ ਕਿਵੇਂ ਭਿਖਾਰੀ ਹੋ ਗਏ? ਭਿਖਾਰੀ ਹੋ ਜੋ ਪਰਮੇਸ਼ਰ ਤੋਂ ਮੰਗਦਾ ਭਿਖਾਰੀ ਹੈ। ਆ ਤੂੰ ਭਿਖਾਰੀ ਹੋ ਕੇ ਮੰਗਤ ਫਿਰਤ ਭੀਖ। ਭੀਖ ਕਿਹੜੀ ਮੰਗਦਾ? ਸਵਾਲ ਇਹ ਹੈ। ਜੇ ਤਾਂ ਮਾਇਆ ਮੰਗਦਾ ਕਿਹੜਾ ਮੰਗਦਾ? ਮੰਗਦਾ ਫਿਰਤ ਭੀਖ। ਕਹੂੰ ਮਹਾਦਾਨ ਹੋਏ ਕੈ ਮੰਗਿਓ ਧਨ ਦੇ ਤੋ। ਕਿਤੇ ਕਹਿੰਦੇ ਮਹਾਦਾਨੀ ਬਣਿਆ ਬੈਠਾ ਆਪ ਰਾਜਾ। ਉਹ ਨਾ ਜਾਇਆ ਜਿਵੇਂ ਕਰਨਾ ਕਰ ਸੋਨਾ ਦਾਨ ਕਰਦਾ ਤਾਂ ਇਹ ਕਰਦਾ ਤਾਂ ਉਹ ਵੀ ਧਾਰਮਿਕ ਆਦਮੀ। ਦੇਖੋ ਦੋਏ ਧਾਰਮਿਕ ਆਦਮੀ ਨੇ। ਮਹਾਦਾਨੀ ਬਣਿਆ ਬੈਠਾ ਹੈ, ਉਹ ਵੀ ਧਾਰਮਿਕ ਬੰਦਾ ਹੈ। ਦੇ ਦੇ ਮੰਗੇ ਸੈਸਾ ਗੁਣਾ ਸੋਭ ਕਰੇ ਸੰਸਾਰ। ਉਹ ਗੱਲ ਹੈ। ਉਧਰ ਜਾਂ ਮੰਗਦਾ ਤਾਂ ਮੰਗਤਾ, ਜਾਂ ਦਿਨੇ ਤਾਂ ਦਾਤਾ। ਇਹ ਇੱਕੋ ਆਦਮੀ ਦੀ ਗੱਲ ਹੈ। ਇਹ ਕਹੂੰ ਮਹਾਦਾਨ ਹੋਏ ਕੈ ਮੰਗਿਓ ਧਨ ਦੇ ਤੋ। ਮਹਾਦਾਨੀ ਹੋ ਕੇ ਸਿਆਰੀ ਹੋਊਗੀ। ਕਹੂੰ ਮਹਾਦਾਨ ਹੋਏ ਕੈ, ਚਲੋ ਦਾਨਵਾਨ ਕਹਿ ਲੋ, ਮਹਾਦਾਨ ਹੋ ਗਏ। ਮੰਗਿਓ ਧਨ ਦੇ ਤੋ। ਜੋ ਮੰਗਲਾ ਮੂੰਹ ਮੰਗਲਾ ਭੇਜੋ, ਜਿਹੜਾ ਮੰਗ ਲੈਂਦਾ ਆ ਕੇ ਉਹੀ ਦੇ ਦਿੰਦਾ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ। ਕਿਤੇ ਮਹਾਰਾਜਾ ਨੂੰ ਅਨੰਤ ਦਾਨ ਦੇ ਰਹੇ, ਤੂੰ ਆਪੇ ਦੇ ਰਹੇ। ਕਿਤੇ ਮੰਗਦੇ ਨੇ? ਮੰਗਦੇ ਕੌਣ ਨੇ? ਮੰਗਦੇ ਨੇ ਤੇਤੇ, ਦਿੰਦੇ ਨੇ ਆਪ। ਦੇਖੋ ਭਿਖਾਰੀ ਜਦ ਸੀ, ਭਿਖਾਰੀ ਦਾ ਤੇਤੋਂ ਮੰਗਿਆ। ਜਦ ਉਹੀ ਤੇਤੋਂ ਮੰਗਿਆ ਗਾਹਾਂ ਦਿੱਤਾ, ਫਿਰ ਆਪ ਦਾਨੀ ਬਣ ਗਿਆ। ਤੈਨੂੰ ਦਾਨੀ ਨਹੀਂ ਕਹਿ ਰਿਹਾ। ਇਹ ਨਹੀਂ ਕਹਿ ਰਿਹਾ ਮੈਂ ਉੱਥੋਂ ਲਿਆ ਕੇ ਦਿੱਤਾ, ਬਾਈ ਦਾਨੀ ਮੈਂ ਨਹੀਂ, ਦਾਤਾ ਮੈਂ ਨਹੀਂ ਹੈਗਾ। ਉਹ ਲਿਆ ਕੇ ਦੇ ਰਿਹਾ ਕਿਸੇ ਤੋਂ ਮੰਗ ਕੇ, ਫੇਰ ਕਹਿੰਦਾ ਮੈਂ ਦਾਤਾ। ਗੱਲ ਇਹ ਹੈ। ਫਿਰ ਦਾਤਾ ਬਣ ਗਿਆ ਤੂੰ। ਤੂੰ ਇਹ ਗੱਲ ਨਹੀਂ ਕਹਿੰਦਾ ਮੈਂ ਤਾਂ ਮੰਗ ਕੇ ਲਿਆਇਆ, ਮੈਨੂੰ ਦਾਤਾ ਨਾ ਕਹੋ। ਦਾਤਾ ਦਾਤਾ ਇਹ ਕਹੇ ਸਭ ਕੋ ਦੇਵਨਹਾਰ। ਇਹ ਕਹੋ ਆ ਨਹੀਂ ਕਿਹਾ, ਆ ਨਹੀਂ ਗੱਲ ਕਹੀ। ਇਹ ਗੱਲ ਨਹੀਂ ਕਹੀ ਬਈ। ਇਹਦਾ ਇਹ ਨਹੀਂ ਕਹੀਦਾ ਬਈ ਮਾਂ ਨੇ ਝੂਠ ਬੋਲਿਆ। ਆਪਣੀ ਇੱਜ਼ਤ ਬਣਾਉਂਦਾ, ਪੱਲ ਬਣਾਉਂਦਾ। ਮੈਂ ਦਾਤਾ ਸ਼ਰੀਕ ਖੁਦਾ ਦਾ ਬਣਦਾ, ਪਰਮੇਸ਼ਰ ਦਾ ਸ਼ਰੀਕ ਬਣਦਾ, ਵੱਡਾ ਕਹਾਉਂਦਾ। ਸੋਭ ਕਰੇ ਸੰਸਾਰ, ਸੋਭ ਕਰੇ ਸੰਸਾਰ। ਸੰਸਾਰ ਦੀ ਸੋਭਾ ਦੀ ਇੱਛਾ ਰੱਖਦਾ। ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ। ਕਿਤੇ ਤਾਂ ਮਹਾਰਾਜਾ ਨੂੰ ਮਹਾਰਾਜਾ ਦਾਨ ਦੇ ਰਿਹਾ, ਕਿਤੇ ਉਹਨਾਂ ਦੇ ਛਤਰ ਛਿਨ ਰਿਹਾ। ਛਿਤ ਛਤਰ ਕਿਤੇ ਰਾਜਗੱਦੀ ਦੇ ਰਿਹਾ, ਕਿਤੇ ਉੱਤੇ ਖੋ ਰਿਹਾ। ਕੋਈ ਦੂਸਰਾ ਖੋ ਲੈਂਦਾ ਆ ਕੇ। ਖੋਣਾ ਤਾਂ ਤੇਰੇ ਹੁਕਮ ਨਾਲੇ ਹੈ। ਉਹ ਤਾਂ ਕਹਿੰਦਾ ਵੀ ਤੂੰ ਖੋਣਾ। ਉਹ ਦੂਆ ਕਿਵੇਂ ਖੋਲੂ ਜਿੰਨਾ ਚਿਰ ਤੂੰ ਨਹੀਂ ਕਹਿੰਦਾ। ਹੁਣ ਉਹ ਕਿਵੇਂ ਕਹਿੰਦਾ? ਦਿੰਦਾ ਵੀ ਤੂੰ ਆ, ਖੋਦਾ ਵੀ ਤੂੰ। ਹੁਕਮ ਨਾਲੇ ਮਿਲ ਗਿਆ ਗੱਦੀ, ਹੁਕਮ ਨਾਲੇ ਖੋ ਹੁੰਦੀ। ਹੁਣ ਦੂਏ ਨੂੰ ਦੇਤੀ ਖੋ ਕੇ ਦਿੱਤੇ। ਕਿਸੇ ਤੋਂ ਖੋ ਕੇ ਤੈਨੂੰ ਦੇਤੀ ਸੀ, ਤੇ ਤੋਂ ਹੋ ਕੇ ਉਹਨੂੰ ਦੇਤੀ। ਤੈਂ ਨਹੀਂ ਕੰਮ ਕੀਤਾ ਠੀਕ, ਤੈਂ ਨਹੀਂ ਕੰਮ ਕੀਤਾ, ਦੂਏ ਨੂੰ ਦੇਤੀ ਗੱਦੀ। ਜਾਂ ਔਰੰਗਜ਼ੇਬ ਨੇ ਵਿਗਾੜ ਕੀਤਾ ਇਹਨਾਂ ਨੇ, ਇਹ ਗੱਦੀ ਖੋ ਕੇ ਹੋਰ ਕਿਸੇ ਨੂੰ ਦੇਤੀ। ਉਹ ਤਾਂ ਖੋਦਾ ਹੀ ਰਹਿੰਦਾ। ਤਾਂ ਉਹ ਰਾਜ ਮਿਲਦਾ, ਰਾਜੋਂ ਨਰਕ ਮਿਲਦਾ, ਗੱਦੀ ਦੂਏ ਨੂੰ ਮਿਲ ਜਾਂਦੀ ਹੈ। ਕਹੂੰ ਵੇਦ ਰੀਤ ਕਹੂੰ ਤਾਸਿਓ ਵਿਪਰੀਤ। ਕਹੂੰ ਵੇਦ ਰੀਤ ਕਹੂੰ ਤਾਸਿਓ ਵਿਪਰੀਤ। ਕਿਤੇ ਤਾਂ ਵੇਦ ਰੀਤ ਮੁਤਾਬਕ ਕੰਮ ਕਰਦਾ। ਦੇਖੋ ਵੇਦ ਰੀਤ ਇੱਥੇ ਲਫ਼ਜ਼ ਆ ਗਿਆ। ਇਹ ਅਕਾਲ ਉਸਤਤ ਹੈ। ਵੇਦ ਤੋਂ ਰਾਜੀ ਹੈ,
ਵੇਦ ਬਾਣੀ ਉਹ ਵੇਦ ਤੋਂ ਐਲਰਜੀ ਹੈ ਇਹਨਾਂ ਲੋਕਾਂ ਨੂੰ, ਇਹਨਾਂ ਨੂੰ ਪਤਾ ਹੀ ਨਹੀਂ ਵੀ ਵੇਦ ਕੀ ਚੀਜ਼ ਹੈ। ਉਹ ਵੇਦ ਤੇ ਤਾਂ ਉਲਟਾ ਹੈ ਪੰਡਤ ਦਾ ਧਰਮ। ਵੇਦ ਵਾਲਾ ਧਰਮ ਤਾਂ ਅਸੀਂ ਸਥਾਪਿਤ ਕਰ ਰਹੇ ਹਾਂ। ਸਿਮਰਤ ਸ਼ਾਸਤਰ ਵੇਦ ਤੋਂ ਤਾਂ ਉਲਟੇ ਹੈ। ਪੰਡਤ ਪਾੜੀ ਬਾਟ, ਕਿਹੜੀ ਬਾਟ ਪਾੜੀ? ਵੇਦ ਤੋਂ ਉਲਟ ਬਾਟ ਪਾੜੀ ਹੈ। वेदा में नाम उत्तम, वेद विदा नाम उत्तम है वो, सो सुने नहीं फिर जो बेता लिया। वेद कते कहोवत झूठे, झूठा जो ना विचार है। सिमरत शास्त्र जेड़े ने वेद तो उल्ट ने। सिमरती भी हाँ ये उल्ट ने वेद तो। ये तो बाट पाड़ी हुई है, वो वेद ते लिया के खड़ा करते हैं असी। वैदिक धर्म है साडा। ਉਹਦੇ ਵਿੱਚ ਵੀ ਕਿਹੜਾ ਵੈਦਿਕ? ਵੇਦ ਦੇ ਵਿੱਚ 4 ਪ੍ਰਕਾਰ ਦਾ ਗਿਆਨ। ਆਯੁਰਵੈਦਿਕ ਨਾਲ ਸਾਡਾ ਕੋਈ ਸੰਬੰਧ ਨਹੀਂ। ਉਹਦੇ ਵੇਦ ਦੇ ਵਿੱਚ ਟੂਣੇ ਟਾਂਬੜ ਨੇ ਕੀਤੇ ਹੋਏ ਸ਼ਕਤੀਆਂ ਪੈਦਾ ਕਰਨੀਆਂ, ਰਾਤ ਆ ਗਿਆ ਜੱਗ ਵਗੈਰਾ, ਉਹਦੇ ਨਾਲ ਕੋਈ ਸੰਬੰਧ ਨਹੀਂ ਸਾਡਾ। ਸਿਰਫ ਉਹਦੇ ਨਾਲ ਸੰਬੰਧ ਹੈ ਜਿਹੜਾ ਆਤਮ ਗਿਆਨ ਵੇਦ ਵਿੱਚ। ਨਾਮ ਉੱਤਮ ਹੈ ਜਿਹੜਾ ਨਾਮ ਉੱਤਮ, ਵੇਦਾਂ ਦਾ ਨਾਮ ਉੱਤਮ, ਉੱਤਮ ਨਾਮ ਹੈ ਜਿਹੜਾ ਚੈਪਟਰ, ਉਹਦੇ ਨਾਲ ਸੰਬੰਧ ਹੈ ਸਾਡਾ। ਬਾਕੀ ਸੰਸਾਰੀ ਗਿਆਨ ਉਹ ਚ ਤਿੰਨ ਤਰ੍ਹਾਂ ਦਾ ਸੰਸਾਰੀ ਗਿਆਨ ਉਹਦੇ ਵਿੱਚ। ਉਹ ਸੰਸਾਰੀ ਗਿਆਨ ਵਿਪਰੀਤ ਕਹੂੰ ਵੇਦ ਰੀਤ, ਕਿਤੇ ਤਾਂ ਤੂੰ ਵੇਦ ਰੀਤ ਦੇ ਵਿੱਚ ਹੈ ਬਿਲਕੁਲ, ਕਿਤੇ ਉਹਦੇ ਵਿਪਰੀਤ ਹੈ। ਉਹਦੇ ਵਿਪਰੀਤ ਰਾਖਸ਼ ਹੈ। ਰਾਖਸ਼ ਕੌਣ ਹੈ? ਅਸਲ 'ਚ ਰਾਖਸ਼ ਕੌਣ ਹੈ? ਰਾਖਸ਼ ਅਸਲ 'ਚ ਉਹ ਹੈ ਜਿਹੜਾ ਵੇਦ ਰੀਤ ਤੇ ਵਿਪਰੀਤ ਹੈ। ਵਿਪਰੀਤ ਤਾਂ ਫਿਰ ਸਿਮਰਤ ਸ਼ਾਸਤਰ ਹੈ। ਵੇਦ ਰੀਤ ਤੇ ਉਲਟ ਤਾਂ ਸਿਮਰਤ ਸ਼ਾਸਤਰ ਨੇ ਪੰਡਤ ਨੇ ਬਾਟ ਪਾੜੀ ਹੈ। ਪੰਡਤ ਤੇ ਹੋਇਆ ਰਾਖਸ਼, ਹੋਰ ਕੌਣ ਹੋਇਆ? ਦੂਜੇ ਨੂੰ ਤਾਂ ਕਹਿੰਦਾ ਰਾਖਸ਼ ਜੇ ਦੂਜੇ ਨੂੰ ਪਹਿਲਾਂ ਕਹਿ ਦਈਏ ਨਾ। ਇਹਨੇ ਜਿਹੜਾ ਆਪਣਾ ਧਰਮ ਬਣਾਇਆ, ਜਿਹਨਾਂ ਨੇ ਉਹਨੂੰ ਨਹੀਂ ਮੰਨਿਆ, ਉਹਨੂੰ ਰਾਖਸ਼ ਕਹਿਤਾ ਇਹਨੇ। ਇਹ ਠੀਕ ਹੈ, ਵੇਦ ਵਿੱਚ ਹੈਗਾ ਵੀ ਉਹ ਰਾਖਸ਼ ਉਹ ਹੈ। ਅਸੁਰ ਉਹ ਹੈ ਜਿਹੜਾ ਪਰਮੇਸ਼ਰ ਦੀ ਸੁਰ ਨਾਲ ਸੁਰ ਨਹੀਂ ਮਿਲਾਉਂਦਾ, ਸੱਚ ਦੀ। ਤੇ ਸਿਮਰਤ ਸ਼ਾਸਤਰ ਕਿਹੜਾ ਸੱਚ ਨਾਲ ਸੁਰ ਮਿਲਾਈ ਖੜੇ ਨੇ? ਸੱਚ ਤੋਂ ਬੇਸੁਰਾ ਤਾਂ ਇਹ ਕਰਦੇ ਨੇ। ਅਸੁਰ ਉਹ ਹੈ ਜਿਹੜਾ ਸੱਚ ਨਾਲ ਸੁਰ ਦੂਜੇ ਪਾਸੇ ਕਰਦਾ, ਜਿਹੜਾ ਮਾਇਆ ਨਾਲ ਜੋੜਦਾ, ਮੂਰਤੀ ਪੂਜਾ ਕਰਦਾ, ਉਹ ਅਸੁਰ ਹੈ। ਆਪ ਦੀ ਬਜਾਏ ਦੂਜੇ ਨੂੰ ਅਸੁਰ ਕਰ। ਜਿਨ੍ਹਾਂ ਨੇ ਇਹਨਾਂ ਦੀ ਗੱਲ ਨਹੀਂ ਮੰਨੀ ਉਹਨਾਂ ਨੂੰ ਅਸੁਰ ਕਹਿਤਾ। ਪਾੜੀ ਹੋਈ ਬਾਟ ਅਨੁਸਾਰ ਜਿਹੜੇ ਨਹੀਂ ਚੱਲੇ। ਹਾਂ, ਬਾਟ ਪਾੜੀ ਅਨੁਸਾਰ ਜਿਹੜੇ ਨਹੀਂ ਚੱਲੇ, ਜਿਹੜੇ ਕੱਢ ਕੇ ਵੀ ਇਹ ਰਸਤਾ ਨਹੀਂ ਅਸੀਂ ਚੱਲਣਾ, ਉਹਨਾਂ ਨੂੰ ਕਹਿੰਦੇ ਅਸੁਰ ਨੇ। ਪਤਾ ਸਾਡੇ ਨਾਲ ਸੁਰ ਨਾਲ ਸੁਰ ਬੁਲਾਓ। ਜਿਵੇਂ ਹੁਣ ਸਾਡੇ ਕਹਿ ਦੇਵੇ ਕੋਈ ਗੁਰਬਾਣੀ ਨੂੰ ਛੱਡੋ, ਸਾਡੀ ਸੁਰ ਨਾਲ ਪੰਥ ਦੀ ਸੁਰ ਨਾਲ ਸੁਰ ਬੁਲਾਓ, ਗੁਰਬਾਣੀ ਨੂੰ ਛੱਡ ਦਿਓ। ਕਿਵੇਂ ਛੱਡ ਦੇਣਗੇ? ਸਿੱਖ ਜਿਹੜਾ ਸਿੱਖ ਉਹਦਾ ਛੱਡਦਾ ਨਹੀਂ। कहूँ त्रिगुण अतीत कहूँ सरगुण समेत हो, कहूँ वेद रीत कहूँ दास्यों विपरीत, कहूँ त्रिगुण अतीत। त्रिगुण अतीत या वेद रीत है, त्रिगुण अतीत हो जाता है। जो वेद रीत है, जो गुरबाणी वाली रीत है, वेद रीत है, तो 3 गुणों के परे है। 3 गुण मिटे खाइए सार। फिर त्रिगुण अतीत है। कहूँ सुरगुण समेत हो। सुरगुण समेत क्या, सरगुण समेत नहीं क्या होया। सुरगुण समेत सरगुण नहीं क्या होया, सुरगुण क्या होया। सरगुण समेत तो वही सारे गुण ने नाल। देवते वाले गुणां दे समेत हो। सुरगुण मतलब देवते वाले गुण। सुर देवते नूं कहंदे। देवते वाले गुण भगतां वाले गुण नहीं हुंदे, कट्ठिया हुंदे ने। तो चित देवता ना, मानस ते देवते किए, मानस ते देवता कीता ना। देवते ने जो सिख बनना, वो जो पुठे रास्ते जाना उन्हें सिख, वो तो राह है पुठा, उन्हें तो सिख बनना नहीं। देवता स्टूडेंट है सिर्फ। स्टूडेंट कौन है? जेड़ा मानस ते देवता बने। भाई देवता का जो पहली क्लास वाला है, पहली क्लास तो बाद देवते ने ही डिवेलप होके ना भगत बनना है। भगत बड़ा है, देवता नहीं बड़ा।
ਤਾਂ ਹੀ ਕਹੇ ਭਗਤ ਬਰਾਬਰ ਔਰ ਨਾ ਹੋਏ ਦੇਵਤੇ ਤਾਂ ਸਿੱਖ ਸਾਰੇ ਹੀ ਨੇ, ਦੇਵਤਾ ਤਾਂ ਮਾਮੂਲੀ ਗੱਲ ਹੈ, ਉਹ ਵੀ ਅੰਦਰ ਹੈ ਦੇਵ, ਜਿਹੜਾ ਚੇਤਾ ਉਹ ਦੇਵ ਹੈ, ਉਹਦਾ ਸੁਭਾਅ ਦੇਵਤੇ ਵਾਲਾ, ਦੂਏ ਦਾ ਨੁਕਸਾਨ ਨਹੀਂ ਕਰਨਾ, ਉਹ ਦੇਵ ਹੈ, ਬੁਰਾ ਨਹੀਂ ਸੋਚਣਾ ਕਿਸੇ ਦਾ, ਦੇਵ ਹੈ।